राग आसा महला चौथा। सो पुरख एक ओंकार सत गुर प्रसाद। सो पुरख निरंजन हर पुरख निरंजन। हर अगम अगम अपारा। सब ध्यावें तुध जी। हर सच्चे सिरजनहारा। सब जी तुम्हारे जी। तू जियां का दातारा। हर ध्यावो संतो जी। सब दुख विसारनहारा। हर आपे ठाकुर हर आपे सेवक जी। क्या नानक जंत विचारा। ਹੁਣ ਨਵਾਂ ਸਿਰਲੇਖ ਸ਼ੁਰੂ ਹੋਇਆ ਹੈ। ਆਸਾ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ। ਸਿਰਲੇਖ ਦਾ ਨਾਮ ਹੈ ਸੋ ਪੁਰਖ। ਇੱਕ ਸਵਾਲ ਆਪਣੇ ਅੰਦਰ ਅੱਜ ਪੈਦਾ ਕਰੀਏ ਕਿ ਪੁਰਖ ਦੇ ਅਰਥ ਕੀ ਹਨ। ਸੋਚੀਏ ਆਪਣੇ ਅੰਦਰ ਕਿ ਪੁਰਖ ਦੇ ਅਰਥ ਕੀ ਹਨ। ਜਿਨ੍ਹਾਂ ਨੂੰ ਤੇ ਪਤਾ ਲੱਗ ਗਿਆ ਮੁਬਾਰਕ ਹੈ, ਪਰ ਜਿਨ੍ਹਾਂ ਨੂੰ ਇਹਦਾ ਅਰਥ ਨਹੀਂ ਆਇਆ ਉਹ ਆਪਣੇ ਨਾਲ ਅੱਜ ਗੱਲ ਕਰਨ। ਐ ਮਨਾ ਇਹ ਸ਼ਬਦ ਤੇ ਮੂਲ ਮੰਤਰ ਦੇ ਵਿੱਚ ਹੈ ਕਰਤਾ ਪੁਰਖ। ਤੈਨੂੰ ਅਜੇ ਤੱਕ ਮੂਲ ਮੰਤਰ ਦੇ ਅਰਥ ਹੀ ਨਹੀਂ ਆਏ। ਤੈਨੂੰ ਅਜੇ ਤੱਕ ਚੰਗੀ ਤਰ੍ਹਾਂ ਮੂਲ ਮੰਤਰ ਦੀ ਸਮਝ ਵੀ ਨਹੀਂ ਆਈ, ਜਿਸ ਕਾਰਨ ਕਰਕੇ ਤੈਨੂੰ ਪੁਰਖ ਦੇ ਅਰਥ ਨਹੀਂ ਸੁੱਝਦੇ ਪਏ। ਆਓ ਵਿਚਾਰੀਏ ਔਰ ਪਕੜ ਲਈਏ ਤਾਂ ਕਿ ਇਹ ਅਰਥ ਵਿਸਰ ਨਾ ਜਾਣ। ਸੋ ਦਾ ਅਰਥ ਹੈ ਉਹ, ਤੇ ਪੁਰਖ ਦਾ ਅਰਥ ਹੈ ਜੋ ਪੂਰਿਆ ਹੋਇਆ ਸਾਰਿਆਂ ਵਿੱਚ, ਜੋ ਸਰਵ ਵਿਆਪਕ ਹੈ, ਸਾਰਿਆਂ ਦੇ ਵਿੱਚ ਹੈ। ਪੁਰਖ ਦਾ ਅਰਥ ਕੀ ਹੈ? ਜੋ ਸਾਰਿਆਂ ਦੇ ਵਿੱਚ ਹੈ। ਜਦ ਤੱਕ ਇਹ ਸਿਰਲੇਖ ਨਹੀਂ ਸਮਝਾਂਗੇ ਇਸ ਸ਼ਬਦ ਦੇ ਅਰਥ ਵੀ ਨਹੀਂ ਸਮਝ ਸਕਦੇ। ਵੀ ਰੱਬ ਕਿਵੇਂ ਦਾਤਾ ਵੀ ਹੈ, ਰੱਬ ਕਿਵੇਂ ਭਿਖਾਰੀ ਵੀ ਹੈ, ਸਮਝ ਨਹੀਂ ਆਏਗੀ। ਸਿਰਲੇਖ ਸਮਝ ਲਈਏ ਸਰਵ ਵਿਆਪਕ ਹੈ, ਸਾਰਿਆਂ ਦੇ ਵਿੱਚ ਹੈ। ਜੇ ਇਹ ਸਿਰਲੇਖ ਪੜ੍ਹ ਕੇ ਵਿਚਾਰ ਕੇ ਸਾਡੇ ਅੰਦਰ ਘਰ ਕਰ ਗਿਆ ਨਾ, ਜੇ ਇਹ ਗੁਣ ਸਾਡੇ ਅੰਦਰ ਆ ਗਿਆ, ਅਸੀਂ ਸਾਰਿਆਂ ਵਿੱਚ ਰੱਬ ਨੂੰ ਸਮਝਣ ਲੱਗ ਪਏ, ਜ਼ਿੰਦਗੀ ਬਦਲ ਜਾਂਦੀ ਹੈ। ਸਭ ਤੋਂ ਪਹਿਲਾਂ ਨਫ਼ਰਤ, ਈਰਖਾ, ਦਵੈਸ਼ ਉਹ ਜਾਂਦੀ ਸਾਡੇ ਅੰਦਰੋਂ ਪਰਾਂ। ਇਹ ਜੇ ਸਿਰਲੇਖ ਸਾਡੇ ਅੰਦਰ ਵਸ ਜਾਏ, ਨਫ਼ਰਤ ਦੂਰ ਹੋ ਜਾਏਗੀ, ਕਿਉਂਕਿ ਨਫ਼ਰਤ ਬੜੀ ਖਤਰਨਾਕ ਹੈ। ਅੱਜ ਜਿਤਨੇ ਵੀ ਅਸੀਂ ਦੰਗੇ ਫਸਾਦ ਵੇਖਦੇ ਹਾਂ, ਪਿੱਛੇ ਨਫ਼ਰਤ ਖੜੀ ਹੈ। ਔਰ ਜਿਹਦੇ ਅੰਦਰ ਨਫ਼ਰਤ ਹੋਵੇ ਉਹ ਮਨੁੱਖ ਦੂਜੇ ਨੂੰ ਕਿੱਥੇ ਤੱਕ ਆਹਤ ਕਰ ਸਕਦਾ ਹੈ, ਦੂਜੇ ਦਾ ਕਿੱਥੋਂ ਤੱਕ ਨੁਕਸਾਨ ਕਰ ਸਕਦਾ ਹੈ। ਇੱਕ ਕਹਾਣੀ ਯਾਦ ਆ ਗਈ। ਇੱਕ ਬੰਦੇ ਨੇ ਕਹਿੰਦੇ ਬੜੀ ਤਪੱਸਿਆ ਕੀਤੀ, ਆਪਣੇ ਹਿਸਾਬ ਦੇ ਨਾਲ ਬੜਾ ਸਿਮਰਨ ਕੀਤਾ, ਤੇ ਕਹਾਣੀ ਕਹਿੰਦੀ ਹੈ ਉਹਦੀ ਤਪੱਸਿਆ ਇਹ ਫਲੀਭੂਤ ਹੋਈ ਕਿ ਉਹਨੂੰ ਵਰਦਾਨ ਮਿਲਣ ਲੱਗਿਆ। ਤੇ ਆਵਾਜ਼ ਆਈ, ਤੈਨੂੰ ਕੀ ਚਾਹੀਦਾ? ਕਹਿੰਦਾ ਮੈਨੂੰ ਉਹ ਚਾਹੀਦਾ ਕਿ ਜੋ ਮੈਂ ਚਾਹਾਂ ਮੈਨੂੰ ਮਿਲ ਜਾਏ। ਹੁਣ ਜੋ ਵਰਦਾਨ ਦੇਣ ਵਾਲੇ ਸਨ ਉਹ ਸੋਚਣ ਲੱਗ ਪਏ ਵੀ ਇਹ ਤੇ ਬੜਾ ਲਾਲਚੀ ਹੈ। ਜੇ ਇਹਨੂੰ ਇਹ ਦਾਤ ਦੇ ਦਿੱਤੀ, ਇਹਨੇ ਤੇ ਸਾਰਿਆਂ ਦਾ ਖੋਹ ਕੇ ਆਪਣਾ ਘਰ ਭਰ ਲੈਣਾ ਹੈ। ਕਹਿਣ ਲੱਗੇ ਤੈਨੂੰ ਇਹ ਮਿਲ ਤੇ ਜਾਏਗੀ ਦਾਤ, ਪਰ ਇਹਦੇ ਨਾਲ ਇੱਕ ਸ਼ਰਤ ਹੈ। ਕਹਿੰਦੇ ਕੀ? ਕਹਿੰਦੇ ਜਿੰਨਾ ਤੈਨੂੰ ਮਿਲੇਗਾ ਨਾ, ਉਹ ਤੋਂ ਦੁੱਗਣਾ ਤੇਰੇ ਗਵਾਂਢੀ ਨੂੰ ਮਿਲੇਗਾ। ਕਹਿਣ ਲੱਗਾ ਕੋਈ ਗੱਲ ਨਹੀਂ ਜੀ। ਕਹਿੰਦੇ ਠੀਕ ਹੈ। ਘਰ ਗਿਆ, ਘਰ ਜਾ ਕੇ ਕਹਿੰਦਾ ਮੇਰੀ ਇੱਕ ਚੰਗੀ ਕੋਠੀ ਬਣ ਜਾਏ। ਕੋਠੀ ਆ ਗਈ, ਗਵਾਂਢੀ ਨੂੰ 2 ਮਿਲ ਗਈਆਂ। ਸਬਰ ਕਰ ਲਿਆ ਥੋੜ੍ਹਾ ਜਿਹਾ। ਕਹਿੰਦਾ ਚੰਗੀ ਗੱਡੀ ਮਿਲ ਜਾਏ। ਗੱਡੀ ਆਈ, ਗਵਾਂਢੀਆਂ ਨੂੰ 2 ਮਿਲ ਗਈਆਂ। ਹੁਣ ਈਰਖਾ ਜਾਗ ਪਈ, ਨਫ਼ਰਤ ਜਾਗ ਪਈ ਕਿ ਸਾਰੀ ਮਿਹਨਤ ਮੇਰੀ ਤੇ ਉਹਨੂੰ ਡਬਲ ਮਿਲ ਰਿਹਾ ਹੈ, ਉਹ ਤਾਂ ਮੇਰੇ ਤੋਂ ਦੁੱਗਣਾ ਅਮੀਰ ਹੋ ਰਿਹਾ ਹੈ। ਹੁਣ ਜਿਹੜੀ ਜਿਹੜੀ ਚੀਜ਼ ਮੰਗਦਾ ਹੈ ਉਧਰ ਡਬਲ ਜਾਂਦੀ ਹੈ। ਕਹਿੰਦੇ ਨਫ਼ਰਤ ਇਸ ਹਾਲਤ ਤੱਕ ਵੱਧ ਗਈ, ਉਹ ਸੋਚਣ ਲੱਗ ਗਿਆ ਇਹਦਾ ਹੁਣ ਨਾ ਮੈਂ ਬੇੜਾ ਗਰਕ ਕਰਨਾ ਹੈ। ਦੇਖੋ ਉਹਨੇ ਕੀ ਕੀਤਾ। ਕਹਿਣ ਲੱਗਾ ਸਾਡੇ ਘਰ ਦੇ ਬੂਹੇ ਅੱਗੇ ਨਾ ਇੱਕ ਖੂਹ ਪੁੱਟਿਆ ਜਾਏ। ਇਹਦੇ ਘਰ ਦੇ ਅੱਗੇ ਇੱਕ ਖੂਹ ਪੁੱਟਿਆ ਗਿਆ, ਗਵਾਂਢੀਆਂ ਦੇ ਅੱਗੇ 2 ਪੁੱਟੇ ਗਏ।
ਫਿਰ ਉਹਨੇ ਮੰਗ ਕੀਤੀ, ਕਹਿੰਦੇ ਜਿੰਨੇ ਵੀ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰਿਆਂ ਦੀ ਇੱਕ ਅੱਖ ਚਲੀ ਜਾਏ। ਇਹ ਸਾਰੇ ਕਾਣੇ ਹੋ ਗਏ, ਗਵਾਂਢੀ ਸਾਰੇ ਅੰਨੇ ਹੋ ਗਏ, ਉਹਨਾਂ 2 ਅੱਖਾਂ ਚਲੇ ਗਈਆਂ। ਤੇ ਕਹਿਣ ਲੱਗਾ ਸਾਡੇ ਪਰਿਵਾਰ ਚੋਂ ਅੱਧੇ ਮੈਂਬਰ ਘਰੋਂ ਬਾਹਰ ਨਿਕਲਣ। ਇਹ ਅੱਧੇ ਮੈਂਬਰ ਬਾਹਰ ਨਿਕਲੇ, ਉਹਨਾਂ ਦੇ ਸਾਰੇ ਬਾਹਰ ਨਿਕਲੇ, ਇਹ ਤੇ ਸਨਕਾਣੇ ਖੂਹ ਵੇਖ ਕੇ ਤੇ ਜਗ੍ਹਾ ਵੀ ਸੀ ਤੇ ਬਚਾ ਕੇ ਬਚ ਗਏ, ਗਵਾਂਢੀ ਸਾਰੇ ਖੂਹ 'ਚ ਡਿੱਗ ਕੇ ਮਰ ਗਏ। ਕਹਿੰਦਾ ਹੁਣ ਸ਼ਾਂਤੀ ਆਈ ਮੇਰੇ ਮਨ ਵਿੱਚ। ਨਫ਼ਰਤ ਇੱਕ ਐਸੀ ਖਤਰਨਾਕ ਬਿਮਾਰੀ ਹੈ, ਈਰਖਾ ਇੱਕ ਐਸੀ ਖਤਰਨਾਕ ਬਿਮਾਰੀ ਹੈ, ਜਦ ਤੱਕ ਦੂਏ ਦਾ ਬੇੜਾ ਗਰਕ ਨਹੀਂ ਕਰ ਦਿੰਦੀ ਉਹਨੂੰ ਆਰਾਮ ਨਹੀਂ ਮਿਲਦਾ। ਸੱਚ ਜਾਣਨਾ, ਜੇ ਸੰਸਾਰ ਸੋ ਪੁਰਖ ਨੂੰ ਸਮਝ ਲਏ, ਸੰਸਾਰ ਵਿੱਚੋਂ ਨਫ਼ਰਤ ਨਿਕਲ ਜਾਏਗੀ। ਫਿਰ ਅਸੀਂ ਮੰਗ ਸਕਾਂਗੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਹ ਸਿਰਲੇਖ ਬੜਾ ਕੀਮਤੀ ਹੈ, ਇਹਨੂੰ ਅੰਦਰ ਲੈ ਜਾਈਏ। ਰੱਬ ਸਾਰਿਆਂ ਵਿੱਚ ਹੈ, ਫਿਰ ਬਿਸਰ ਗਈ ਸਭ ਤਾਤ ਪਰਾਈ। ਫਿਰ ਅਸੀਂ ਇਹ ਤਾਤ ਪਰਾਈ ਈਰਖਾ ਜਿਹੜੀ ਹੈ ਨਾ ਉਹ ਛੱਡ ਦੇਵਾਂਗੇ। ਖੈਰ ਸਮਾਂ ਇਤਨਾ ਇਜਾਜ਼ਤ ਨਹੀਂ ਦਿੰਦਾ। ਆਸਾ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ, ਜਿਹੜੇ ਸ਼ਬਦ ਅੱਗੇ ਆ ਰਹੇ ਨੇ, ਸ਼ਬਦਾਂ ਦੇ ਸੰਗ੍ਰਹਿ ਦਾ ਜੋ ਸਿਰਲੇਖ ਹੈ ਉਹ ਹੈ ਸੋ ਪੁਰਖ, ਉਹ ਜੋ ਸਰਵ ਵਿਆਪਕ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਅੱਜ ਕੱਲ੍ਹ ਦੀ ਜਿਹੜੀ ਛਪਾਈ ਹੈ ਉਹਦੇ ਵਿੱਚ ਮੰਗਲ ਬਾਅਦ ਵਿੱਚੋਂ ਆ ਰਿਹਾ ਹੈ। ਪਹਿਲਾਂ ਵੀ ਅਰਜ਼ ਕੀਤੀ ਸੀ, ਵੀਰ ਜੀ ਨੇ ਪਹਿਲਾਂ ਪੜ੍ਹਿਆ ਹੈ, ਕਿਉਂਕਿ ਪੁਰਾਤਨ ਹਸਤਲਿਖਤ ਵਿੱਚ ਮੰਗਲ ਪਹਿਲਾਂ ਆ ਰਿਹਾ ਹੈ। ਅਰਥ ਹੋ ਚੁੱਕੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਰਵ ਵਿਆਪਕ ਹੈ, ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗੰਮਾ ਅਗੰਮ ਅਪਾਰਾ। ਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਹੈ। ਸੋ ਪੁਰਖ ਸਾਰੇ ਜੀਵਾਂ ਵਿੱਚ ਹੁੰਦਿਆਂ ਹੋਇਆਂ ਬੰਦਾ ਕਹਿੰਦਾ ਅੱਛਾ ਸ਼ਰਾਬੀ ਵਿੱਚ ਵੀ ਹੈ। ਰੱਬ ਫਿਰ ਪਰਲੇ ਦਰਜੇ ਦਾ ਸ਼ਰਾਬੀ ਹੋਵੇਗਾ। ਜੁਆਰੀਏ ਵਿੱਚ ਵੀ ਹੈ, ਹਾਂ ਫਿਰ ਰੱਬ ਵੀ ਜੁਆਰੀ ਹੋਵੇਗਾ। ਹਜ਼ੂਰ ਨੇ ਨਾਲ ਸ਼ਬਦ ਲਾਇਆ ਨਿਰੰਜਨ, ਹੈ ਸਾਰਿਆਂ ਵਿੱਚ ਹੈ। ਨਿਰੰਜਨ ਦਾ ਅਰਥ ਹੈ ਮਾਇਆ ਦੀ ਕਾਲਖ ਤੋਂ ਰਹਿਤ, ਮਾਇਆ ਦਾ ਪ੍ਰਭਾਵ ਨਹੀਂ ਹੈ। ਸ਼ਰਾਬੀ ਵਿੱਚ ਹੈ ਪਰ ਰੱਬ ਸ਼ਰਾਬੀ ਨਹੀਂ ਹੈ। ਜੁਆਰੀਏ ਵਿੱਚ ਹੈ ਪਰ ਰੱਬ ਜੁਆਰੀਆ ਨਹੀਂ ਹੈ। ਵਿਭਚਾਰੀ ਵਿੱਚ ਰੱਬ ਬੈਠਾ ਹੈ ਪਰ ਰੱਬ ਵਿਭਚਾਰੀ ਨਹੀਂ ਹੈ। ਕਿਉਂ? ਕਿਉਂਕਿ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ। ਨਿਰੰਜਨ ਹੈ, ਅਪਹੁੰਚ ਹੈ ਅਤੇ ਬੇਅੰਤ ਹੈ। ਅਗੰਮ ਦਾ ਅਰਥ ਹੁੰਦਾ ਜਿੱਥੇ ਤੱਕ ਪਹੁੰਚ ਨਾ ਕੀਤੀ ਜਾ ਸਕੇ। ਅਪਾਰ ਦਾ ਅਰਥ ਹੁੰਦਾ ਜੋ ਬੇਅੰਤ ਹੋਵੇ। ਰੱਬ ਸਾਡੀ ਪਹੁੰਚ ਤੋਂ ਵੀ ਪਰੇ ਹੈ, ਰੱਬ ਬੇਅੰਤ ਹੈ। ਸਭ ਧਿਆਵੈਂ ਸਭ ਧਿਆਵੈਂ ਤੁਧ ਜੀ। ਹੁਣ ਇਹ ਸ਼ਬਦ ਪੜ੍ਹਨ ਲੱਗਿਆ ਨਾ, ਰੱਬ ਦੀ ਮੌਜੂਦਗੀ ਬਿਲਕੁਲ ਸਾਡੇ ਸਾਹਮਣੇ ਹੋਣੀ ਚਾਹੀਦੀ ਹੈ। ਅਸੀਂ ਰੱਬ ਨਾਲ ਗੱਲ ਕਰ ਰਹੇ ਹਾਂ, ਤੁਧ ਜੀ ਰੱਬ ਨੂੰ ਕਹਿ ਰਹੇ ਹਾਂ। ਸਾਡੀ ਸੁਰਤ ਵਿੱਚ ਰੱਬ ਦੀ ਹੋਣ ਦਾ ਅਹਿਸਾਸ ਹੋਵੇ ਤੇ ਅਸੀਂ ਕਹੀਏ ਮੇਰਿਆ ਮਾਲਕਾ, ਹਰ ਸੱਚੇ ਸਿਰਜਣਹਾਰਾ। ਆਵਾਜ਼ ਮਾਰਨੀ ਹੈ, ਹੇ ਹਰੀ ਸੱਚੇ ਮੈਨੇ, ਹੇ ਹਮੇਸ਼ਾ ਕਾਇਮ ਰਹਿਣ ਵਾਲਿਆ। ਸਿਰਜਣਹਾਰਾ ਦਾ ਮਤਲਬ ਹੈ ਹੇ ਸਭ ਜੀਵਾਂ ਨੂੰ ਸਿਰਜਣ ਵਾਲਿਆ, ਪੈਦਾ ਕਰਨ ਵਾਲਿਆ। ਸਾਰੇ ਜੀਵ ਤੈਨੂੰ ਧਿਆਉਂਦੇ ਹਨ, ਸਾਰੇ ਜੀਵ ਤੈਨੂੰ ਧਿਆਉਂਦੇ ਹਨ। ਸਭ ਜੀ ਤੁਮਹਾਰੇ ਜੀ, ਸਾਰੇ ਜੀ ਤੇਰੇ ਹੀ ਤੇ ਹੈਗੇ ਨੇ, ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੂੰ ਜੀਆਂ ਕਾ ਦਾਤਾਰਾ, ਕੇਵਲ ਤੂੰ ਹੀ ਹੈ ਇਹਨਾਂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ। ਤੂੰ ਹੀ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਹੈ। ਫਿਰ ਆਪਣੇ ਆਪ ਨਾਲ ਗੱਲ ਕਰਨੀ ਹੈ। ਹੁਣ ਸੰਤੋਸ਼ ਸ਼ਬਦ ਆਇਆ ਨਾ, ਹੁਣ ਇਕੱਲੇ ਅਸੀਂ ਬੈਠੇ ਹਾਂ, ਉੱਥੇ ਹੁਣ ਆਪਣੀ ਮੌਜੂਦਗੀ ਦਾ ਵੀ ਅਹਿਸਾਸ ਹੋਣਾ ਚਾਹੀਦਾ। ਅਗਲੀ ਪੰਕਤੀ ਆਪਣੇ ਆਪ ਨੂੰ ਸੰਬੋਧਨ ਕਰਕੇ ਪੜ੍ਹੀਏ, ਹਰ ਧਿਆਵੋ ਸੰਤੋ ਜੀ। ਹੇ ਸੰਤ ਜਨੋ, ਆਪਣੇ ਆਪ ਨੂੰ ਵਿੱਚ ਸ਼ਾਮਲ ਕਰੋ। ਹੇ ਸੰਤ ਜਨੋ ਹਰ ਧਿਆਵੋ, ਭਾਵ ਉਸ ਰੱਬ ਦਾ ਧਿਆਨ ਧਰਿਆ ਕਰੋ, ਉਹਨੂੰ ਧਿਆਓ। ਕੀ ਹੋਏਗਾ? ਸਭ ਦੁੱਖ ਵਿਸਾਰਨ ਹਾਰਾ, ਉਹ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਆਪਣੇ ਮਨ ਨੂੰ ਸਮਝਾਈਏ, ਅਸੀਂ ਦੁੱਖਾਂ ਤੋਂ ਬਹੁਤ ਜ਼ਿਆਦਾ ਭੱਜਦੇ ਹਾਂ, ਦੁੱਖ ਨਾਲੋਂ ਡਰਦੇ ਹਾਂ। ਇਹ ਗੱਲ ਖਿਆਲ ਕਰਿਓ, ਰੱਬ ਨੂੰ ਨਾ ਦੱਸੋ ਕਿ ਮੈਨੂੰ ਕਿੱਡਾ ਵੱਡਾ ਦੁੱਖ ਹੈ। ਇੱਥੇ ਰੱਬ ਜੀ ਨੂੰ ਨਾ ਦੱਸੋ ਕਿ ਮੇਰੀ ਤਕਲੀਫ ਕਿੰਨੀ ਵੱਡੀ ਹੈ। ਆਪਣੀ ਤਕਲੀਫ ਨੂੰ ਦੱਸੋ ਕਿ ਮੇਰਾ ਰੱਬ ਕਿੱਡਾ ਵੱਡਾ ਹੈ। ਇੰਨਾ ਭਰੋਸਾ ਹੋਵੇ ਰੱਬ ਦੇ।
ਆਪਣੀ ਤਕਲੀਫ ਨੂੰ ਦੱਸੋ ਕਿ ਮੇਰਾ ਰੱਬ ਕਿੰਨਾ ਵੱਡਾ ਹੈ, ਕਿਉਂਕਿ ਅਸਲੀ ਬਾਤ ਇਹ ਹੈ ਉਹ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ। ਸਾਰਿਆਂ ਵਿੱਚ ਹੈ ਨਾ। ਜੋ ਸਮਝ ਆ ਗਿਆ ਤਾਂ ਇਸ ਪੰਕਤੀ ਦੇ ਅਰਥ ਸਮਝ ਆਉਣਗੇ। ਕਹਿੰਦੇ ਨੇ ਸਰਬ ਵਿਆਪਕ ਹੋਣ ਕਰਕੇ ਆਪ ਹੀ ਉਹ ਮਾਲਕ ਹੈ ਅਤੇ ਆਪ ਹੀ ਉਹ ਸੇਵਕ ਹੈ। ਜੇ ਇਹ ਪੰਕਤੀ ਸਾਡੇ ਅੰਦਰ ਚਲੀ ਗਈ ਨਾ, ਤੇ ਜਿਨ੍ਹਾਂ ਨੇ ਘਰ ਦੇ ਵਿੱਚ ਕੰਮ ਕਰਨ ਵਾਲੇ ਜਾਂ ਕੰਮ ਕਰਨ ਵਾਲੇ ਰੱਖੀਆਂ ਹੋਈਆਂ ਨੇ, ਬੌਸ ਬਣ ਕੇ ਉਹਨਾਂ ਤੇ ਰੋਹਬ ਨਹੀਂ ਝਾੜਨਗੇ। ਉਹ ਚੱਲ ਪੋਚਾ ਇੱਧਰ ਮਾਰ, ਚੱਲ ਰੋਟੀ ਉਹ ਕਰ, ਆਹ ਕਰ ਉਹ ਕਰ, ਆਪਣੇ ਆਪ ਨੂੰ ਮਾਲਕ ਤੇ ਉਹਨੂੰ ਬਿਲਕੁਲ ਨੌਕਰ, ਕਿਉਂਕਿ ਰੱਬ ਨਜ਼ਰ ਨਹੀਂ ਆਇਆ ਉਹਦੇ ਵਿੱਚੋਂ। ਫਿਰ ਅਸੀਂ ਉੱਪਰਲਾ ਤਬਕਾ ਨਿਚਲੇ ਤਬਕੇ ਦਾ ਖੂਨ ਨਹੀਂ ਚੂਸੇਗਾ ਵੀ ਕੰਮ ਕਰਾਵਾਂ ਇਹਦੇ ਕੋਲ ਰੱਜ ਕੇ, ਪਰ ਇਹਦੀ ਮਜ਼ਦੂਰੀ ਦੇਵਾਂ ਕੱਟ ਕੇ। ਐਸੀ ਹਾਲਤ ਨਹੀਂ ਹੋਏਗੀ ਜੇ ਇਹ ਪੰਕਤੀਆਂ ਸਾਡੇ ਅੰਦਰ ਚਲੇ ਜਾਣਗੀਆਂ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਮੇਰਿਆ ਮਾਲਕਾ, ਤੂੰ ਸਾਰਿਆਂ ਵਿੱਚ ਹੈ, ਇਸ ਕਰਕੇ ਮਾਲਕ ਵੀ ਤੂੰ, ਸੇਵਕ ਵੀ ਆਪ, ਉਹ ਰੱਬ ਆਪ ਹੀ ਹੈ ਸਭ ਕੁਝ। ਹੇ ਨਾਨਕ, ਉਸ ਤੋਂ ਬਿਨਾ ਜੀਵ ਵਿਚਾਰੇ ਕੀ ਹਨ। ਭਾਵ ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ। ਰੱਬ ਨੂੰ ਪਾਸੇ ਕਰ ਦਈਏ, ਸਾਰਾ ਸੰਸਾਰ ਗਿਆ ਖਤਮ। ਰੱਬ ਕਰਕੇ ਤਾਂ ਅਸੀਂ ਬੋਲਦੇ ਹਾਂ, ਅਸੀਂ ਸੁਣਦੇ ਹਾਂ ਜੀ। ਜਿਤਨੇ ਵੀ ਦੁਨੀਆ ਵਿੱਚ ਧਰਮ ਨੇ, ਸਾਰੇ ਦੇ ਸਾਰੇ ਧਰਮ ਇੱਕੋ ਹੀ ਸੁਨੇਹਾ ਲੈ ਕੇ ਬੈਠੇ ਹੋਏ ਨੇ, ਅਸੀਂ ਰੱਬ ਨੂੰ ਮਿਲਾਉਣ ਦਾ ਵਸੀਲਾ ਹੈ। ਧਰਮ ਕਿਆ ਚੀਜ਼ ਹੈ? ਧਰਮ ਜੀਵ ਨੂੰ ਪਰਮੇਸ਼ਰ ਨਾਲ ਮਿਲਾਉਣ ਦਾ ਵਸੀਲਾ ਹੈ, ਸਾਧਨ ਹੈ, ਢੰਗ ਹੈ, ਤਰੀਕਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ, ਜਿਹਨੂੰ ਮਿਲਣ ਚੱਲੇ ਉਹਦਾ ਖੁਦ ਦਾ ਪਤਾ ਨਹੀਂ ਵੀ ਉਹ ਕੌਣ ਹੈ। ਕਿਸੇ ਨੇ ਪੱਥਰ ਨੂੰ ਰੱਖ ਲਿਆ ਤੇ ਉਹ ਕਹਿੰਦਾ ਆਹ ਰੱਬ ਹੈ। ਕਿਸੇ ਨੇ ਆਖਿਆ ਨਹੀਂ, ਇਹ ਝੂਠ ਬੋਲਦਾ ਹੈ, ਅਸਲ ਵਿੱਚ ਰੱਬ ਦੇਖਣਾ ਤੇ ਮੂਰਤੀ ਵਿੱਚ ਹੈ। ਕੋਈ ਕਹਿਣ ਲੱਗਾ ਨਹੀਂ, ਇਹ ਬਿਲਕੁਲ ਕੁਫਰ ਤੋਲਦੇ ਨੇ। ਰੱਬ ਤੇ ਇੱਕ ਅਸਥਾਨ ਤੇ ਬੈਠਾ ਹੈ, ਰੱਬ ਤੇ ਇੱਕ ਮੱਕੇ ਵਿੱਚ ਕੈਦ ਹੈ, ਉਸ ਤੋਂ ਬਿਨਾਂ ਕੋਈ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੱਕੇ ਦੇ ਲੋਕਾਂ ਨੂੰ ਕੀ ਕਿਹਾ ਸੀ? ਇਹੋ ਹੀ ਗੱਲ ਦਰਸਾਈ ਸੀ ਨਾ, ਰੱਬ ਤੇ ਹੈ, ਪਰ ਜਿੱਥੇ ਤੁਸੀਂ ਕੈਦ ਸਮਝਦੇ ਹੋ ਨਾ, ਉੱਥੇ ਕਦਾ ਰੱਬ ਇੱਕੋ ਹੀ ਜਗ੍ਹਾ ਨਹੀਂ ਹੈ। ਰੱਬ ਸਰਬ ਵਿਆਪਕ ਹੈ। ਕਿਸੇ ਨੇ ਪੱਥਰਾਂ ਨੂੰ ਰੱਬ ਮੰਨ ਲਿਆ, ਕਿਸੇ ਨੇ ਮੂਰਤੀਆਂ ਨੂੰ ਮੰਨ ਲਿਆ, ਕਿਸੇ ਨੇ ਥਾਂ ਨਿਸ਼ਚਿਤ ਕਰ ਲਈ, ਕਿਸੇ ਨੇ ਸੱਤਵੇਂ ਆਕਾਸ਼ ਤੇ ਕਹਿ ਦਿੱਤਾ, ਕਿਸੇ ਨੇ ਕੁਝ ਕਹਿ ਦਿੱਤਾ, ਔਰ ਇੱਥੋਂ ਤੱਕ ਨੀਵਾਂਪਣ ਲੈ ਕੇ ਆ ਗਏ, ਜੱਡੀਆਂ ਮੱਛੀਆਂ ਤੱਕ ਨੂੰ ਕਹਿ ਦਿੱਤਾ ਇਹ ਭਗਵਾਨ ਹੈ। ਇੱਥੋਂ ਤੱਕ ਗੱਲ ਬਣ ਗਈ। ਹੌਲੀ ਹੌਲੀ ਵਕਤ ਆਇਆ, ਮਨੁੱਖ ਨੇ ਆਪਣੇ ਨਾਲ ਭਗਵਾਨ ਸ਼ਬਦ ਜੋੜਨਾ ਸ਼ੁਰੂ ਕਰ ਦਿੱਤਾ। ਆਪਣੇ ਆਪ ਨਾਲ ਵੀ ਲੋਕਾਂ ਨੇ ਭਗਵਾਨ ਸ਼ਬਦ ਲਾਇਆ। ਪਰ ਹੈਰਾਨੀ ਦੀ ਗੱਲ ਇਹ ਹੈ ਭਈ ਉਹਨਾਂ ਲੋਕਾਂ ਨੂੰ ਪਤਾ ਨਹੀਂ। ਤੁਸੀਂ ਅਜੋਕੇ ਸਮੇਂ 'ਚ ਵੀ ਦੇਖੋ, ਬਹੁਤਾਤ ਥਾਵਾਂ ਐਸੀਆਂ ਬਣੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਇੱਕ ਧਰਮੀ ਪੁਰਖ ਨੂੰ ਲੈ ਕੇ ਚੱਲੀਆਂ। ਹੁਣ ਜਿਹੜਾ ਉਹ ਧਰਮੀ ਪੁਰਖ ਸੀ, ਉਹ ਤੇ ਰੱਬ ਦੀ ਇਬਾਦਤ ਕਰਨ ਵਾਲਾ ਸੀ। ਮੈਨੂੰ ਰੱਬ ਦਾ ਪਤਾ ਕੋਈ ਨਹੀਂ, ਮੈਂ ਰੱਬ ਦੇ ਬੰਦੇ ਦੀ ਹੀ ਮੂਰਤੀ ਬਣਾ ਕੇ ਮੈਡੀਟੇਸ਼ਨ ਰੂਮ ਬਣਾ ਲੇ ਤੇ ਇੱਕ ਗੱਲ ਸਾਹਮਣੇ ਆਖ ਦਿੱਤੀ ਵੀ ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਨਾ, ਇਹ ਸਾਹਮਣੇ ਤਸਵੀਰ ਦਾ ਧਿਆਨ ਧਰੋ। ਹੈਰਾਨੀ ਦੀ ਗੱਲ ਹੈ, ਸਾਹਿਬ ਕਹਿੰਦੇ ਨੇ ਵੀ ਕਰਤੇ ਕੀ ਮਿੱਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਇੱਕ ਕਿਰਤ ਜਿਹੜੀ ਆ ਉਹ ਕਰਤਾ ਨਹੀਂ ਬਣ ਸਕਦੀ। ਹਾਂ, ਇਹ ਹੋ ਸਕਦਾ ਕਿਰਤ ਵਿੱਚੋਂ ਕਰਤੇ ਦਾ ਸੁਨੇਹਾ ਮਿਲ ਸਕਦਾ। ਕਿਸੇ ਵੀ ਕਿਰਤ ਨੂੰ ਦੇਖੋ ਤੇ ਉਹ ਕਰਤੇ ਦਾ ਸੁਨੇਹਾ ਤੇ ਦੇ ਸਕਦੀ ਹੈ, ਪਰ ਕਿਰਤ ਖੁਦ ਕਰਤਾ ਨਹੀਂ ਬਣ ਸਕਦੀ। ਸਾਹਿਬ ਕਹਿਣ ਲੱਗੇ, ਪੁੱਤਰ ਮੈਂ ਵੀ ਤੈਨੂੰ ਦੱਸਣਾ ਚਾਹੁੰਦਾ ਰੱਬ ਕੀ ਚੀਜ਼ ਹੈ। ਇੱਕ ਪਲ ਮੈਂ ਹੋਰ ਉਦਾਹਰਨ ਦਿਆਂ, ਫਿਰ ਇਸ ਗੱਲ ਨੂੰ ਤੁਲੇ। ਤੁਸੀਂ ਕਿਸੇ ਵੀ ਸ਼ਹਿਰ ਜਾਣਾ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੈ, ਜਿਉਂ ਤੁਸੀਂ ਸਫ਼ਰ ਆਰੰਭ ਕਰਦੇ ਹੋ, ਹਰ 1 ਕਿਲੋਮੀਟਰ ਦੇ ਉੱਤੇ ਉਹ ਆਉਣ ਵਾਲੇ ਸ਼ਹਿਰ ਦਾ ਨਾਮ ਉਹਦਾ ਚਲਾ ਜਾਏਗਾ। ਮੰਨ ਲਓ ਦਿੱਲੀ ਹੈ, ਦਿੱਲੀ ਇੰਨੇ ਕਿਲੋਮੀਟਰ, ਫਿਰ ਦਿੱਲੀ ਇੰਨੇ ਕਿਲੋਮੀਟਰ, ਫਿਰ ਦੁਬਾਰੇ ਦਿੱਲੀ ਇੰਨੇ ਕਿਲੋਮੀਟਰ।
अनजान बंदा काला पै जाएगा भी आ कि कोई गल बार बार लिखी हुई है। नहीं, असल विच वो मंजिल भुल ना जावे, असल विच वो बंदा अपना रस्ता भुल ना जावे, असल विच किसी तरह उहदी भटकना ना वध जावे। जे बार बार लिखिया आ रहा दिल्ली इन्ने किलोमीटर, ਇਹਦਾ मतलब मेरा रास्ता सही है। जे बार बार लिखिया आ रहा दिल्ली इन्ने किलोमीटर, तो ਇਹਦਾ मतलब मैं अपना जिन्ना पंध मुका रहा वो अपने निशाने वाल चलिया जा रहा है, मैं कोई भटकिया नहीं है, मेरी मंजिल मैनू बार बार चेते करवाउंदी है। दस ने पहलों भी बेनती की सी, फिर दोबारा दोहरावां, जे श्री गुरु ग्रंथ साहब जी के मिलाप लई बेअंत बाणी उचारी है तो रब की है, ਇਹਦੇ ਲਈ भी बहुत बारी दोहराया गया भी रब है कि बंदिया किते भुलेखा ना खाई। सारी जिंदगी किते पत्थरां नूं, सारी जिंदगी किते मूर्तियां नूं, सारी जिंदगी किते तस्वीरां नूं मत्था टेकदे अपनी जिंदगी ना गुजार देवीं। तैनूं मैं रब दसना चाहुंदा रब है की। दूजी गल, एक गल होर पकड़ विच रखियो, फिर आपां इस शब्द दे नाल नाल थोड़ा तुरन दी कोशिश करांगे। मान लो किसी बंदे नूं मिलना है, तुसीं वो बंदा देखिया, मैं नहीं वेखिया, फिर तुसीं की दसोगे? फिर तुसीं दसोगे भी जदों तुसीं उस बंदे नूं मिलण जाओगे, वो इहो जी पग बंद है, वो इहो जे कपड़े पाउंदा है, ਉਹਦੀ ਇੰਨੀ ਕੁ उम्र है, ਉਹਦੇ ਇਹੋ ਜਿਹੇ ਕੰਮ ਨੇ, ਉਹਦੀ ईमानदारी बड़ी चंगी है, सारे ਉਹਦੇ गुण दसोगे, सारे ਉਹਦੇ गुण दसोगे, ताकि गुण दसदियां एक वक्त ऐसा बन जाए मैनू ਉਹਦੀ पहचान बन जाए। एक गल मैं होर कहन लगा, ਉਹਦੇ अर्थ गलत ना करना, मैं बेनती पहलों कर दिया, ਉਹਦੀ भावना दूजे पासे ना लेना। एक अजकल होर बड़ी वड्डी मुश्किल बन गई है, कीर्तन विच भी कथा विच भी वैसे भी, मैं फिर दोबारा दोहरा दिया, ਇਹਦਾ अर्थ गलत ना लेना। मैं सिमरन का विरोधी नहीं, बिल्कुल पक्ष विच है, पर जे असी निराए इस गल ते रुक जाइए भी केवल वाहिगुरू शब्द नूं बहुती बारी रिपीट करिए, बाकी काम छड्ड दईए। कथा कीर्तन अपनी थां ते ने, सिमरन अपनी थां ते है, घट नहीं, ये गल ना सोचना। पर इक्को शब्द नूं तुसीं रिपीट करो। एक माँ अपने पुत्र की गल दस रही है कि वो अपने पुत्र का नाम बार बार लेंदी है, नहीं वो दसदी है मेरा पुत्र तो बड़ा सियाना है, वो तो बड़ा जवान निकलिया है, वो तो सियाना ही बड़ा है, बड़ी चंगी पढ़ाई की, वो जदों भी पढ़ता हुंदा सी सारे टीचर घरे चिट्ठियां पाउंदे सन, तुहाडा बच्चा बड़ा हुशियार है। हुण माँ किन्नियां गल्लां दसदी है। सतगुरु ने असल विच सिमरन दिता सी सानूं भई रब दे गुणां नूं गाउणा है, उहदे गुणां नूं गाउणा है। मेरा मतलब ऐसा नहीं तुसी वाहिगुरू ना कहो, मैं बार बार दोहरा रही इस गल नूं, कहो रज के कहो, रज के कहो, पर नाल नाल ये भी गल चेता रखियो भई मैं रब दे गुणां नूं भी गाउणा है। किते ऐसा ना होवे मैं इक्को रब दा नाम लई जावां ते बाकी रब्बी गुणां नूं भुल जावां। मैं रब दे गुणां नूं भी गाउणा है। हुण जिहड़ा आ शब्द है ना, रब की है, सो पुरख दा मतलब है अज पुत्र मैं तेन उस रब की पहचान करवानी चाहना है। किसी वेले प्रिंसीपल सतवीर सिंह ने एक बड़ी प्यारी गल लिखी सी, कहन लगे दुनिया दे विच जितने भी धार्मिक ग्रंथ ने उहदे विच रब दियां गल्लां ने। हुण दियां गल्लां ते कोई भी कर सकदा है, प्रधानमंत्री दियां गल्लां करनी हुण तुसीं इत्थे बैठे कर लो, किसी की भी गल करनी होवे इत्थे बैठे कर लो, पर जे उहदे नाल गल करनी पैनी है फिर तुहानूं भी अपना म्यार उच्चा चुकना पैना, क्योंकि वो बहुत उच्ची थां ते बैठा है, तुहानूं भी अपना म्यार उच्चा चुकना पैना। मैं उहदे बराबर होएगा तो तां ही गल करांगा ना। आ जिहड़ी सिफारिश हुंदी है, सिफारिश की चीज़ है? सिफारिश है भी मेरा कद नीम है, एक बंदा मैं वो विचाले लभ्या जिहड़ा मेरे नाल भी मिलाप रखदा है ते जिहड़ा उस वड्डे बंदे नाल भी मिलाप रखदा है, मैं उस पौड़ी दे उत्ते कदम रखिया। सिफारिश का मतलब है मैं अपना कद उहदे जरिया थोड़ा जिहा वड्डा कीता, उहदे जरिया वड्डा करके उस मालिक नाल गल कीती। साहब कहंदे पुत्र जी वो रब है बहुत वड्डा, परमेश्वर है बहुत वड्डा, सानू अपना कद ऊंचा करना पवेगा। श्री गुरु ग्रंथ साहब जी की बाणी विच
ਰੱਬ ਦੀਆਂ ਗੱਲਾਂ ਨਹੀਂ ਯਾਦ ਰੱਖਿਓ ਜੇ ਰੱਬ ਨਾਲ ਗੱਲਾਂ ਨੇ। ਮੇਰੇ ਪਿਆਰੇ ਵੀਰ ਜੀ, ਕਈ ਦਿਨਾਂ ਤੋਂ ਤੁਹਾਡੇ ਨਾਲ ਬਹੁਤ ਜ਼ੋਰ ਦੇ ਕੇ ਗੱਲ ਕਰ ਰਹੇ ਆ ਰਹੇ ਨੇ ਵੀ ਜਦੋਂ ਨਿਤਨੇਮ ਕਰੀਏ, ਰੱਬ ਦੀ ਮੌਜੂਦਗੀ ਨੂੰ ਮਹਿਸੂਸ ਕਰੀਏ। ਉਹਦਾ ਮਤਲਬ ਹੀ ਇਹ ਹੈ ਵੀ ਰੱਬ ਨਾਲ ਗੱਲਾਂ ਤੇ ਤਾਲੀ ਹੋ ਸਕਦੀਆਂ ਨੇ ਜੇ ਅਸੀਂ ਰੱਬ ਨੂੰ ਮਹਿਸੂਸ ਕਰੀਏ ਅਤੇ ਆਪਣਾ ਕੱਦ ਗੁਰੂ ਦੀ ਸਿਫਾਰਿਸ਼ ਲਾ ਕੇ ਉੱਚਾ ਕਰੀਏ। ਕਿਉਂਕਿ ਗੁਰੂ ਕੋਲ ਦਾਤ ਹੈ, ਸਾਨੂੰ ਉੱਚਾ ਕਰ ਸਕਦਾ ਹੈ। ਗੁਰੂ ਕੋਲ ਦਾਤ ਹੈ, ਗੁਰੂ ਸਾਨੂੰ ਉੱਚਾ ਕਰ ਸਕਦਾ ਹੈ। ਤਾਂ ਜਦੋਂ ਰੱਬ ਨਾਲ ਗੱਲਾਂ ਹੁੰਦੀਆਂ ਨੇ, ਫਿਰ ਰੱਬ ਨੂੰ, ਰੱਬ ਦੀਆਂ ਗੱਲਾਂ ਆਖੀਆਂ, ਰੱਬ ਦੇ ਗੁਣ ਆਖੇ। ਹੇ ਰੱਬਾ, ਇਸ ਸ਼ਬਦ ਵਿੱਚ ਰੱਬ ਦੇ ਗੁਣ ਨੇ। ਹੇ ਰੱਬਾ, ਤੂੰ ਨਿਰੰਜਨ ਹੈ। ਇੰਨਿਆਂ ਦੇ ਕੋਲ ਰਹਿੰਦਿਆਂ ਹੋਇਆਂ ਮੈਂ ਕਿਸੇ ਦੇ ਕੋਲ ਰਵਾਂ। ਕੋਈ ਬੰਦਾ ਚੰਦ ਸ਼ਰਾਬੀਆਂ ਕੋਲ ਰਵੇ, ਸ਼ਰਾਬ ਪੀਣ ਲੱਗ ਪੈਂਦਾ। ਚੰਦ ਨਸ਼ਈਆਂ ਕੋਲ ਰਵੇ, ਨਸ਼ਈ ਬਣ ਜਾਂਦਾ। ਚੰਗੇ ਲੋਕਾਂ ਦੇ ਕੋਲ ਰਵੇ ਤਾਂ ਹੀ ਤਾਂ ਬੇਨਤੀ ਕਰੀਦੀ ਹੈ ਗੁਰੂ ਅੱਗੇ, ਸਹੀ ਪਿਆਰੇ ਮੇਲ, ਮੈਨੂੰ ਚੰਗੇ ਲੋਕਾਂ ਦਾ ਮਿਲਾਪ ਦੇ, ਮੈਂ ਚੰਗਾ ਬਣ ਸਕਾਂ। ਜਿਹੋ ਜਿਹੇ ਲੋਕਾਂ ਦੇ ਕੋਲੋਂ ਰਹਿੰਦਾ ਹੈ ਉਹ ਜਿਹਾ ਉਹਦੇ 'ਤੇ ਪ੍ਰਭਾਵ ਪੈ ਜਾਂਦਾ ਹੈ। ਪਰ ਮੇਰਾ ਜਿਹੜਾ ਰੱਬ ਹੈ ਨਾ, ਉਹ ਸਭ ਦੇ ਕੋਲ ਰਹਿੰਦਾ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਚ ਪਿਆਲ ਜਿਉ। ਰੱਬ ਦੀ ਪਹਿਲੀ ਨਿਸ਼ਾਨੀ ਹੈ, ਉਹ ਸਭ ਦੇ ਵਿੱਚ ਰਹਿੰਦਾ ਹੋਇਆ ਵੀ ਸਭ ਤੋਂ ਨਿਰਲੇਪ ਹੈ। ਅਗਲੀ ਗੱਲ ਹਜ਼ੂਰ ਸੱਚੇ ਪਾਤਸ਼ਾਹ ਨੇ ਆਖੀ, ਕਹਿਣ ਲੱਗੇ ਉਹਦੀ ਇਬਾਦਤ ਤਾਂ ਕਰਨੀ ਹੈ, ਉਹਦੀ ਅਗਲੀ ਨਿਸ਼ਾਨੀ ਹੈ ਉਹ ਸਿਰਜਣਹਾਰ ਹੈ। ਜੋ ਕੁਝ ਵੀ ਅਸੀਂ ਦੇਖਦੇ ਹਾਂ ਨਾ ਕਿਰਤ, ਇਹ ਸਾਰੀ ਰੱਬ ਦੀ ਬਣਾਈ ਹੋਈ ਹੈ। ਉਸ ਤੋਂ ਬਿਨਾਂ ਦੁਨੀਆ ਵਿੱਚ ਸਿਰਜਣਹਾਰਾ ਹੋਰ ਕੋਈ ਨਹੀਂ ਹੈ। ਅਗਲੀ ਗੱਲ, ਕੇਵਲ ਸਿਰਜਣਹਾਰਾ ਨਹੀਂ ਹੈ, ਕੇਵਲ ਉਹ ਸਿਰਜਣਹਾਰਾ ਨਹੀਂ ਹੈ, ਉਹ ਦਾਤਾਰ ਹੈ। ਮੇਰਾ ਜੀ ਕਰਦਾ ਮੈਂ ਇੱਥੇ ਦਾਤਾਰ ਦੇ ਅਰਥ ਥੋੜ੍ਹੇ ਜਿਹੇ ਬਦਲ ਕੇ ਕਰਾਂ, ਜ਼ਿਆਦਾ ਵੀਰ ਜੀ ਨੂੰ ਪਤਾ ਹੁੰਦਾ ਅਰਥਾਂ ਬਾਰੇ, ਮੈਂ ਤੇ ਦੂਜਾ ਪੱਖ ਹੀ ਲੈਣਾ ਭਾਵ ਅਰਥ ਦੀ ਗੱਲ। ਦਾਤਾਰ ਦਾ ਅਰਥ ਨਿਰਾ ਰੋਜੀ ਰੋਟੀ ਦੇਣਾ ਨਹੀਂ, ਦਾਤਾਰ ਦਾ ਅਰਥ ਪ੍ਰਤਪਾਲਣਾ ਕਰਨਾ ਵੀ ਹੈ। ਤੂੰ ਜੀਵਾਂ ਨੂੰ ਬਣਾ ਕੇ ਕੇਵਲ ਛੱਡ ਹੀ ਨਹੀਂ ਦਿੰਦਾ, ਤੂੰ ਜੀਵਾਂ ਦੀ ਪ੍ਰਤਪਾਲਣਾ ਵੀ ਕਰਨਾ ਹੈ। ਮੇਰਾ ਰੱਬ ਉਹ ਹੈ ਜਿਹੜਾ ਸ੍ਰਿਸ਼ਟੀ ਨੂੰ ਸਾਜਦਾ ਹੈ। ਮੇਰਾ ਰੱਬ ਉਹ ਹੈ ਜਿਹੜਾ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ। ਪੱਥਰ ਕੋਲੋਂ ਕੀ ਮੰਗੋਗੇ ਉਹ ਕੀ ਦੇਵੇਗਾ। ਮੇਰਾ ਰੱਬ ਉਹ ਹੈ ਜਿਹੜਾ ਸਾਰੇ ਸੰਸਾਰ ਦੀ ਪ੍ਰਤਪਾਲਣਾ ਕਰਦਾ ਹੈ। ਸਾਹਿਬ ਕਹਿੰਦੇ ਉਹ ਜੇ ਰੱਬ ਨੂੰ ਧਿਆ ਜਿਹੜਾ ਤੇਰਾ ਦੁੱਖ ਸੁਣ ਕੇ ਤੇਰੇ ਦੁੱਖਾਂ ਤੋਂ ਛੁਟਕਾਰਾ ਪਾ ਦੇਵੇ। ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਜਿਸ ਦਿਨ ਇਸ ਗੱਲ ਦਾ ਅਹਿਸਾਸ ਹੋ ਗਿਆ ਉਸ ਦਿਨ ਪਤਾ ਲੱਗੇਗਾ ਜੇ ਸਾਰਿਆਂ ਵਿੱਚ ਰੱਬ ਵਸਦਾ ਹੈ ਤੇ ਮੈਨੂੰ ਤੇ ਫਿਰ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰਨਾ ਚਾਹੀਦਾ ਨਾ। ਜੇ ਮੇਰੇ ਵਤੀਰੇ ਵਿੱਚ ਅੰਤਰ ਹੈ, ਜੇ ਮੇਰੀ ਜੀਵਨ ਜੁਗਤ ਵਿੱਚ ਅੰਤਰ ਹੈ, ਜੇ ਮੇਰਾ ਗੁਆਂਢੀ ਨਾਲ ਤੇ ਆਪਣੇ ਬੱਚੇ ਨਾਲ ਪਿਆਰ ਵੱਖਰਾ ਹੈ ਨਾ, ਤੇ ਮਾਫ ਕਰਨਾ ਮੈਂ ਧਰਮ ਦੀ ਦੁਨੀਆ ਤੋਂ ਜੇ ਬੜੀ ਦੂਰ ਬੈਠਾ ਹੈ। ਧਰਮ ਦੀ ਦੁਨੀਆ ਤੇ ਆਖਦੀ ਹੈ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਇਹ ਰੱਬ ਦੀ ਪਹਿਚਾਣ ਹੈ। ਜਿਹੜੇ ਰੱਬ ਦੀ ਅਸੀਂ ਇਬਾਦਤ ਕਰਨੇ ਆ, ਜਿਹੜੇ ਪੁਰਖ ਨੂੰ ਅਸੀਂ ਮੰਨਦੇ ਹਾਂ, ਜਿਹੜਾ ਮੇਰਾ ਰੱਬ ਹੈ, ਉਹ ਗੁਰੂ ਨੇ ਤਾਂ ਵੇਖਿਆ, ਅਸੀਂ ਵੇਖਿਆ ਨਹੀਂ, ਪਰ ਗੁਰੂ ਜੀ ਸਾਨੂੰ ਉਹਦੀਆਂ ਨਿਸ਼ਾਨੀਆਂ ਦੱਸ ਕੇ ਇਹ ਦੱਸ ਰਹੇ ਨੇ ਵੀ ਮੇਰਾ ਰੱਬ ਪਰਮੇਸ਼ਰ ਇਹੋ ਜਿਹਾ ਹੈ ਜੀ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਸ਼ਬਦ ਦੇ ਦੂਸਰੇ ਬੰਦ ਵਿੱਚ ਮਾਲਕ ਸਮਝਾਉਂਦੇ ਨੇ, ਤੂੰ ਘਟ ਘਟ ਅੰਤਰ। ਹੁਣ ਤੂੰ ਰੱਬ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਗਈ। ਹੇ ਹਰੀ, ਤੂੰ ਹਰੇਕ ਜੀਵ ਵਿੱਚ, ਹਰੇਕ ਸਰੀਰ ਵਿੱਚ, ਹਰੇਕ ਘਟ ਵਿੱਚ ਵਿਆਪਕ ਹੈ। ਸਰਬ ਨਿਰੰਤਰ ਜੀ, ਤੂੰ ਸਾਰੇ ਜੀਵਾਂ ਵਿੱਚ ਲਗਾਤਾਰ ਇੱਕ ਰਸ ਮੌਜੂਦ ਹੈ। ਇਹ ਨਹੀਂ ਕਿਤੇ 20 ਜੀਵਾਂ ਤੱਕ ਹੈਗਾ ਫਿਰ ਅਗਲੇ 10 'ਚ ਨਹੀਂ ਹੈ, ਫਿਰ ਅਗਲੇ 20 'ਚ ਹੋਏਗਾ, ਨਹੀਂ। ਇੱਕ ਰਸ ਨਿਰੰਤਰ ਸਾਰੇ ਜੀਵਾਂ ਦੇ ਵਿੱਚ ਮੌਜੂਦ ਹੈ। ਹਰ ਏਕੋ ਪੁਰਖ ਸਮਾਣਾ। ਪੁਰਖ ਮੈਨੇ ਸਰਵ ਵਿਆਪਕ, ਬਾਰ ਬਾਰ ਇਹ ਸ਼ਬਦ ਆਏਗਾ, ਆਪਣੇ ਅੰਦਰ ਇਸ ਨੂੰ ਸਾਹਮਣਾ ਹੈ ਜੀ, ਇਹਦੇ ਵਿਚਾਰਾਂ ਨੂੰ। ਤੂੰ ਇੱਕ ਆਪ ਹੀ ਸਭ ਵਿੱਚ ਸਮਾਇਆ ਹੋਇਆ ਹੈ। ਹੁਣ ਇਹ ਜੁਗਤ ਸਿੱਖਣੀ ਹੈ ਤੇ ਭਾਈ ਕਨ੍ਹਈਆ ਜੀ ਕੋਲ ਸਿੱਖਣੀ ਪਏਗੀ। ਅਸੀਂ ਤਾਂ ਪੜ੍ਹੀਏ ਨਾ, ਜਿਹੜੇ ਜੀਵਨ ਵਿੱਚ ਲੈ ਕੇ ਗਏ ਨੇ ਉਹਨਾਂ ਦਾ ਜੀਵਨ ਸਾਹਮਣੇ ਰੱਖੀਏ, ਫਿਰ ਪਤਾ ਲੱਗਦਾ ਕਿ ਸੁਰਤੀ ਕਿਤਨੀ ਉੱਚੀ ਚਲੇ ਜਾਂਦੀ ਹੈ।
ਸਾਡੇ ਭਰਾਵਾਂ ਦਾ ਖੂਨ ਕਰਕੇ, ਵੱਢ ਟੁੱਕ ਕੇ ਕੋਈ ਪਾਸੇ ਹੋ ਜਾਏ, ਅਸੀਂ ਪਹੁੰਚ ਜਾਈਏ ਉੱਥੇ, ਅਸੀਂ ਕੀ ਕਰਾਂਗੇ? ਸਾਨੂੰ ਆਏਗਾ ਗੁੱਸਾ। ਤੇ ਅਚਾਨਕ ਨਜ਼ਰ ਪੈ ਜਾਏ ਕਿ ਜਿਹਨੇ ਵੱਢਿਆ ਟੁੱਕਿਆ ਉਹ ਪਰਾਂ ਡਿੱਗਿਆ ਪਿਆ ਬੰਦਾ, ਪਰ ਸਾਹ ਲੈਂਦਾ ਹਜੇ, ਅਸੀਂ ਤੇ ਉਸੇ ਵੇਲੇ ਕੋਈ ਨਾ ਕੋਈ ਹਥਿਆਰ ਆਦਿਕ ਚੁੱਕ ਕੇ, ਡੰਡਾ ਆਦਿਕ ਚੁੱਕ ਕੇ ਦੌੜਾਂਗੇ ਉਹਦੇ ਵੱਲ ਵੀ, ਜੇ ਤੂੰ ਨਹੀਂ ਮਰਿਆ ਨਾ ਤੈਨੂੰ ਹੁਣ ਮੈਂ ਮਾਰਦਾ, ਸਿਰ ਪਾੜ ਦਾਂਗੇ ਉਹਦਾ। ਹੁਣ ਚੇਤੇ ਰੱਖਿਓ, ਭਾਈ ਕਨ੍ਹਈਆ ਜੀ ਉਸ ਅਵਸਥਾ ਵਿੱਚ ਵਿਚਰਦੇ ਪਏ ਨੇ, ਉਹਨਾਂ ਨੇ ਵੇਖਿਆ ਨੇ, ਕਿਉਂਕਿ ਗੁਰਸਿੱਖਾਂ ਨਾਲੋਂ ਵੱਧ ਪਿਆਰਾ ਉਹਨਾਂ ਨੂੰ ਕੌਣ ਹੋਏਗਾ? ਆਪਣੇ ਗੁਰਸਿੱਖਾਂ ਦੀਆਂ ਲਾਸ਼ਾਂ ਉਹਨਾਂ ਨੇ ਦੇਖੀਆਂ ਨੇ, ਔਰ ਇਹਨਾਂ ਦੇ ਉੱਤੇ ਹਮਲਾ ਕਰਨ ਵਾਲਾ ਡਿੱਗਿਆ ਹੋਇਆ ਵੀ ਦੇਖਿਆ, ਪਰ ਸਾਹ ਲੈਂਦਾ ਹੈ। ਇਹਦਾ ਜੀਵਨ ਬਚ ਸਕਦਾ ਜੇ ਮੂੰਹ 'ਚ ਪਾਣੀ ਪਾਇਆ ਜਾਏ, ਔਰ ਇਹਦਾ ਜੀਵਨ ਸਮਾਪਤ ਹੋ ਸਕਦਾ ਜੇ ਸਿਰ ਉੱਤੇ ਡੰਡਾ ਮਾਰਿਆ ਜਾਏ। ਪਰ ਉੱਥੇ ਡੰਡਾ ਨਹੀਂ ਮਾਰਦੇ, ਉਹਦੇ ਮੂੰਹ 'ਚ ਪਾਣੀ ਪਾਉਂਦੇ ਨੇ। ਤੇ ਪੁੱਛਣ ਤੇ ਕੀ ਕਹਿੰਦੇ ਨੇ? ਧੰਨ ਗੁਰੂ ਗੋਬਿੰਦ ਸਿੰਘ ਜੀ, ਮੈਂ ਤਾਂ ਤੇਰੇ ਮੂੰਹ 'ਚ ਹੀ ਪਾਇਆ, ਮੈਂ ਤਾਂ ਕਿਸੇ ਹੋਰ ਦੇ ਮੂੰਹ 'ਚ ਪਾਇਆ ਹੀ ਨਹੀਂ। ਗੱਲ ਕਹਿਣੀ ਬੜੀ ਆਸਾਨ ਹੈ, ਉਸ ਅਵਸਥਾ ਤੇ ਵਿਚਰੇ ਹੀ ਪਤਾ ਲੱਗੇਗਾ, ਅਸੀਂ ਸਿਰਫ ਕਹਿਣ ਵਾਲੇ ਹੀ ਹਾਂ। ਹਜ਼ੂਰ ਕਹਿੰਦੇ ਨੇ ਤੂੰ ਸਾਰਿਆਂ ਵਿੱਚ ਮੌਜੂਦ ਹੈ, ਇੱਕ ਰਸ ਸਮਾਇਆ ਹੋਇਆ ਹੈ। ਫਰਕ ਦਿਖਦਾ ਜ਼ਰੂਰ, ਇੱਕ ਦਾਤੇ ਇੱਕ ਭੇਖਾਰੀ ਜੀ, ਇੱਕ ਦੇ ਕੱਕੇ ਨੂੰ ਹੈ ਸਿਹਾਰੀ। ਇਹ ਵਿਆਕਰਨ ਦਾ ਨੁਕਤਾ ਆਪ ਜੀ ਯਾਦ ਰੱਖੋ। ਜਿੱਥੇ ਕਿਸੇ ਸਿੰਗਲ ਪਰਸਨ ਦੀ ਗੱਲ ਹੋਏਗੀ, ਗਿਣਤੀ ਦੇ ਇੱਕ ਦੀ ਗੱਲ ਹੋਏਗੀ, ਉਦੋਂ ਇੱਕ ਦੇ ਕੱਕੇ ਨੂੰ ਸਿਹਾਰੀ ਨਹੀਂ ਆਏਗੀ, ਨਹੀਂ ਆਏਗੀ, ਉਹ ਸਿਰਫ ਇੱਕ ਦੀ ਗੱਲ ਹੋਏਗੀ। ਜਿਵੇਂ ਸਭਨਾ ਜੀਆਂ ਕਾ ਇੱਕ ਦਾਤਾ, ਉੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਨਹੀਂ ਹੋਵੇਗੀ। ਗੁਰਾ ਇੱਕ ਦੇ ਬੁਝਾਈ, ਉੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਨਹੀਂ ਹੋਵੇਗੀ। ਪਰ ਜਿੱਥੇ ਇੱਕ ਦੇ ਕੱਕੇ ਨੂੰ ਹੋਏਗੀ ਸਿਹਾਰੀ, ਉਹਦੇ ਅਰਥ ਓਨਲੀ ਵਨ ਨਹੀਂ ਕੀਤੇ ਜਾ ਸਕਦੇ, ਉਹਦੇ ਅਰਥ ਹੋਣਗੇ ਕਈ। ਜੇ ਮੈਂ ਕਹਿੰਦਾ ਦੋ ਪ੍ਰਕਾਰ ਦੇ ਲੋਕ ਨੇ, ਇੱਕ ਝੂਠ ਬੋਲਣ ਵਾਲੇ, ਇੱਕ ਸੱਚ ਬੋਲਣ ਵਾਲੇ। ਇੱਥੇ ਇੱਕ ਦਾ ਮਤਲਬ ਕੀ ਹੋ ਗਿਆ? ਕਈ। ਸੋ ਇੱਥੇ ਇੱਕ ਦੇ ਕੱਕੇ ਨੂੰ ਸਿਹਾਰੀ, ਇਹਦਾ ਅਰਥ ਹੈ ਕਈ, ਅਨੇਕਾਂ ਹੀ। ਇੱਕ ਦਾਤੇ ਇੱਕ ਭੇਖਾਰੀ ਜੀ, ਫਿਰ ਵੀ ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ, ਪਰ ਮੰਗਤੇ ਨੂੰ ਵੇਖ ਕੇ ਨਫ਼ਰਤ ਨਹੀਂ ਕਰਦਾ। ਮੈਨੂੰ ਤਾਂ ਲੱਗਦਾ ਮੇਰਿਆ ਮਾਲਕਾ ਤੂੰ ਹੀ ਸਾਰਿਆਂ ਵਿੱਚ ਬੈਠ ਕੇ ਚੋਜ ਕਰਦਾ, ਕਮਾਲ ਹੈ। ਦੇਖੋ ਅਸੀਂ ਮੰਗਤੇ ਨੂੰ ਵੇਖ ਕੇ ਵੀ ਰੱਬ ਦੇ ਗੁਣ ਗਾ ਸਕਦੇ ਹਾਂ। ਅਸਚਰਜਮਈ ਕੋਤ 'ਚ ਮੇਰੇ ਮਾਲਕਾ ਤੂੰ ਐਸੀ ਹਾਲਤ ਵਿੱਚ ਵੀ, ਇੱਕ ਦਾਤੇ ਨੂੰ ਵੇਖ ਕੇ ਵੀ ਮਾਲਕਾ ਤੂੰ ਇਸ ਹਾਲਤ ਵਿੱਚ ਵੀ। ਸਭ ਤੇਰੇ ਚੋਜ ਵਿਡਾਣਾ, ਇਹ ਸਾਰੇ ਤੇਰੇ ਹੀ ਅਸਚਰਜ ਤਮਾਸ਼ੇ ਹਨ, ਕਿਉਂਕਿ ਅਸਲ ਵਿੱਚ ਤੂੰ ਆਪੇ ਦਾਤਾ, ਤੂੰ ਆਪੇ ਹੀ ਦਾਤਾਂ ਦੇਣ ਵਾਲਾ ਹੈ, ਆਪੇ ਭੁਗਤਾ ਜੀ। ਭੁਗਤਾ ਮੈਨੇ ਵਰਤਣ ਵਾਲਾ, ਤੇ ਆਪ ਹੀ ਉਹਨਾਂ ਦਾਤਾਂ ਨੂੰ ਭੁਗਤਣ ਵਾਲਾ ਹੈ, ਵਰਤਣ ਵਾਲਾ ਹੈ। ਸਾਰੀ ਸ੍ਰਿਸ਼ਟੀ ਵਿੱਚ ਹੋਂ ਦਾ ਅਰਥ ਮੈਂ, ਤੁਧ ਬਿਨ ਮੇਰਿਆ ਮਾਲਕਾ ਤੇਰੇ ਤੋਂ ਬਿਨਾ ਅਵਰ ਨਾ ਜਾਣਾ, ਮੈਂ ਕਿਸੇ ਹੋਰ ਨੂੰ ਪਹਿਚਾਣਦਾ ਹੀ ਨਹੀਂ। ਸਾਰਿਆਂ ਵਿੱਚ ਮੈਨੂੰ ਨਜ਼ਰ ਹੀ ਤੂੰ ਆਉਂਦਾ ਹੈ। ਫਿਰ ਸਾਨੂੰ ਪਤਾ ਲੱਗੇਗਾ ਜਹਾਂ ਜਹਾਂ ਪੇਖੋਂ ਤਹ ਹਜ਼ੂਰ। ਹਜੇ ਪੜ੍ਹ ਰਹੇ ਹਾਂ, ਜਲੇ ਹੈ ਥਲੇ ਹੈ, ਕੇਵਲ ਪੜ੍ਹ ਰਹੇ ਹਾਂ, ਪਰ ਮਹਿਸੂਸ ਨਹੀਂ ਆਇਆ। ਜਿੱਥੇ ਜਿੱਥੇ ਮੈਂ ਦੇਖਦਾ ਤਿੱਥੇ ਤਿੱਥੇ ਤੂੰ, ਅਸੀਂ ਪੜ੍ਹ ਰਹੇ ਹਾਂ, ਪਰ ਜਦੋਂ ਇਸ ਗੱਲ ਨੂੰ ਸਮਝ ਜਾਵਾਂਗੇ ਫਿਰ ਅੰਦਰੋਂ ਆਵਾਜ਼ ਨਿਕਲੇਗੀ, ਹਾਂ ਤੁਧ ਬਿਨ ਅਵਰ ਨਾ ਜਾਣਾ, ਤੇਰੇ ਤੋਂ ਬਿਨਾ ਕੋਈ ਹੋਰ ਦਿਸ ਹੀ ਨਹੀਂ ਰਿਹਾ ਮੈਨੂੰ ਮੇਰੇ ਮਾਲਕਾ। ਤੂੰ ਪਾਰ ਬ੍ਰਹਮ ਬੇਅੰਤ, ਬੇਅੰਤ ਜੀ, ਤੂੰ ਬੇਅੰਤ ਪਾਰ ਬ੍ਰਹਮ ਹੈ। ਦੇਖੋ ਨਾ ਕੈਸੀ ਰੱਬ ਦੀ ਰਚਨਾ, ਆਲੇ ਦੁਆਲੇ ਕਿਤਨਾ ਬੇਅੰਤ ਹੈ। ਤੇਰੇ ਕਿਆ ਗੁਣ ਆਖ ਵਖਾਣਾ, ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾ ਗਾ ਕੇ ਦੱਸਾਂ, ਮੈਂ ਤੇਰੇ ਸਾਰੇ ਗੁਣ ਨਹੀਂ ਬਿਆਨ ਕਰ ਸਕਦਾ। ਜੋ ਸੇਵ ਹੈ, ਜੋ ਸੇਵ ਹੈ ਤੁਧ ਜੀ। ਹੇ ਮੇਰਿਆ ਮਾਲਕਾ, ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ, ਤੈਨੂੰ ਯਾਦ ਕਰਦੇ ਹਨ, ਤੈਨੂੰ ਯਾਦ ਕਰਦੇ ਹਨ, ਮੈਂ ਤੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਉਹਨਾਂ ਤੋਂ ਬਲਿਹਾਰੇ ਬਲਿਹਾਰੇ ਜਾਂਦਾ ਜੋ ਤੇਰੇ ਨਾਲ ਜੁੜੇ ਹਨ। ਇੱਕ ਦੂਏ ਨਾਲ ਨਫ਼ਰਤ ਕਰਨ ਵਾਲੇ ਤੇ ਬਹੁਤ ਨੇ, ਪਰ ਸਾਰਿਆਂ ਵਿੱਚ ਤੈਨੂੰ ਵੇਖ ਕੇ ਤੇਰੇ ਗੁਣ ਗਾਨ ਕਰਨ ਵਾਲੇ ਘੱਟ ਨੇ। ਮੈਂ ਉਹਨਾਂ ਤੋਂ ਬਲਿਹਾਰੇ ਜਾਣਾ ਜੋ ਤੈਨੂੰ ਸਿਮਰਦੇ ਹਨ। ਜਨ ਨਾਨਕ ਤਿੰਨ ਕੁਰਬਾਨਾ, ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ। ਮਨੁੱਖ ਦੀ ਇੱਕ ਬਿਰਤੀ ਰਹੀ ਹੈ ਪਹਿਲੇ ਦਿਨ ਤੋਂ ਅੱਜ ਤੱਕ, ਉਹ ਕੀ? ਇਹਦਾ ਗਰੀਬ ਤੋਂ ਬਿਨਾਂ ਇੱਕ ਪਲ ਵੀ ਕੰਮ ਨਹੀਂ ਚੱਲਦਾ। ਦੁਨੀਆ ਵਿੱਚ ਕੋਈ ਵੀ ਇਮਾਰਤ ਨਹੀਂ
ਜਿਹੜੀ ਕਦੇ ਆਪਣੇ ਆਪ ਦੀਆਂ ਕੁਝ ਇੱਟਾਂ ਧਰਤੀ ਦੀ ਕੁੱਖ ਵਿੱਚ ਨਹੀਂ ਛੁਪਾਉਂਦੀਆਂ। ਕੁਝ ਇੱਟਾਂ ਧਰਤੀ ਦੀ ਕੁੱਖ ਵਿੱਚ ਛੁਪੀਆਂ ਹੁੰਦੀਆਂ ਨੇ, ਤਦ ਹੀ ਚਬਾਰੇ ਵਾਲੀਆਂ ਇੱਟਾਂ ਸ਼ਿੰਗਾਰੀਆਂ ਹੁੰਦੀਆਂ ਨੇ, ਤਦ ਹੀ ਬਨੇਰੇ ਵਾਲੀਆਂ ਇੱਟਾਂ ਸ਼ਿੰਗਾਰੀਆਂ ਹੁੰਦੀਆਂ ਨੇ। ਜੇ ਕੋਈ ਬਨੇਰੇ ਵਾਲੀ ਇੱਟ ਸ਼ਿੰਗਾਰੀ ਹੋਈ ਮਾਣ ਕਰੇ, ਮੈਂ ਤੇ ਸਭ ਤੋਂ ਉੱਚੀ ਹਾਂ, ਮੈਂ ਤੇ ਬਹੁਤ ਚੰਗੀ ਹਾਂ, ਮੈਨੂੰ ਤੇ ਬੜਾ ਸ਼ਿੰਗਾਰਿਆ ਗਿਆ, ਕਿਉਂਕਿ ਨੀਹਾਂ ਨੂੰ ਸ਼ਿੰਗਾਰਿਆ ਨਹੀਂ ਜਾਂਦਾ। ਸ਼ਿੰਗਾਰਿਆ ਤੇ ਕੇਵਲ ਟੌਪ ਦੀਆਂ ਇੱਟਾਂ ਨੂੰ ਸ਼ਿੰਗਾਰਿਆ ਜਾਂਦਾ ਨਾ, ਉੱਤੇ ਜਾ ਕੇ ਸ਼ਿੰਗਾਰ ਹੁੰਦਾ ਜਿੰਨਾ ਘਰ ਦਾ ਸ਼ਿੰਗਾਰ ਹੁੰਦਾ, ਅੰਦਰ ਨਹੀਂ ਸ਼ਿੰਗਾਰ ਹੁੰਦਾ। ਹੁਣ ਜੇ ਕੋਈ ਉਤਲੀਆਂ ਇੱਟਾਂ ਇਹ ਮਾਣ ਕਰਨ ਭਈ ਅਸੀਂ ਬਹੁਤ ਸ਼ਿੰਗਾਰੀਆਂ ਹੋਈਆਂ, ਤਾਂ ਫਿਰ ਖਿਆਲ ਕਰਿਓ ਇੱਕ ਵਕਤ ਆਉਂਦਾ ਜਦੋਂ ਕਦੇ ਬਨੇਰੇ ਦੀਆਂ ਇੱਟਾਂ ਉਤਲੀਆਂ ਇੱਟਾਂ ਉਖੜ ਜਾਣ ਤੇ ਮਾਲਕ ਨੂੰ ਰਤੀ ਮਤਰ ਵੀ ਫਿਕਰ ਨਹੀਂ ਹੁੰਦਾ ਵੀ ਕੋਈ ਗੱਲ ਨਹੀਂ ਢਹਿ ਜਾਣਗੀਆਂ ਫੇਰ ਲਾ ਲਾਂਗੇ। ਪਰ ਜੇ ਕਿਤੇ ਨੀਂਹ ਦੀਆਂ ਇੱਟਾਂ ਹਿੱਲ ਜਾਣ ਤੇ ਬੰਦਾ ਉਸ ਰਾਤ ਆਪਣੇ ਘਰ ਵਿੱਚ ਨਹੀਂ ਜੇ ਸੌਂਦਾ, ਕਿਸੇ ਦੂਜੇ ਘਰ ਵਿੱਚ ਸੌਂਦਾ। ਹੁਣ ਨੀਂਹ ਦੀ ਇੱਟ ਹਿੱਲ ਗਈ ਹੈ, ਕਿਤੇ ਐਸਾ ਨਾ ਵਕਤ ਆਵੇ ਵੀ ਘਰ ਹੀ ਡਿੱਗ ਪਵੇ। ਇਸੇ ਤਰ੍ਹਾਂ ਜਿਹੜੀ ਸਾਡੇ ਜੀਵਨ ਦੀ ਕਹਾਣੀ ਹੈ ਨਾ, ਉਹ ਇਸੇ ਤਰ੍ਹਾਂ ਦੀ ਹੈ। ਹੁਣ ਧਿਆਨ ਮਾਰ ਕੇ ਦੇਖਿਓ, ਕਿਸੇ ਵੇਲੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇੱਕ ਕਿਤਾਬ ਲਿਖੀ ਸੀ ਖੁੱਲੇ ਘੁੰਡ, ਉਹ 'ਚ ਉਹਨਾਂ ਬੜਾ ਪਿਆਰਾ ਜ਼ਿਕਰ ਕੀਤਾ। ਹਾਲਾਂਕਿ ਉਹਨਾਂ ਦਾ ਸੁਭਾਅ ਕੁਛ ਹੋਰ ਤਰ੍ਹਾਂ ਦਾ ਸੀ, ਪਰ ਉਹਨਾਂ ਜ਼ਿਕਰ ਬੜਾ ਪਿਆਰਾ ਕੀਤਾ ਗਰੀਬ ਦੇ ਪੱਖ ਵਿੱਚ। ਉਹ ਲਿਖਦੇ ਨੇ, ਕਹਿਣ ਲੱਗੇ ਹੈਰਾਨੀ ਦੀ ਗੱਲ ਹੈ, ਗਰੀਬ ਸਾਰੀ ਜ਼ਿੰਦਗੀ ਦੂਜਿਆਂ ਨੂੰ ਤੁਸੀਂ ਕਹਿ ਕੇ ਆਪ ਤੂੰ ਸਹਾਰਦਾ। ਗਰੀਬ ਨੂੰ ਤੇ ਕੋਈ ਤੁਸੀਂ ਕਹਿ ਕੇ ਨਹੀਂ ਨਾ ਬੁਲਾਉਂਦਾ। ਆਮ ਕਰਕੇ ਦੇਖਿਓ ਆਪਣੀ ਜ਼ਿੰਦਗੀ ਦੇ ਵਿੱਚ, ਆਪਾਂ ਜਦੋਂ ਵੀ ਆਵਾਜ਼ ਮਾਰਾਂਗੇ ਸਾਡੇ ਜਿਤਨੇ ਖਰਬੇ ਸ਼ਬਦ ਨੇ ਉਹ ਅਸੀਂ ਗਰੀਬ ਲਈ ਵਰਤ ਲੈਂਦੇ ਹਾਂ। ਅਸੀਂ ਨਹੀਂ ਕਦੇ ਅਰਬ ਨਾਲ ਬੁਲਾਉਂਦੇ। ਜਿਹੜਾ ਦੂਜਿਆਂ ਨੂੰ ਜ਼ਿੰਦਗੀ ਪਰ ਤੁਸੀਂ ਕਹਿੰਦਾ ਪਰ ਆਪ ਜ਼ਿੰਦਗੀ ਪਰ ਤੂੰ ਸੁਣਦਾ, ਜਿਹੜਾ ਜ਼ਿੰਦਗੀ ਪਰ ਦੂਜਿਆਂ ਦੇ ਪੇਟ ਭਰਨ ਲਈ ਆਪ ਰੱਜ ਕੇ ਮਿਹਨਤ ਕਰਦਾ, ਜ਼ਿੰਦਗੀ ਪਰ ਆਪਣੇ ਬੱਚਿਆਂ ਨੂੰ ਰੱਜ ਕੇ ਨਹੀਂ ਖਵਾਉਂਦਾ, ਜਿਹੜਾ ਜ਼ਿੰਦਗੀ ਪਰ ਦੂਜਿਆਂ ਨੂੰ ਮਹੱਲ ਛੱਤ ਕੇ ਦਿੰਦਾ, ਉਹ ਜ਼ਿੰਦਗੀ ਪਰ ਆਪ ਫੁੱਟਪਾਥਾਂ ਤੇ ਸੌਂਦਾ, ਜਿਹੜਾ ਜ਼ਿੰਦਗੀ ਪਰ ਦੂਜੇ ਦੇ ਸੁੱਖਾਂ ਦੀ ਕਹਾਣੀ ਦੀ ਗੱਲ ਕਰਦਾ, ਉਹ ਜ਼ਿੰਦਗੀ ਪਰ ਆਪਣਾ ਜੀਵਨ ਦੁੱਖਾਂ 'ਚ ਗੁਜ਼ਾਰਦਾ। ਖਿਆਲ ਕਰਕੇ ਦੇਖਿਓ, ਜਿਹੜੇ ਅੱਜ ਅਮੀਰ ਲੋਕ ਨੇ, ਅਗਰ ਉਹਨਾਂ ਦੇ ਘਰ ਦੇ ਬਣੇ ਹੋਏ ਸੁੱਖ ਨੇ ਨਾ, ਉਹ ਕਿਸੇ ਗਰੀਬ ਦੇ ਕਾਰਨ ਹੋ ਸਕਦੇ ਨੇ। ਸਾਹਿਬ ਕਹਿੰਦੇ ਨੇ, ਭਲਿਆ ਜੇ ਤੂੰ ਰੱਬ ਨੂੰ ਮਿਲਣ ਚੱਲਿਆ ਹੈ ਨਾ, ਤੇ ਇੱਕ ਗੱਲ ਚੇਤਾ ਰੱਖੀ, ਗਰੀਬ ਵੀ ਉਸੇ ਦੀ ਕਿਰਤ ਹੈ, ਅਮੀਰ ਵੀ ਉਸੇ ਦੀ ਕਿਰਤ ਹੈ। ਤੇਰਾ ਇੱਕ ਸੁਭਾਅ ਹੈ ਮਨਾ, ਤੂੰ ਅਮੀਰਾਂ ਦੀਆਂ ਤਲੀਆਂ ਚੱਟਣਾ, ਤੂੰ ਗਰੀਬਾਂ ਤੋਂ ਨਫ਼ਰਤ ਕਰਦਾ। ਸੰਸਾਰ ਵਿੱਚ ਕਦੇ ਦੇਖਿਓ ਜੇ ਕਿਸੇ ਨੇ ਬਹੁਤ ਚੰਗੀਆਂ ਕੋਠੀਆਂ ਛੱਤੀਆਂ ਹੋਈਆਂ ਨੇ, ਉਹਨਾਂ ਦੇ ਅਗਰ ਕਿਤੇ ਗਰੀਬਾਂ ਦੇ ਕੁਆਟਰ ਬਣ ਜਾਣ, ਗਰੀਬਾਂ ਦੀਆਂ ਝੁੱਗੀਆਂ ਹੋਵਣ, ਹਾਲਾਂਕਿ ਗਰੀਬਾਂ ਦੀਆਂ ਝੁੱਗੀਆਂ ਵੱਖਰੀਆਂ ਨੇ, ਅਮੀਰਾਂ ਦੇ ਘਰ ਵੱਖਰੇ ਨੇ, ਉਹਨਾਂ ਘਰਾਂ ਦੀ ਕੀਮਤ ਘਟ ਜਾਂਦੀ ਹੈ ਜਿਨ੍ਹਾਂ ਘਰਾਂ ਅੱਗੇ ਗਰੀਬਾਂ ਦੀਆਂ ਝੁੱਗੀਆਂ ਪੈ ਜਾਣ। ਕਿਉਂਕਿ ਬੰਦਾ ਨਹੀਂ ਬਰਦਾਸ਼ਤ ਕਰਦਾ, ਗਰੀਬ ਤੋਂ ਬਿਨਾ ਮੇਰਾ ਸਰਦਾ ਵੀ ਨਹੀਂ, ਗਰੀਬ ਤੋਂ ਬਿਨਾ ਮੇਰਾ ਸਰਦਾ ਵੀ ਨਹੀਂ, ਪਰ ਗਰੀਬ ਨੂੰ ਮੈਂ ਚਾਹੁੰਦਾ ਵੀ ਨਹੀਂ ਮੇਰੇ ਨਾਲ ਆਵੇ। ਫਿਰ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ, ਭਲਿਆ ਜੇ ਤੈਨੂੰ ਹਰ ਕੋਈ ਦੁਨੀਆ ਦੇ ਅੰਦਰ ਠੋਕਰ ਮਾਰਦਾ ਨਾ, ਆ ਫਿਰ ਤੈਨੂੰ ਮੈਂ ਗਲਵੱਕੜੀ ਚ ਲਵਾਂਗਾ। ਮੇਰੇ ਘਰ ਜਿੰਨੀਆਂ ਵੀ ਚੀਜ਼ਾਂ ਨੇ ਨਾ, ਉਹ ਤੇਰੇ ਵਾਸਤੇ ਹੋਣਗੀਆਂ। ਆਪਾਂ ਕਹਿੰਦੇ ਗੁਰੂ ਗਰੀਬ ਨਵਾਜ਼, ਕੋਈ ਕਹਿੰਦਾ ਵੀ ਇੱਥੇ ਅਮੀਰ ਨਵਾਜ਼ ਹੈ, ਇੱਥੇ ਜਿਹੜੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ, ਕੋਈ ਕਹਿੰਦਾ ਵੀ ਇਹ ਅਮੀਰ ਦਾ ਮੂੰਹ ਹੈ। ਲੰਗਰ ਸ਼ਬਦ ਦੇ ਤੁਸੀਂ ਅਰਥ ਵਿਚਾਰੋਗੇ, ਲੰਗਰ ਦਾ ਅਰਥ ਵੀ ਹੁੰਦਾ ਸਹਾਰਾ। ਇਹ ਉਹਨਾਂ ਲੋਕਾਂ ਲਈ ਸਹਾਰਾ ਹੈ ਜਿਨ੍ਹਾਂ ਲੋਕਾਂ ਦਾ ਆਸਰਾ ਕੋਈ ਨਹੀਂ ਜੇ ਨਾ ਹੁੰਦਾ, ਉਹਨਾਂ ਲੋਕਾਂ ਲਈ ਆਸਰਾ ਹੁੰਦਾ ਹੈ, ਇੱਕ ਸਹਾਰਾ ਹੁੰਦਾ ਹੈ। ਦਸ ਇੱਕ ਛੋਟੀ ਜਿਹੀ ਗਾਥਾ ਕਹਿਣ ਲੱਗਿਆ। ਬਾਬਾ ਜੇਠਾ ਜੀ, ਇਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਪਿਆਰੇ ਬੋਲ ਨੇ, ਤੇ ਉਹਨਾਂ ਦੇ ਜੀਵਨ ਦੀ ਛੋਟੀ ਜਿਹੀ ਗਾਥਾ ਕਹਿਣ ਲੱਗਿਆ। ਸਮੇਂ ਦੇ ਮੁਤਾਬਕ ਮੈਂ ਕੋਸ਼ਿਸ਼ ਕਰਾਂਗਾ ਜਲਦੀ ਸਮਾਪਤ ਕਰਾਂ। ਨਾਨੀ ਨੇ ਅੱਜ ਰਾਤ ਨੂੰ, ਰਿਸ਼ਤੇ ਵਿੱਚ ਨਾਨੀ ਹੈ, ਉਹਨੇ ਅੱਜ ਰਾਤ ਨੂੰ ਚੂਨਾ ਮੰਡੀ ਲਾਹੌਰ, ਜਿੱਥੇ ਉਹਨਾਂ ਦਾ ਘਰ ਹੈ, ਉੱਥੇ ਆਪਣੇ ਦੋਤਰੇ ਨੂੰ ਕੋਲ ਬਿਠਾ ਕੇ ਇੱਕ ਗੱਲ ਕਹੀ। ਕਹਿਣ ਲੱਗੀ, ਪੁੱਤ ਵੇ,
ਸਵੇਰ ਹੁੰਦਿਆਂ ਸਾਰ ਆਪਾਂ ਇੱਥੋਂ ਟੁਰ ਜਾਣਾ ਹੈ। ਨਾਨੀ ਕਿਉਂ? ਪੁੱਤ ਕਦੇ ਤੇਰੀ ਮਾਂ ਚੜ੍ਹਾਈ ਕੀਤੀ ਸੀ, ਮੈਂ ਤੈਨੂੰ ਤੇਰੇ ਪਿਤਾ ਦੇ ਆਸਰੇ ਛੱਡ ਗਈ ਸਾਂ, ਪਰ ਚੰਦ ਰੋਜ਼ ਗੁਜ਼ਰੇ ਤੇਰਾ ਪਿਤਾ ਵੀ ਚੜ੍ਹਾਈ ਕਰ ਗਿਆ ਤੇ ਤੇਰੀ ਉਮਰ 7 ਕੁ ਸਾਲਾਂ ਦੀ ਹੈ। 7 ਸਾਲਾਂ ਦੇ ਬੱਚੇ ਨੂੰ ਮੈਂ ਇਕੱਲਾ ਘਰ ਵਿੱਚ ਕਿਵੇਂ ਛੱਡ ਜਾਵਾਂ? ਸਵੇਰੇ ਤੂੰ ਨਾਲ ਜਾਣ ਲਈ ਤਿਆਰ ਹੋ ਜਾਣਾ ਹੈ। ਇੱਥੇ ਹੁਣ ਤੇਰਾ ਕੋਈ ਨਹੀਂ ਹੈ। ਰਾਤ ਨੂੰ ਬੜਾ ਦਰਦ ਲੱਗਿਆ। ਕਦੇ ਮਾਂ ਨੂੰ ਯਾਦ ਕਰਦੇ ਨੇ, ਕਦੇ ਪਿਤਾ ਨੂੰ ਯਾਦ ਕਰਦੇ ਨੇ, ਕਦੇ ਮਿੱਤਰਾਂ ਨੂੰ ਯਾਦ ਕਰਦੇ ਨੇ, ਕਦੇ ਆਪਣੇ ਘਰ ਨੂੰ ਵੇਖਦੇ ਨੇ। ਸਵੇਰੇ ਮੈਂ ਛੱਡ ਕੇ ਟੁਰ ਜਾਣਾ ਹੈ। ਸਵੇਰ ਦਾ ਵਕਤ ਹੋਇਆ, ਜੋ ਨਿਤ ਦੀ ਕਿਰਿਆ ਸੀ ਵਿਹਲੇ ਹੋਏ, ਸਮਾਨ ਚੁੱਕਿਆ, ਨਾਨੀ ਨਾਲ ਤੁਰ ਪਏ। ਨਾਨੀ ਨੂੰ ਜਿੰਦਰਾ ਲਾਉਂਦਿਆਂ ਵੀ ਵੇਖਿਆ ਆਪਣੇ ਘਰ ਨੂੰ। ਦਿਲ ਨੇ ਠੰਡਾ ਹੋਂਕਾ ਭਰਿਆ, ਪਤਾ ਨਹੀਂ ਇਸ ਘਰ ਦਾ ਬੂਹਾ ਹੁਣ ਮੁੜ ਕਦੋਂ ਖੁੱਲ੍ਹਣਾ ਹੈ। ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਲਾਗੇ ਇੱਕ ਨਗਰ ਹੈ ਬਾਸਰ ਕੇ ਗਿੱਲਾਂ, ਉੱਥੇ ਨਾਨਕੇ ਨੇ ਬਾਬਾ ਜੇਠਾ ਜੀ ਦੇ। ਨਾਨਕੇ ਪਿੰਡ ਵਿੱਚ ਆ ਗਏ। ਇੱਥੇ ਆ ਕੇ 2 4 6 ਦਿਨ ਹੀ ਗੁਜ਼ਰੇ ਨੇ। ਨਾਨੀ ਨੇ ਇੱਕ ਗੱਲ ਕਹੀ, ਕਹਿਣ ਲੱਗੀ, ਪੁੱਤ ਵੇ, ਦਿਲ ਤੇ ਕਰਦਾ ਸੀ ਮੈਂ ਤੈਨੂੰ ਇੰਨਾ ਪਿਆਰ ਦਿੰਦੀ, ਤੇਰੀ ਮਾਂ ਵੀ ਤੈਨੂੰ ਭੁੱਲ ਜਾਂਦੀ, ਤੇਰਾ ਪਿਤਾ ਦਾ ਵਿਛੋੜਾ ਵੀ ਤੈਨੂੰ ਭੁੱਲ ਜਾਂਦਾ, ਪਰ ਮੈਂ ਤੇ ਖੁਦ ਮਜਬੂਰ ਹੈ। ਮੇਰੇ ਕੋਲ ਤੇ ਇੰਨੇ ਪੈਸੇ ਵੀ ਨਹੀਂ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਾਂ। ਹੁਣ ਇਉਂ ਕਰ, ਥੋੜਾ ਜਿਹਾ ਸਹਾਰਾ ਮੇਰਾ ਤੂੰ ਬਣ ਤੇ ਥੋੜਾ ਜਿਹਾ ਤੇਰਾ ਸਹਾਰਾ ਮੈਂ ਬਣਨੀ ਹੈ। ਆਪਾਂ ਇਉਂ ਕਰਿਆ ਕਰੀਏ, ਸਵੇਰ ਹੁੰਦਿਆਂ ਸਾਰ ਮੈਂ ਚਣੇ ਉਬਾਲ ਦਿਆ ਕਰਾਂਗੀ, ਉਹਨਾਂ ਨੂੰ ਨਮਕ ਮਿਰਚ ਲਾ ਦਿਆ ਕਰਾਂਗੀ। ਪੁੱਤ ਵੇ, ਇੱਕ ਟੋਕਰੀ 'ਚ ਪਾ ਦਿਆ ਕਰਾਂਗੀ, ਮੈਂ ਤੇਰੇ ਸਿਰ ਤੇ ਟੋਕਰੀ ਰੱਖ ਦਿਆ ਕਰਾਂਗੀ ਤੇ ਮੈਂ ਚੰਗਾ ਜਿਹਾ ਪਰਨਾ ਬੰਨ੍ਹ ਕੇ, ਤਾਂ ਕਿ ਤੇਰੇ ਸਿਰ ਵਿੱਚ ਟੋਕਰੀ ਚੁਭੇ ਨਾ, ਮੈਂ ਟੋਕਰੀ ਰੱਖ ਕੇ ਤੇਰੇ ਸਿਰ ਦੇ ਉੱਤੇ ਤੈਨੂੰ ਸਿਖਾਵਾਂਗੀ ਤੂੰ ਗਲੀ ਗਲੀ ਕਿਵੇਂ ਹੋਕੇ ਦੇਣੇ ਨੇ। ਪੁੱਤ ਵੇ, ਜਿੱਥੇ ਬੱਚੇ ਖੇਡਦੇ ਹੋਣਗੇ ਵੇਖੀ ਕਿਤੇ ਟੋਕਰੀ ਰੱਖ ਕੇ ਤੂੰ ਖੇਡਣ ਨਾ ਲੱਗ ਜਾਵੀਂ। ਉਹਦਾ ਕਾਰਨ ਹੈ ਕਿਉਂਕਿ ਤੂੰ ਸ਼ਾਮ ਤੱਕ ਘੁੰਗਣੀਆਂ ਵੇਚਣੀਆਂ ਨੇ। ਜਿਹੜੇ ਰਾਹਾਂ ਤੇ ਲੋਕ ਲੰਘਦੇ ਨੇ ਤੂੰ ਉੱਥੇ ਖਲੋਣਾ ਹੈ, ਤੂੰ ਬੜੇ ਪਿਆਰ ਨਾਲ ਬੋਲਣਾ ਹੈ। ਸਾਰੀਆਂ ਗੱਲਾਂ ਨਾਨੀ ਨੇ ਸਮਝਾ ਕੇ ਸਿਰ ਤੇ ਟੋਕਰੀ ਰੱਖ ਕੇ ਰੋਜ਼ ਘੁੰਗਣੀਆਂ ਵੇਚਣ ਭੇਜ ਦੇਣਾ। ਬਾਬੇ ਜੇਠੇ ਨੇ ਸਵੇਰ ਹੋਣੀ, ਸਵੇਰ ਤੋਂ ਸ਼ਾਮ ਤੱਕ ਘੁੰਗਣੀਆਂ ਵੇਚਦੀਆਂ। ਕਦੇ ਲੱਤਾਂ ਥੱਕ ਜਾਣੀਆਂ, ਕਦੇ ਪੈਰ ਥੱਕ ਜਾਣੇ, ਕਦੇ ਪ੍ਰਸ਼ਾਦਾ ਵੀ ਨਾ ਛਕਣ ਨੂੰ ਮਿਲਣਾ। ਰਾਤ ਨੂੰ ਵਕਤ ਆਉਣਾ, ਨਾਨੀ ਦੀ ਗੋਦ ਵਿੱਚ ਆ ਜਾਣਾ। ਅੱਜ ਫਿਰ ਘੁੰਗਣੀਆਂ ਲਈਆਂ, ਘਰੋਂ ਤੁਰੇ ਨੇ, ਕੁਝ ਦੂਰੀ ਤੇ ਗਏ, ਹਾਲੇ ਆਵਾਜ਼ ਦਿੱਤੀ ਹੈ ਕੋਈ ਘੁੰਗਣੀਆਂ ਛਕ ਲਓ। ਤੇ ਜਦੋਂ ਆਵਾਜ਼ ਸੁਣੀ ਤੇ ਇੱਕ ਪਿੱਛੋਂ ਆਵਾਜ਼ ਆਈ, ਕਹਿਣ ਲੱਗੇ, ਉਹ ਪੁੱਤਰਾ, ਕਦਮ ਨਾ ਰੁਕੇ। ਮੈਨੂੰ ਤੇ ਪੁੱਤ ਕਹਿਣ ਵਾਲੇ ਕਦੋਂ ਦੇ ਟੁਰ ਗਏ, ਮੈਨੂੰ ਕਿਹਨੇ ਪੁੱਤ ਕਹਿਣਾ? ਕਿਸੇ ਦੀ ਮਾਂ ਆਵਾਜ਼ ਮਾਰਦੀ ਹੋਵੇਗੀ, ਕਿਸੇ ਦਾ ਪਿਤਾ ਆਵਾਜ਼ ਮਾਰਦਾ ਹੋਵੇਗਾ, ਪਰ ਅਚਾਨਕ ਆਵਾਜ਼ ਆਈ, ਉਹ ਘੁੰਗਣੀਆਂ ਵਾਲੇ ਪੁੱਤਰਾ। ਕਦਮ ਰੁਕ ਗਏ ਤਾਂ ਮੇਰੇ ਲਈ ਆਵਾਜ਼ ਆਈ ਹੈ। ਪਿੱਛਾ ਪਰਤ ਕੇ ਵੇਖਿਆ, ਏਡੇ ਪਿਆਰ ਨਾਲ ਕੌਣ ਬੁਲਾਉਣ ਵਾਲਾ? ਇੱਕ ਫਕੀਰ ਖਲੋਤਾ ਹੈ। ਉਹਨੇ ਬਚਨ ਵਾਪਸ ਆ ਗਏ। ਕਹਿਣ ਲੱਗੇ, ਦੱਸੋ? ਕਹਿਣ ਲੱਗੇ, ਮੈਨੂੰ ਭੁੱਖ ਬੜੀ ਲੱਗੀ ਹੈ, ਮੈਨੂੰ 2 ਦਿਨ ਹੋ ਗਏ ਪ੍ਰਸ਼ਾਦਾ ਨਹੀਂ ਮਿਲਿਆ, ਤੇ ਮੈਨੂੰ ਇਹ ਘੁੰਗਣੀਆਂ ਛਕਣੀਆਂ ਨੇ, ਤੇ ਤੁਸੀਂ ਛਕਾ ਦਿਓਗੇ? ਉਹਨਾਂ ਉਸੇ ਵੇਲੇ ਟੋਕਰੀ ਥੱਲੇ ਉਤਾਰੀ, ਬੁੱਕ ਭਰਿਆ ਤੇ ਉਹਦੇ ਬੁੱਕ ਵਿੱਚ ਪਾਉਣ ਲੱਗੇ ਨੇ ਘੁੰਗਣੀਆਂ। ਉਸੇ ਵੇਲੇ ਫਕੀਰ ਰੁਕ ਗਿਆ। ਕਹਿਣ ਲੱਗਿਆ, ਨਹੀਂ, ਭੁੱਖ ਤੇ ਬੜੀ ਲੱਗੀ ਹੈ, ਪਰ ਇੱਕ ਗੱਲ ਮੈਨੂੰ ਰੋਕਦੀ ਹੈ। ਉਹ ਇਹ ਰੋਕਦੀ ਹੈ ਭਈ ਤੂੰ ਵੀ ਤੇ ਕਿਸੇ ਗਰੀਬ ਘਰ ਦਾ ਬੱਚਾ ਹੋਵੇਂਗਾ ਨਹੀਂ। ਐਡੇ ਛੋਟੇ ਬੱਚੇ ਨੂੰ, 7 ਕੁ ਸਾਲਾਂ ਦੇ ਬੱਚੇ ਨੂੰ ਕੌਣ ਘੁੰਗਣੀਆਂ ਵੇਚਣ ਤੋਰਦਾ ਹੈ? ਏਡੇ ਏਡੇ ਬੱਚਿਆਂ ਨੂੰ ਤੇ ਮਾਵਾਂ ਗੋਦਾਂ ਵਿੱਚੋਂ ਨਹੀਂ ਕੱਢਦੀਆਂ, ਤੇ ਤੂੰ ਐਡੀ ਦੂਰ ਘੁੰਗਣੀਆਂ ਵੇਚਣ ਆਇਆ ਹੋਇਆ ਹੈ, ਤੇ ਕੋਈ ਨਾ ਕੋਈ ਕਾਰਨ ਹੋਵੇਗਾ। ਤੇਰੇ ਘਰ 'ਚ ਵੀ ਗਰੀਬੀ ਹੋਵੇਗੀ। ਚਲੋ ਕੋਈ ਗੱਲ ਨਹੀਂ, ਮੈਂ ਨਹੀਂ ਖਾਂਦਾ, ਭੁੱਖ ਮੈਨੂੰ ਬਹੁਤ ਹੈ, ਪਰ ਤੇਰੇ ਕੋਲ ਵੀ ਪੈਸਾ ਕੋਈ ਨਹੀਂ ਲੱਗਦਾ। ਬਾਬੇ ਜੇਠੇ ਨੇ ਅੱਜ ਪਹਿਲੀ ਵਾਰੀ ਦਿਲ ਖੁੱਲ੍ਹ ਕੇ ਗੱਲਾਂ ਕੀਤੀਆਂ।
ਕਹਿਣ ਲੱਗੇ ਬਾਬਾ ਜੀ ਤੁਸੀਂ ਆਪਣੀਆਂ ਗੱਲਾਂ ਕਰੀ ਜਾਂਦੇ ਹੋ, ਮੇਰੀ ਤੇ ਸੁਣ ਲਓ। ਦੱਸ ਪੁੱਤਰਾ ਤੂੰ ਕੀ ਦੱਸਣਾ ਚਾਹੁੰਦਾ ਹੈ? ਬਾਬਾ ਮੇਰੀ ਉਮਰ ਨਾ ਵੇਖ ਛੋਟੀ ਜਿਹੀ, ਮੇਰੀ ਉਮਰ ਤੇ ਛੋਟੀ ਜਿਹੀ ਹੈ, ਪਰ ਮੇਰੀ ਉਮਰ ਵੱਲ ਨਾ ਵੇਖ। ਮੈਂ ਦੁੱਖ ਵੀ ਕੱਟੇ ਹੋਏ ਨੇ, ਮੈਂ ਭੁੱਖ ਵੀ ਸਹਾਰੀ ਹੋਈ ਹੈ। ਪੁੱਤਰਾ ਉਹ ਕਿਵੇਂ? ਬਾਬਾ ਮੈਂ 7 ਸਾਲਾਂ ਦਾ ਵੀ ਨਹੀਂ ਸਾਂ ਜਦੋਂ ਮੈਂ ਆਪਣੀ ਮਾਂ ਦੀ ਅਰਥੀ ਉੱਠਦੀ ਵੇਖੀ। ਬਾਬਾ ਮੈਂ 7 ਸਾਲਾਂ ਦਾ ਵੀ ਨਹੀਂ ਸਾਂ ਜਦੋਂ ਮੈਂ ਆਪਣੇ ਪਿਓ ਦੀ ਅਰਥੀ ਉੱਠਦੀ ਵੇਖੀ। ਬਾਬਾ ਮੈਂ 7 ਸਾਲਾਂ ਦਾ ਵੀ ਨਹੀਂ ਸਾਂ ਜਦੋਂ ਮੈਂ ਆਪਣੇ ਘਰ ਦੇ ਵਿਹੜੇ ਨੂੰ ਖਾਲੀ ਹੁੰਦਿਆਂ ਵੇਖਿਆ। ਮੈਂ ਆਪਣੇ ਘਰ ਨੂੰ ਜਿੰਦਰਾ ਲੱਗਦਿਆਂ ਵੇਖਿਆ। ਮੈਂ ਆਪਣੀ ਨਾਨੀ ਦੀ ਉਂਗਲ ਪਕੜ ਕੇ ਆ ਗਿਆ। ਹੁਣ ਵੀ ਮੈਂ ਵੇਖਣਾ ਮਾਵਾਂ ਤਿਆਰ ਕਰਕੇ ਆਪਣੇ ਪੁੱਤਰਾਂ ਨੂੰ ਕੋਈ ਸਕੂਲੇ ਭੇਜਦੀ, ਕੋਈ ਕਿਧਰੇ ਭੇਜਦੀ ਹੈ, ਕਿਸੇ ਵਿਦਿਆ ਲੈਣ ਵਾਸਤੇ ਭੇਜਦੀ ਹੈ, ਪਰ ਮੇਰੀ ਨਾਨੀ ਸਵੇਰੇ ਘੁੰਗੜੀਆਂ ਦੀ ਟੋਕਰੀ ਰੱਖ ਕੇ ਮੈਨੂੰ ਭੇਜ ਦਿੰਦੀ ਹੈ। ਮੈਨੂੰ ਪਤਾ ਉਹ ਜੇਠਿਆ ਤੇਰੀ ਮਾਂ ਨਹੀਂ ਹੈ, ਮੈਨੂੰ ਪਤਾ ਉਹ ਜੇਠਿਆ ਤੇਰਾ ਪਿਤਾ ਨਹੀਂ ਹੈ, ਤੂੰ ਖੇਡ ਨਹੀਂ ਸਕਦਾ, ਤੇਰੀ ਉਮਰ ਖੇਡਣ ਦੀ ਹੈ, ਤੂੰ ਵਿਦਿਆ ਪੜ੍ਹ ਨਹੀਂ ਸਕਦਾ, ਤੇਰਾ ਵਕਤ ਪੜ੍ਹਨ ਦਾ। ਮੈਨੂੰ ਪਤਾ ਮੈਂ ਘੁੰਗੜੀਆਂ ਵੇਚਣੀਆਂ ਨੇ, ਸ਼ਾਮ ਤੱਕ ਘਰ ਆਉਣਾ ਹੈ। ਸਾਰਿਆਂ ਦੀਆਂ ਮਾਵਾਂ ਪੁੱਛ ਲੈਂਦੀਆਂ ਨੇ, ਜ਼ਬਰਦਸਤੀ ਖਵਾਉਂਦੀਆਂ ਨੇ ਸਾਡਾ ਬੱਚਾ ਖਾ ਲਵੇ। ਬਾਬਾ ਮੇਰੀ ਮਾਂ ਨਹੀਂ ਹੈ, ਮੇਰਾ ਦਿਲ ਕਰੇ ਮੈਂ ਖਾ ਲੈਣਾ, ਮੇਰਾ ਦਿਲ ਕਰੇ ਮੈਂ ਸੌਂ ਜਾਣਾ। ਸੱਚ ਕਰਕੇ ਜਾਣੀ ਮੇਰੀਆਂ ਅੱਖਾਂ ਦੇ ਅਥਰੂ ਆਪੇ ਹੀ ਆ ਜਾਂਦੇ ਨੇ, ਆਪੇ ਹੀ ਸੁੱਕ ਜਾਂਦੇ ਨੇ, ਕੋਈ ਨਹੀਂ ਜੇ ਇਹਨਾਂ ਨੂੰ ਪੂੰਝਣ ਵਾਲਾ। ਤੋ ਘੁੰਗੜੀਆਂ ਛਕ ਲੈ। ਘੁੰਗੜੀਆਂ ਛਕਾਉਂਦੇ ਗਏ, ਕੁਝ ਹੋਰ ਸੁਭਾਗੇ ਆ ਕੇ ਬੈਠ ਗਏ, ਉਹ ਵੀ ਛਕਦੇ ਗਏ। ਸਾਰੀਆਂ ਘੁੰਗੜੀਆਂ ਛਕਾ ਕੇ ਟੋਕਰੀ ਖਾਲੀ ਕਰਕੇ ਘਰ ਵਾਪਸ ਪਰਤ ਆਏ। ਜਦੋਂ ਵਾਪਸ ਪਰਤੇ ਤੇ ਬੜੀ ਖੁਸ਼ੀ ਦੇ ਨਾਲ ਨਾਨੀ ਪੁੱਛਦੀ ਏ, ਕਹਿਣ ਲੱਗੀ ਪੁੱਤਰ ਜਲਦੀ ਆ ਗਏ ਹੈ? ਕਹਿਣ ਲੱਗਿਆ ਹਾਂ ਨਾਨੀ, ਅੱਜ ਮੈਂ ਆਪਣੇ ਸਾਥੀਆਂ ਨਾਲ ਖੇਡਾਂਗਾ, ਅੱਜ ਜਲਦੀ ਘੁੰਗੜੀਆਂ ਵਿਕ ਗਈਆਂ। ਨਾਨੀ ਕਹਿਣ ਲੱਗੀ ਪੁੱਤਰ ਐਡੀ ਜਲਦੀ ਕਿਵੇਂ ਵਿਕੀਆਂ? ਕੁਝ ਸਸਤੀਆਂ ਵੇਚ ਆਇਆ ਹੋਵੇਗਾ। ਨਹੀਂ ਨਾਨੀ ਅੱਜ ਤੇ ਬੜੀਆਂ ਮਹਿੰਗੀਆਂ ਵਿਕੀਆਂ ਨੇ। ਪੁੱਤ ਵੇ ਲਿਆ ਪੈਸੇ ਦੇ, ਕਿੰਨੀਆਂ ਕੁ ਮਹਿੰਗੀਆਂ ਵਿਕੀਆਂ ਨੇ, ਕੋਈ ਭੁਲੇਖੇ ਨਾਲ ਨਾ ਲੈ ਗਿਆ ਹੋਵੇ। ਨਾਨੀ ਅੱਜ ਪੈਸੇ ਨਹੀਂ ਮਿਲੇ। ਨਾਨੀ ਦੀ ਗੋਦ ਵਿੱਚ ਬੈਠ ਕੇ ਪਿਆਰ ਨਾਲ ਗਲਵੱਕੜੀ ਪਾ ਲਈ। ਨਾਨੀ ਅੱਜ ਪੈਸਿਆਂ ਦੀਆਂ ਨਹੀਂ ਵਿਕੀਆਂ। ਪੁੱਤ ਹੋਰ ਕਾਹਦੀਆਂ ਵਿਕੀਆਂ ਨੇ? ਨਾਨੀ ਤੈਨੂੰ ਸੱਚ ਦੱਸਾਂ, ਅੱਜ ਇੱਕ ਬਾਬੇ ਨੇ ਮੈਨੂੰ ਪੁੱਤ ਕਿਹਾ। ਸੱਚ ਕਰਕੇ ਜਾਣੀ ਮੇਰਾ ਦਿਲ ਭਰ ਆਇਆ। ਮੇਰੇ ਕੰਨਾਂ ਨੇ ਬੜੇ ਚਿਰਾਂ ਬਾਅਦ ਕਿਸੇ ਕੋਲੋਂ ਪੁੱਤ ਸ਼ਬਦ ਸੁਣਿਆ ਸੀ, ਮੇਰਾ ਦਿਲ ਭਰ ਆਇਆ। ਨਾਨੀ ਮੇਰਾ ਜੀ ਕਰਿਆ ਮੈਂ ਸਾਰੀਆਂ ਘੁੰਗੜੀਆਂ ਛਕਾ ਦਿੱਤੀਆਂ। ਛਕਦੇ ਗਏ ਲੋਕ, ਮੈਂ ਛਕਾਉਂਦਾ ਗਿਆ, ਸਾਰੀਆਂ ਘੁੰਗੜੀਆਂ ਛਕਾ ਕੇ ਮੈਂ ਆਇਆ। ਅੱਜ ਮੈਂ ਵਪਾਰ ਨਹੀਂ ਕੀਤਾ ਨਾਨੀ, ਅੱਜ ਮੈਂ ਪਿਆਰ ਕਰਕੇ ਆਇਆ। ਨਾਨੀ ਗੱਲਾਂ ਸੁਣਦੀ ਏ, ਉਹਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ। ਜਦੋਂ ਉਸ ਬਾਬੇ ਜੇਠੇ ਦੀ ਨਜ਼ਰੀ ਪਏ, ਆਪਣੀ ਨਾਨੀ ਦਾ ਦੁਪੱਟਾ ਪਕੜਿਆ, ਉਹਦੇ ਅਥਰੂ ਪੂੰਝਣ ਲੱਗ ਪਏ। ਨਾਨੀ ਮੈਂ ਤੇਰੇ ਨਾਲ ਵਾਅਦਾ ਕਰਨਾ, ਕੱਲ ਕੋਈ ਕਿੱਡਾ ਹੀ ਲੋੜਵੰਦ ਹੋਵੇ, ਮਿੰਨਤਾਂ ਕਰੇ ਮੇਰੀਆਂ, ਮੈਂ ਉਹਨੂੰ ਘੁੰਗੜੀਆਂ ਨਹੀਂ ਛਕਾਵਾਂਗਾ, ਪਰ ਤੂੰ ਰੋ ਨਾ, ਮੇਰੇ ਕੋਲੋਂ ਅਥਰੂ ਵੇਖੇ ਨਹੀਂ ਜਾਂਦੇ। ਨਾਨੀ ਤੂੰ ਹੀ ਤਾਂ ਮੇਰਾ ਇੱਕ ਸਹਾਰਾ ਹੈ, ਤੇ ਤੂੰ ਵੀ ਰੋਣ ਲੱਗ ਪਈ। ਮੈਂ ਦੱਸ ਕਿਵੇਂ ਆਪਣੇ ਜੀਵਨ ਦੀਆਂ ਖੁਸ਼ੀਆਂ ਮਨਾਵਾਂਗਾ? ਤੂੰ ਰੋ ਨਾ, ਮੈਂ ਤੇਰੇ ਨਾਲ ਵਾਅਦਾ ਕਰਨਾ, ਮੈਂ ਘੁੰਗੜੀਆਂ ਮੁਫਤ ਨਹੀਂ ਦਿਆਂਗਾ। ਨਾਨੀ ਨੇ ਕੁੱਟ ਕੇ ਗਲਵੱਕੜੀ ਚ ਲਿਆ। ਕਹਿਣ ਲੱਗੀ ਪੁੱਤ ਵੇ ਮੈਂ ਤੇਰੇ ਘੁੰਗੜੀਆਂ ਮੁਫਤ ਵਿੱਚ ਦੇਣ ਲਈ ਨਹੀਂ ਰੋਂਦੀ। ਨਾਨੀ ਹੋਰ ਤੇ ਮੈਂ ਕਦੇ ਸ਼ਰਾਰਤੀ ਨਹੀਂ ਕਰਦਾ, ਮੈਨੂੰ ਪਤਾ ਮੇਰੀ ਮਾਂ ਨਹੀਂ ਹੈ, ਮੈਨੂੰ ਪਤਾ ਮੇਰਾ ਪਿਤਾ ਨਹੀਂ ਹੈ, ਹੋਰ ਤੇ ਮੈਂ ਸ਼ਰਾਰਤੀ ਕੋਈ ਨਹੀਂ ਕਰਦਾ। ਮੈਂ ਤੇ ਘੁੰਗੜੀਆਂ ਅੱਜ ਮੁਫਤ ਵਿੱਚ ਦਿੱਤੀਆਂ ਨੇ। ਨਾਨੀ ਕਹਿਣ ਲੱਗੀ ਪੁੱਤ ਵੇ ਮੈਂ ਤੇਰੇ ਅੱਗੇ ਨਹੀਂ ਰੋਂਦੀ, ਮੈਂ ਤੇ ਉਸ ਰੱਬ ਅੱਗੇ ਰੋਨੀ, ਪਰਮੇਸ਼ਰ ਅੱਗੇ ਰੋਨੀ ਹੈ, ਜਿਹੜੇ ਰੱਬ ਨੇ ਕਿਰਪਾ ਕੀਤੀ, ਤੈਨੂੰ ਦਿਲ ਬਾਦਸ਼ਾਹਾਂ ਵਰਗਾ ਦਿੱਤਾ, ਤੈਨੂੰ ਹੱਥ ਬਾਦਸ਼ਾਹਾਂ ਵਰਗੇ ਦਿੱਤੇ ਨੇ। ਮੈਂ ਰੱਬ ਅੱਗੇ ਰੋਨੀ ਹਾਂ, ਤੈਨੂੰ ਖਜ਼ਾਨੇ ਕਿਉਂ ਕੰਗਾਲਾਂ ਵਰਗੇ ਦਿੱਤੇ ਨੇ, ਤੈਨੂੰ ਖਜ਼ਾਨੇ ਕਿਉਂ ਬਾਦਸ਼ਾਹਾਂ ਵਰਗੇ ਨਹੀਂ ਦਿੱਤੇ? ਤੇ ਪਤਾ ਨਹੀਂ ਉਹ ਨਾਨੀ ਦੀ ਅਰਦਾਸ ਪਤਾ ਨਹੀਂ ਕਿਸੇ ਰੱਬ ਦੇ ਦਹਲੀਜ਼ ਤੇ ਕਿਵੇਂ ਐਡੀ ਕਬੂਲ ਹੋ ਗਈ। ਅੱਜ ਤੁਸੀਂ ਗੁਰੂ ਰਾਮਦਾਸ ਦਾ ਘਰ ਦੇਖ ਲਿਓ,
ਦੁਨੀਆ ਦੇ ਅਮੀਰ ਤੋਂ ਅਮੀਰ ਸ਼ਹਿਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਗਰੀਬ ਭੁੱਖਾ ਸੌ ਜਾਂਦਾ ਹੋਵੇਗਾ, ਪਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੇਰੀ ਨਗਰੀ 'ਚ ਕਦੇ ਕੋਈ ਗਰੀਬ ਭੁੱਖਾ ਨਹੀਂ ਸੌਂਦਾ, ਕਿਉਂਕਿ ਉਹ ਗਰੀਬ ਨੂੰ ਪਤਾ ਵੀ ਅੰਦਰ ਬੈਠਾ ਮੇਰਾ ਜਿਹੜਾ ਦਾਤਾ ਹੈ ਨਾ, ਉਹ ਗਰੀਬ ਨਵਾਜ਼ ਹੈ। ਦੁਨੀਆ ਵਿੱਚ ਕਿਤੇ ਵੀ ਕੋਈ ਗਰੀਬ ਐਡੇ ਮਾਣ ਨਾਲ ਨਹੀਂ ਜਾਂਦਾ ਹੋਵੇਗਾ ਜਿੱਡੇ ਮਾਣ ਨਾਲ ਗਰੀਬ ਇਸ ਦਰ ਤੇ ਆਉਂਦਾ ਤੇ ਆ ਕੇ ਥਾਲੀ ਚੁੱਕਦਾ, ਪ੍ਰਸ਼ਾਦਾ ਛਕਦਾ, ਬੜੇ ਮਾਣ ਨਾਲ ਉਹ ਕਿਸੇ ਅਮੀਰ ਅੱਗੇ ਆਪਣੇ ਭਾਂਡੇ ਰੱਖ ਕੇ ਚਲਾ ਜਾਂਦਾ। ਅਮੀਰ ਬੰਦਾ ਉੱਥੇ ਭਾਂਡਿਆਂ ਦੀ ਸੇਵਾ ਕਰਦਾ ਹੁੰਦਾ। ਅਗਰ ਗਰੀਬ ਨੂੰ ਕੋਈ ਸਨਮਾਨ ਮਿਲਦਾ ਤੇ ਇੱਕ ਗੁਰੂ ਗਰੀਬ ਨਵਾਜ਼ ਦਾ ਘਰ ਹੈ। ਆਪਣੇ ਮਨ ਅੰਦਰ ਇੱਕ ਵਿਸ਼ਵਾਸ ਬਣਾਈਏ, ਜੇ ਰਹਿਰਾਸ ਸਾਹਿਬ ਦਾ ਪਾਠ ਕਰਨੇ ਆ ਨਾ, ਦਾਤਿਆ ਮੇਰੀ ਬਿਰਤੀ ਬਣਾ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਮੇਰਾ ਜੀਵਨ ਇਹੋ ਜਿਹਾ ਬਣ ਜਾਏ ਮੈਂ ਕਿਸੇ ਨਿੱਕੇ ਮੰਗਤੇ ਨੂੰ ਦੇਖ ਕੇ ਨਫ਼ਰਤ ਨਾ ਕਰਾਂ, ਤੇਰਾ ਸ਼ੁਕਰ ਕਰਾਂ ਤੂੰ ਕਿਰਪਾ ਕੀਤੀ, ਮੈਨੂੰ ਘਰ ਵਿੱਚ ਪ੍ਰਸ਼ਾਦ ਪਾਣੀ ਦਿੱਤਾ, ਇਹਨੂੰ ਬੂਹੇ ਬੂਹੇ ਤੇ ਮੰਗ ਮੰਗ ਕੇ ਖਾਣ ਲਈ ਦਿੱਤਾ, ਪਰ ਮੈਂ ਇਹਦੇ ਨਾਲ ਇਤਰਾਜ਼ ਨਾ ਕਰਾਂ, ਮੈਂ ਉਹਦੇ ਨਾਲ ਵੀ ਓਨਾ ਹੀ ਪਿਆਰ ਕਰਾਂ। ਮੈਨੂੰ ਇੱਕ ਸੇਵਕ ਵਿੱਚੋਂ ਵੀ ਤੂੰ ਦਿਸੇ, ਮੈਨੂੰ ਇੱਕ ਦਾਤੇ ਵਿੱਚੋਂ ਵੀ ਤੂੰ ਦਿਸੇ, ਮੈਨੂੰ ਇੱਕ ਮੰਗਤੇ ਵਿੱਚੋਂ ਵੀ ਤੂੰ ਦਿਸੇ, ਮੈਨੂੰ ਤੇਰੇ ਤੋਂ ਬਿਨਾਂ ਕੋਈ ਨਾ ਦਿਸੇ। ਮੈਨੂੰ ਇਹ ਪਤਾ ਲੱਗੇ ਫਿਰ ਵੀ ਜਿਹੜੇ ਤੇਰੀ ਇਬਾਦਤ ਕਰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ। ਜੇ ਰਹਿਰਾਸ ਪੜ੍ਹੀਏ ਪਰ ਚਿੱਤ ਵਿੱਚ ਧਾਰਨ ਨਾ ਕਰੀਏ, ਬੜੇ ਦੋਸ਼ੀ ਹੋਵਾਂਗੇ। ਆਓ ਖਿਆਲ ਕਰੀਏ, ਮਾਲਕ ਕਿਰਪਾ ਕਰ, ਬਖਸ਼ਿਸ਼ ਕਰ, ਸਾਡੇ ਤੇ ਰਹਿਮਤ ਕਰ। ਅਸੀਂ ਤੇਰੀ ਰਹਿਰਾਸ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸੰਸਾਰ ਦੇ ਅੰਦਰ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰ ਸਕੀਏ, ਸਾਡੇ ਵਿਹਾਰ ਵਿੱਚ ਕੋਈ ਅੰਤਰ ਨਾ ਹੋਵੇ ਜੀ। ਹਰ ਧਿਆਵੇਂ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਘਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਹਰ ਇੱਕ ਮਨੁੱਖ ਦੀ ਇਹ ਇੱਛਾ ਹੈ ਕਿ ਉਹਦੇ ਜੀਵਨ ਵਿੱਚ ਸੁੱਖ ਆ ਜਾਣ। ਹਰ ਇੱਕ ਮਨੁੱਖ ਇਹ ਚਾਹੁੰਦਾ ਹੈ ਮੈਨੂੰ ਮੁਕਤੀ ਮਿਲ ਜਾਏ। ਹਰ ਇੱਕ ਚਾਹੁੰਦਾ ਹੈ ਕਿ ਮੈਨੂੰ ਜਮਾਂ ਦਾ ਮੂੰਹ ਨਾ ਵੇਖਣਾ ਪਵੇ। ਹਰ ਇੱਕ ਮਨੁੱਖ ਚਾਹੁੰਦਾ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਡਰ ਨਾ ਰਹੇ ਜੀਵਨ ਦੇ ਵਿੱਚ। ਹਰ ਇੱਕ ਚਾਹੁੰਦਾ ਹੈ ਕਿ ਮੇਰਾ ਮਿਲਾਪ ਰੱਬ ਨਾਲ ਹੋ ਜਾਏ। ਹਰ ਕੋਈ ਚਾਹੁੰਦਾ ਹੈ ਕਿ ਮੈਂ ਧੰਤਾ ਦੇ ਯੋਗ ਹੋ ਜਾਵਾਂ। ਇਹ ਜੋ ਆਪਨੇ ਪਾਵਨ ਪੰਕਤੀਆਂ ਪੜ੍ਹੀਆਂ ਨੇ ਨਾ, ਇਹਦੇ ਵਿੱਚ ਸਭ ਕੁਝ ਹੋਣ ਦਾ ਤਰੀਕਾ ਦੱਸਿਆ ਹੋਇਆ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਇਹ ਸਭ ਕੁਝ ਸਾਡੇ ਨਾਲ ਹੋ ਜਾਏ, ਫਿਰ ਆਹ ਕਰਨਾ ਪਏਗਾ ਜੋ ਮਾਲਕ ਦੱਸਦੇ ਨੇ। ਕਹਿੰਦੇ ਹਰ ਧਿਆਵੇਂ ਤੁਧ ਜੀ। ਇਹ ਰੱਬ ਦੀ ਸਿਫਤ ਵੀ ਹੈ ਤੇ ਆਪਣੇ ਆਪ ਨੂੰ ਸਮਝਾਉਣਾ ਵੀ ਹੈ। ਐ ਮੇਰਿਆ ਮਾਲਕਾ, ਹੇ ਪ੍ਰਭੂ, ਜਿਹੜੇ ਮਨੁੱਖ ਤੈਨੂੰ ਧਿਆਉਂਦੇ ਨੇ, ਤੇਰਾ ਸਿਮਰਨ ਕਰਦੇ ਹਨ, ਉਹ ਆਪਣੀ ਜ਼ਿੰਦਗੀ ਵਿੱਚ ਸੁਖੀ ਵਸਦੇ ਹਨ। ਦੇਖੋ, ਦਾਤਾਂ ਦਾ ਕੋਲ ਹੋਣਾ ਹੋਰ ਗੱਲ ਹੈ, ਸੁੱਖ ਦਾ ਕੋਲ ਹੋਣਾ ਉਹ ਹੋਰ ਗੱਲ ਹੈ। ਮਨੁੱਖ ਕੋਲ ਬੈੱਡ ਤੇ ਹੈ ਬੜਾ ਕੀਮਤੀ, ਪਰ ਨੀਂਦ ਨਹੀਂ ਹੈ। ਮਨੁੱਖ ਦੇ ਕੋਲ ਸਰੀਰ ਉੱਤੇ ਪਾਉਣ ਵਾਸਤੇ ਕੱਪੜੇ ਤੇ ਬਹੁਤ ਨੇ, ਖਾਣ ਵਾਸਤੇ ਪਦਾਰਥ ਬਹੁਤ ਨੇ, ਪਰ ਉਹਦੀ ਸਿਹਤ ਠੀਕ ਨਹੀਂ ਹੈ। ਜੇ ਸਿਹਤ ਠੀਕ ਵੀ ਹੈ ਤੇ ਉਈਓ ਬੇਚੈਨੀ ਜੀ ਲੱਗੀ ਹੋਈ ਹੈ ਉਸ ਨੂੰ ਅੰਦਰੋਂ। ਸੋ ਸੁਖੀ ਹੋਣਾ ਇੱਕ ਅਲੱਗ ਬਾਤ ਹੈ, ਦਾਤਾਂ ਦਾ ਢੇਰ ਕੋਲ ਹੋਣਾ ਇਹ ਇੱਕ ਅਲੱਗ ਬਾਤ ਹੈ। ਅਸਲ ਵਿੱਚ ਜਿਹਨੂੰ ਸੁੱਖ ਕਿਹਾ ਜਾਂਦਾ ਹੈ ਉਹ ਤਾਂ ਹੋਵੇਗਾ ਜੇ ਅਸੀਂ ਰੱਬ ਦਾ ਸਿਮਰਨ ਕਰਾਂਗੇ। ਮੇਰੇ ਮਾਲਕ ਰੱਬ ਜੀ ਨਾਲ ਗੱਲਾਂ ਕਰਦੇ ਕਹਿੰਦੇ ਨੇ, ਜਿਹੜੇ ਤੈਨੂੰ ਸਿਮਰਦੇ ਨੇ ਉਹ ਆਪਣੀ ਜ਼ਿੰਦਗੀ ਵਿੱਚ ਸੁਖੀ ਵਸਦੇ ਹਨ। ਅਗਲੀ ਪੰਕਤੀ ਵਿੱਚ ਮੇਰੇ ਮਾਲਕ ਕਹਿੰਦੇ, ਸੇ ਮੁਕਤ ਭਏ।
ਉਹ ਆਜ਼ਾਦ ਹੋ ਗਏ। ਕਿਤੋਂ ਆਜ਼ਾਦ ਹੋ ਗਏ? ਇਹਦਾ ਮਤਲਬ ਬੰਧਨ ਪਏ ਹੋਏ ਨੇ। ਇੱਕ ਐਸੀ ਵਿਡੰਬਨਾ ਹੈ ਨਾ ਕਿ ਸਾਨੂੰ ਸੰਗਲੀਆਂ ਦੇ ਨਾਲ ਜਕੜਿਆ ਹੋਇਆ, ਪਰ ਸਾਨੂੰ ਪਤਾ ਹੀ ਨਹੀਂ ਅਸੀਂ ਬੰਨੇ ਹੋਏ ਆ। ਜੇ ਪਤਾ ਲੱਗੇਗਾ ਤਾਂ ਛੁੱਟਣ ਦਾ ਉਪਾਅ ਕਰਾਂਗੇ। ਕਈ ਐਸੇ ਵੀ ਤੋਤੇ ਦੇਖੇ ਨੇ ਜਿਨ੍ਹਾਂ ਨੂੰ ਪਿੰਜਰੇ ਨਾਲ ਹੀ ਪਿਆਰ ਹੋ ਜਾਂਦਾ ਹੈ, ਤੇ ਜੇ ਕੋਈ ਉਹਨਾਂ ਨੂੰ ਬਾਹਰ ਕੱਢਣ ਦਾ ਯਤਨ ਵੀ ਕਰੇ ਨਾ, ਮੁੜ ਕੇ ਫਿਰ ਪਿੰਜਰੇ ਵਿੱਚ ਵੜ ਜਾਂਦੇ ਨੇ। ਸਾਡੀ ਵੀ ਐਸੀ ਹੀ ਹਾਲਤ ਹੋ ਗਈ ਹੈ। ਸਾਨੂੰ ਵੀ ਮਾਇਆ ਚੰਗੀ ਲੱਗਦੀ ਹੈ, ਸਾਨੂੰ ਵੀ ਹੰਕਾਰ ਚੰਗਾ ਲੱਗਦਾ ਹੈ, ਸਾਨੂੰ ਵੀ ਕਾਮ ਚੰਗਾ ਲੱਗਦਾ ਹੈ, ਕ੍ਰੋਧ ਚੰਗਾ ਲੱਗਦਾ ਹੈ। ਇੱਥੋਂ ਤੱਕ ਕਿ ਅਸੀਂ ਇਹਨੂੰ ਵਧਾਉਣ ਦਾ ਯਤਨ ਕਰਦੇ ਹਾਂ। ਮੈਡੀਕਲ ਸਟੋਰਾਂ ਦੇ ਉੱਤੇ ਕਈ ਵਾਰ ਵਿਕਾਰ ਨੂੰ ਵਧਾਉਣ ਦੀ ਦਵਾਈ ਲਿੱਤੀ ਜਾਂਦੀ ਹੈ, ਸਾਨੂੰ ਚੰਗਾ ਲੱਗਦਾ ਹੈ। ਮਨੁੱਖ, ਕਈ ਵਾਰ ਤੁਸੀਂ ਸੁਣਿਆ ਹੋਵੇਗਾ, ਅੱਜ ਮੈਂ ਤ੍ਰਿਪਤ ਹੋ ਗਿਆ। ਕਿਉਂ? ਮੈਂ ਦੰਦ ਤੋੜ ਕੇ ਆਇਆ ਸਾਹਮਣੇ ਵਾਲਿਆਂ ਦੇ। ਲੜ ਕੇ ਖੁਸ਼ੀ ਹੋ ਰਿਹਾ ਹੈ, ਕ੍ਰੋਧ ਨੂੰ ਪ੍ਰਗਟ ਕਰਕੇ ਖੁਸ਼ ਹੋ ਰਿਹਾ ਹੈ। ਕਿਸੇ ਦਾ ਧਨ ਚੁਰਾ ਲੈ ਲਿਆ, ਕਿਸੇ ਦਾ ਧਨ ਚੁਰਾ ਲਿੱਤਾ, ਕਿਸ ਨੂੰ ਧੋਖਾ ਦੇ ਕੇ ਚੰਗੇ ਪੈਸੇ ਕਮਾ ਲਏ। ਇੱਕ ਬਿਜ਼ਨਸਮੈਨ ਦੀਆਂ ਵਾਛਾਂ ਖਿਲੀਆਂ ਹੁੰਦੀਆਂ ਨੇ, ਪੂਰੇ 32 ਦੇ 32 ਦੰਦ ਬਾਹਰ ਨਜ਼ਰ ਆਉਂਦੇ ਨੇ। ਅੱਜ ਮੈਂ ਕਮਾਈ ਕੀਤੀ ਹੈ। ਸਾਨੂੰ ਲੋਭ ਚੰਗਾ ਲੱਗਦਾ ਹੈ, ਪਰ ਹੈ ਇਹ ਸਾਰੀਆਂ ਜੰਜੀਰਾਂ ਹੀ। ਹਜ਼ੂਰ ਕਹਿੰਦੇ ਨੇ, ਇਹਨਾਂ ਜੰਜੀਰਾਂ ਤੋਂ ਬਚਦਾ ਕੌਣ ਹੈ? ਇਹਨਾਂ ਮਾਇਆ ਦੀਆਂ ਫਾਹੀਆਂ ਤੋਂ ਬਚਦਾ ਕੌਣ ਹੈ? ਹਜ਼ੂਰ ਕਹਿੰਦੇ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ। ਕੌਣ? ਜਿਨ੍ਹਾਂ ਮਨੁੱਖਾਂ ਨੇ ਹਰਨਾਮ ਸਿਮਰਿਆ, ਉਹਨਾਂ ਦੇ ਕੋਲ ਇਹ ਮਾਇਆ ਦੀ ਫਾਹੀ ਨਹੀਂ ਜਾਂਦੀ। ਫਿਰ ਅਗਲੀ ਗੱਲ ਕੀਤੀ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਉਹਨਾਂ ਦੀ ਜਮਾਂ ਦੀ ਫਾਹੀ ਟੁੱਟ ਗਈ। ਇਹ ਤੇ ਨਾ ਸਮਝੋ ਕਿ ਬੰਦਾ ਮਰਦਾ ਹੀ ਨਹੀਂ, ਕਿ ਮਰਨ ਦੀ ਗੱਲ ਹੈ ਸਰੀਰਕ ਤੌਰ ਉੱਤੇ। ਪਹਿਲਾਂ ਵੀ ਵਿਚਾਰ ਹੋ ਚੁੱਕੀ ਹੈ। ਸਾਡਿਆਂ ਵਿੱਚੋਂ ਹੈ ਕੌੜੀ ਗੱਲ ਹੈ, ਮੇਰੇ ਸਮੇਤ ਸਾਡਿਆਂ ਵਿੱਚੋਂ ਕੋਈ ਵਿਰਲਾ ਹੀ ਜਿਉਂਦਾ ਬੈਠਾ ਹੋਏਗਾ ਇੱਥੇ। ਮਰਿਆਂ ਹੋਇਆਂ ਦੀ ਗਿਣਤੀ ਬਹੁਤੀ ਹੋ ਸਕਦੀ ਹੈ। ਆਤਮਿਕ ਜੀਵਨ ਦੀ ਗੱਲ ਚੱਲ ਰਹੀ ਹੈ ਇੱਥੇ। ਆਖਾਂ ਜੀਵਾਂ ਵਿਸਰੈ ਮਰ ਜਾਉ, ਉਹਦੀ ਗੱਲ ਚੱਲ ਰਹੀ ਹੈ। ਨਾਨਕ ਨਾਮ ਮਿਲੈ ਤਾਂ ਜੀਵਾਂ, ਉਹਦੀ ਗੱਲ ਚੱਲ ਰਹੀ ਹੈ। ਹੁਣ ਜਦੋਂ ਪ੍ਰਭੂ ਦਾ ਨਾਮ ਮਿਲਦਾ ਤਾਂ ਜੀਵਨ ਮਿਲਦਾ। ਕਹਿੰਦੇ ਨੇ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ, ਉਹਨਾਂ ਦੀ ਜਮਾਂ ਦੀ ਫਾਹੀ ਟੁੱਟ ਜਾਂਦੀ ਹੈ। ਜਿਨ੍ਹਾਂ ਬੰਦਿਆਂ ਨੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਹੁਣ ਜਿਹੜੇ ਨਿਰਭਉ ਪ੍ਰਭੂ ਦੇ ਨਾਲ ਜੁੜ ਗਏ, ਜਿਹਨੇ ਨਿਰਭਉ ਪ੍ਰਭੂ ਦਾ ਸਿਮਰਨ ਕੀਤਾ, ਉਹਨਾਂ ਦਾ ਸਾਰਾ ਡਰ ਜਿਹੜਾ ਹੈ ਨਾ, ਰੱਬ ਦੂਰ ਕਰ ਦਿੰਦਾ ਹੈ। ਇਸੇ ਕਰਕੇ ਇਤਿਹਾਸ ਦੇ ਪੱਤਰੇ ਗਵਾਹ ਨੇ, ਡਰਾਉਣ ਦੇ ਯਤਨ ਬੇਅੰਤ ਲੋਕਾਂ ਨੇ ਕੀਤੇ, ਪਰ ਡਰਾ ਇੱਕ ਨੂੰ ਵੀ ਨਹੀਂ ਸਕੇ। ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਦਾ ਇਤਿਹਾਸ ਕਦੇ ਪੜ੍ਹ ਕੇ ਵੇਖ ਲਓ, ਜਵਾਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਦੇਗ ਵਿੱਚ ਉਬਾਲਣਾ ਕੀ ਹੈ? ਡਰਾਵਾ ਹੀ ਹੈ ਨਾ। ਰੂਹ ਲਪੇਟ ਕੇ ਅੱਗ ਨਾਲ ਸਾੜ ਦੇਣਾ, ਇਹ ਡਰਾਵਾ ਹੀ ਹੈ ਨਾ। ਇੱਕ ਨੂੰ ਆਰੇ ਨਾਲ ਚੀਰਿਆ, ਫਿਰ ਦੂਜੇ ਦੇਖਦੇ ਵੀ ਇਹ ਡਰ ਗਿਆ ਹੋਣਾ। ਹੁਣ ਕਿਹਾ ਵਾ, ਦੇਖਿਆ ਹਸ਼ਰ ਆ ਕਿਵੇਂ ਦੋ ਟੋਟੇ ਹੋਇਆ ਪਿਆ, ਤੇਰੇ ਨਾਲ ਤੂੰ ਘੱਟ ਨਹੀਂ ਕਰਨੀ। ਤੁਸੀਂ ਵੇਖੋ ਅੱਜ ਕੱਲ੍ਹ ਜੇ ਅਸੀਂ ਪੁਲਿਸ ਮਹਿਕਮੇ ਦੀ ਜਾਂ ਹੋਰ ਮਹਿਕਮੇ ਦੀ ਗੱਲ ਕਰੀਏ ਨਾ, ਉਹ ਡਰਾਉਂਦੇ ਨੇ ਵੀ ਇਹਦੇ ਅੰਦਰੋਂ ਭੇਦ ਕਢਾ ਲਈਏ। ਉਹ ਬੰਦਾ ਡਰਦਾ ਨਹੀਂ, ਉਹਦੇ ਸਾਹਮਣੇ ਕਿਸੇ ਦੂਜੇ ਦੀ ਕਟਾਈ ਕਰ ਦਿੰਦੇ ਨੇ। ਉਹ ਬੰਦਾ ਡਰ ਜਾਂਦਾ ਵੀ ਇਹਨਾਂ ਨੇ ਮੇਰੇ ਨਾਲ ਵੀ ਇਹ ਕਰਨਾ ਹੈ। ਪਰ ਜਦੋਂ ਅਸੀਂ ਸਿੱਖ ਇਤਿਹਾਸ ਦੇਖਦੇ ਹਾਂ, ਸਾਹਮਣੇ ਇੱਕ ਨੂੰ ਤੋਪ ਦੇ ਨਾਲ ਉਡਾ ਦਿੱਤਾ ਗਿਆ, ਦੂਜੇ ਨੂੰ ਉਡਾ ਦਿੱਤਾ ਗਿਆ, ਤੀਜੇ ਨੂੰ ਉਡਾ ਦਿੱਤਾ ਗਿਆ। ਹੁਣ ਇੱਕ ਛੋਟਾ ਜਿਹਾ ਬੱਚਾ ਖੜਾ ਹੈ, ਹੁਣ ਇਹਦੀ ਵਾਰੀ ਹੈ ਤੋਪ ਨਾਲ ਉਡਾਉਣ ਦੀ, ਇਹਦੀ ਵਾਰੀ ਹੈ ਇਹਦਾ ਸਿਰ ਕਤਲ ਕਰਨ ਦੀ, ਇਹਦੀ ਵਾਰੀ ਹੈ ਇਹਨੂੰ ਮੌਤ ਦੇ ਘਾਟ ਉਤਾਰਨ ਦੀ। ਕਈ ਐਸੀਆਂ ਉਦਾਹਰਨਾਂ ਮਿਲ ਜਾਣਗੀਆਂ। ਕਈ ਵਾਰੀ ਉਹਨੂੰ ਬਚਾਉਣ ਵਾਲਾ ਵੀ ਆ ਗਿਆ, ਮਾਂ ਦੇ ਰੂਪ ਵਿੱਚ ਉਹਦੀ ਮਾਂ ਆ ਗਈ ਚਿੱਠੀ ਲੈ ਕੇ ਫਰਕਸ਼ੀਰ ਦੀ, ਪਰ ਉਹ ਬੱਚਾ ਡਰਦਾ ਨਹੀਂ।
ਕਿਉਂਕਿ ਮੌਤ ਡਰਾ ਨਹੀਂ ਸਕਦੀ, ਕੋਈ ਵੀ ਨਹੀਂ ਡਰਾ ਸਕਦਾ। ਕਾਰਨ ਇਹ ਹੈ ਕਿ ਜੀਵਨ ਦੇ ਵਿੱਚ ਨਿਰਭਉ ਦੇ ਨਾਲ ਸਾਂਝ ਪੈ ਚੁੱਕੀ ਹੈ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ, ਪ੍ਰਭੂ ਉਹਨਾਂ ਦਾ ਸਾਰਾ ਡਰ ਜਿਹੜਾ ਹੈ ਉਹ ਦੂਰ ਕਰ ਦਿੰਦਾ ਹੈ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰ ਹਰ ਰੂਪ ਸਮਾਸੀ। ਫਿਰ ਮੈਨੂੰ ਕਹਿ ਲੈਣ ਦੇਣਾ, ਸਾਡਾ ਜਿਹੜਾ ਪੁਰਾਣਾ ਇਤਿਹਾਸ ਹੈ ਨਾ, ਜਿਨ੍ਹਾਂ ਨੂੰ ਅਸੀਂ ਸਿੱਖ ਕਹਿ ਸਕਦੇ ਹਾਂ, ਅਸੀਂ ਤਾਂ ਕਹਾਉਂਦੇ ਹਾਂ ਨਾ, ਅਸਲ ਵਿੱਚ ਸਿੱਖੀ ਉਹਨਾਂ ਦੇ ਵਿੱਚ ਹੈ। ਉਹਨਾਂ ਵਿੱਚ ਤੇ ਗੁਰੂ ਵਿੱਚ ਭੇਦ ਨਹੀਂ ਕੋਈ ਵੀ ਰਿਹਾ, ਉਹਨਾਂ ਵਿੱਚ ਤੇ ਰੱਬ ਵਿੱਚ ਭੇਦ ਕੋਈ ਨਹੀਂ ਰਿਹਾ। ਗੁਰੂ ਗੁਰੂ ਕਰਦੇ ਗੁਰੂ ਰੂਪ ਹੋ ਗਏ, ਰੱਬ ਰੱਬ ਕਰਦੇ ਉਹ ਰੱਬ ਰੂਪ ਹੋ ਕੇ। ਭਗਤਾਂ ਨੇ ਇਸੇ ਕਰਕੇ ਕਿਹਾ ਤੂੰ ਤੂੰ ਕਰਤਾ ਤੂੰ ਹੁਆ, ਉਹਦਾ ਰੂਪ ਹੀ ਹੋ ਗਏ। ਕਿਉਂਕਿ ਜਿਹੜੇ ਸੇਵਦੇ ਹਨ, ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ, ਉਹ ਪ੍ਰਭੂ ਦੇ ਰੂਪ ਵਿੱਚ ਹੀ ਲੀਨ ਹੋ ਗਏ ਹਨ। ਭਾਗਾਂ ਵਾਲੇ ਹਨ ਉਹ ਮਨੁੱਖ, ਸੇ ਧਨ ਭਾਗਾਂ ਵਾਲੇ ਹਨ, ਧਨ ਹਨ ਉਹ ਮਨੁੱਖ। ਕਿਹੜੇ? ਅਸੀਂ ਤੇ ਆਪਣੇ ਆਪ ਨੂੰ ਬਹੁਤ ਧੰਨ ਧੰਨ ਕਹੀ ਜਾਂਦੇ ਹਾਂ। ਜਿਨ ਹਰ ਧਿਆਇਆ ਜੀ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਨ ਨਾਨਕ ਤਿਨ ਬਲ ਜਾਸੀ, ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ। ਮਨੁੱਖ ਦੀ ਇੱਕ ਇਹ ਵੀ ਆਦਤ ਹੈ, ਇਹ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਇਹ ਚਾਹਤ ਰੱਖਦਾ, ਇਹਨੇ ਮੈਨੂੰ ਫਲ ਕੀ ਮਿਲੇਗਾ, ਇਹਨੇ ਮੈਨੂੰ ਪ੍ਰਾਪਤੀ ਕੀ ਹੈ, ਮੈਂ ਕੰਮ ਕਰਾਂ ਤੇ ਮੈਨੂੰ ਮਿਲੇਗਾ ਕੀ। ਜੇ ਉਹਦੇ ਕੋਲੋਂ ਮਿਲਣ ਵਾਲੀ ਚੀਜ਼ ਅਤੇ ਮੇਰੀ ਲੋੜ ਇਹ ਦੋਵੇਂ ਇੱਕ ਹੋ ਜਾਣ, ਫਿਰ ਮਨੁੱਖ ਉਸ ਰਸਤੇ ਤੁਰ ਪੈਂਦਾ। ਜੇ ਹੁਣ ਰੱਬ ਕਵੇ ਕਿ ਮੈਂ ਤੈਨੂੰ ਪਰਲੋਕ ਦੇ ਸੁੱਖ ਦਿਆਂਗਾ ਤੇ ਇੱਥੇ ਤੈਨੂੰ ਕੁਛ ਨਹੀਂ ਮਿਲਣਾ, ਸੱਚ ਕਰਕੇ ਜਾਣਿਓ ਬੰਦਾ ਉਸ ਰਾਹ ਤੇ ਨਹੀਂ ਤੁਰਦਾ। ਹੁਣ ਜੋ ਮੇਰੀਆਂ ਲੋੜਾਂ ਨੇ ਤੇ ਜੇ ਉਹੀਓ ਮਾਲਕ ਦਿੰਦਾ, ਫਿਰ ਮੈਂ ਉੱਧਰ ਤੁਰ ਜਾਣਾ। ਅੱਜ ਧਰਮ ਨੂੰ ਛੱਡ ਕੇ ਕੁਰਾਹੇ ਪੈਣ ਵਾਲੇ ਲੋਕ ਕੌਣ ਨੇ? ਉਹ ਲੋਕ ਨੇ ਜਿਹੜੇ ਅਸਲ ਵਿੱਚ ਆਪਣੇ ਜੀਵਨ ਦੇ ਅੰਦਰ ਇਸ ਗੱਲ ਨੂੰ ਭੁੱਲ ਜਾਂਦੇ ਨੇ। ਉਹ ਕੇਵਲ ਤੇ ਕੇਵਲ ਇੱਕ ਵਪਾਰ ਦੀ ਬਿਰਤੀ ਵਾਲੇ ਲੋਕ ਹੁੰਦੇ ਨੇ। ਦਸ ਕਈ ਵਾਰੀ ਬੇਨਤੀ ਕਰਦਾ, ਵਪਾਰ ਤੇ ਪਿਆਰ, ਇਹਨਾਂ ਦੋਨੇ ਗੱਲਾਂ 'ਚ ਬਹੁਤ ਅੰਤਰ ਹੈ। ਜਿਹੜਾ ਵਪਾਰ ਕਰਨਾ ਹੈ ਨਾ, ਉਹਨੇ ਆਪਣੀ ਲੋੜ ਨੂੰ ਮੁੱਖ ਰੱਖਣਾ। ਜੇ ਮੇਰੀ ਲੋੜ ਇਸ ਦੁਕਾਨ ਤੋਂ ਪੂਰੀ ਨਾ ਹੋਈ ਤੇ ਮੈਂ ਕੱਲ੍ਹ ਉਸ ਦੁਕਾਨ 'ਤੇ ਚਲਾ ਜਾਵਾਂਗਾ, ਉਸ ਦੁਕਾਨ ਤੋਂ ਪੂਰੀ ਨਾ ਹੋਈ ਤੀਜੀ ਦੁਕਾਨ 'ਤੇ ਚਲਾ ਜਾਵਾਂਗਾ। ਮੈਂ ਤੇ ਵਪਾਰ ਕਰਨਾ। ਮੇਰੀ ਪ੍ਰਮੁੱਖ ਜਿਹੜੀ ਹੈ ਨਾ ਉਹ ਲੋੜ ਹੈ, ਮੇਰੀ ਸਾਹਮਣੇ ਜਿਹੜੀ ਹੈ ਨਾ ਉਹ ਲੋੜ ਹੈ। ਲੋੜ ਮੇਰੀ ਕਿੱਥੋਂ ਪੂਰੀ ਹੁੰਦੀ ਹੈ? ਕਿਸੇ ਡੇਰੇ ਤੋਂ ਹੋਵੇ, ਕਿਸੇ ਦੇਹਧਾਰੀ ਕੋਲੋਂ ਹੋਵੇ, ਕਿਸੇ ਮਨਮਤ ਕਮਾਉਣ ਵਿੱਚ ਹੋਵੇ, ਕਿਸੇ ਗੁਰਮਤ ਦੀ ਗੱਲ ਵਿੱਚ ਹੋਵੇ, ਤੇ ਕਿਸੇ ਗੁਰਬਾਣੀ ਨਾ ਪੜ੍ਹਨ ਕਰਕੇ ਹੋਵੇ, ਗੁਰਬਾਣੀ ਪੜ੍ਹਨ ਕਰਕੇ ਹੋਵੇ। ਮੇਰਾ ਮਤਲਬ ਵਪਾਰ ਹੈ। ਜਿਹੜਾ ਹੁੰਦਾ ਪਿਆਰ, ਪਿਆਰ ਦੀ ਇੱਕ ਨਿਸ਼ਾਨੀ ਹੈ, ਉਹ ਕਹਿੰਦਾ ਵੀ ਤੂੰ ਮੈਨੂੰ ਭਾਵੇਂ ਕੁਛ ਦੇ ਤੇ ਭਾਵੇਂ ਕੁਛ ਨਾ ਦੇ, ਪਰ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ। ਆ ਜਿਤਨੀਆਂ ਵੀ ਕਥਾਵਾਂ ਦਾ ਵੀਰ ਜੀ ਹੋਰਾਂ ਨੇ ਟੱਚ ਦਿੱਤਾ ਹੈ, ਉਹਨਾਂ ਦੇ ਪਿਛੋਕੜ ਵਿੱਚ ਗੱਲ ਕੀ ਸੀ? ਸਿਰਫ ਇੰਨੀ ਗੱਲ ਸੀ, ਅਗਰ ਭਾਈ ਮਤੀ ਦਾਸ ਇਹ ਕਹਿ ਦੇਣ ਭਈ ਮੈਂ ਤੇਰਾ ਸਿੱਖ ਨਹੀਂ, ਅਗਰ ਭਾਈ ਦਿਆਲਾ ਜੀ ਇਹ ਕਹਿ ਦੇਣ ਮੈਂ ਤੇਰਾ ਸਿੱਖ ਨਹੀਂ, ਅਗਰ ਇਹ ਕੋਈ ਉਸ ਵੇਲੇ ਭਾਈ ਮਨੀ ਸਿੰਘ ਹੋਰੀ ਕੋਈ ਵੀ ਸਿੱਖ ਹੈ, ਉਹ ਇੱਕ ਸ਼ਬਦ ਕਹਿ ਦੇਵੇ ਮੈਂ ਤੇਰਾ ਸਿੱਖ ਨਹੀਂ, ਤੇ ਉਹਨੂੰ ਸਭ ਕੁਝ ਮਿਲਣ ਲਈ ਤਿਆਰ ਹੈ। ਪਰ ਹੈਰਾਨੀ ਦੀ ਗੱਲ ਹੈ, ਛੋਟੀ ਜਿਹੀ ਮੈਂ ਗੱਲ ਹੋਰ ਕਰਨ ਲੱਗਾ, ਕੋਸ਼ਿਸ਼ ਤੇ ਬੜੀ ਕਰਨਾ ਵੀ ਬਿਲਕੁਲ ਸੰਕੋਚ ਵਿੱਚ ਰੱਖਾਂ। ਹੁਣ ਤੁਸੀਂ ਸੋਚੋ ਵੀ ਇੱਕ ਬਾਦਸ਼ਾਹ ਵਕਤ ਦਾ ਹੋਵੇ, ਬਾਦਸ਼ਾਹ ਹੋਵੇ ਤੇ ਉਹ ਕੀ ਕੁਝ ਨਹੀਂ ਖਰੀਦ ਸਕਦਾ, ਪਰ ਇੱਕ ਸਿੱਖ ਨੇ ਸਪਸ਼ਟ ਕਰ ਦਿੱਤਾ ਵੀ ਸਜਣਾ ਤੂੰ ਬਾਦਸ਼ਾਹ ਹੋਏਗਾ, ਹੀਰੇ ਖਰੀਦ ਸਕਦਾ, ਮੋਤੀ ਖਰੀਦ ਸਕਦਾ, ਸੋਨਾ ਖਰੀਦ ਸਕਦਾ, ਚਾਂਦੀ ਖਰੀਦ ਸਕਦਾ, ਕਿਸੇ ਬੰਦੇ ਨੂੰ ਖਰੀਦ ਸਕਦਾ, ਤੂੰ ਮਹੱਲ ਖਰੀਦ ਸਕਦਾ,
ਰਾਜ ਖਰੀਦ ਸਕਦਾ ਹੈ, ਨੌਕਰ ਖਰੀਦ ਸਕਦਾ ਹੈ, ਚੀਜ਼ਾਂ ਖਰੀਦ ਸਕਦਾ ਹੈ। ਚੇਤਾ ਰੱਖੀ, ਤੂੰ ਇੱਕ ਸਿੱਖ ਨੂੰ ਖਰੀਦ ਨਹੀਂ ਸਕੇਗਾ। ਆਪਣੇ ਦਿਮਾਗ ਵਿੱਚ ਲੈ ਕੇ ਆਓ, ਆਗਰੇ ਦੀ ਧਰਤੀ, ਸਾਹਮਣੇ ਜਹਾਂਗੀਰ ਬਾਦਸ਼ਾਹ ਖਲੋਤਾ ਹੈ ਤੇ ਉਹਦੇ ਸਾਹਮਣੇ ਇੱਕ ਸਿੱਖ ਖਲੋਤਾ ਹੈ। ਜਹਾਂਗੀਰ ਬਾਦਸ਼ਾਹ ਮਿੰਨਤਾਂ ਕਰਦਾ ਹੈ, ਆ ਜਿਹੜੀ ਪੰਡ ਤੂੰ ਚੁੱਕੀ ਹੈ ਨਾ, ਪਹਿਲਾਂ ਮੈਨੂੰ ਭੇਟ ਕੀਤੀ, ਇਹ ਪੰਡ ਦੇ ਜਾ। ਇਸ ਪੰਡ ਦੇ ਬਰਾਬਰ ਜਿੰਨਾ ਤੋਲ ਹੈ ਨਾ ਇਹਦਾ, ਓਡਾ ਤੋਲ ਤੂੰ ਮੇਰੇ ਕੋਲ ਪੈਸਿਆਂ ਦਾ ਲੈ ਜਾ। ਹੁਣ ਜੇ ਤੇ ਹੁੰਦਾ ਵਪਾਰੀ, ਫਿਰ ਤੇ ਉਸੇ ਵੇਲੇ ਕਹਿੰਦਾ ਵੀ ਠੀਕ ਹੈ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਘਾਹ ਦੀ ਕੀ ਗੱਲ ਹੈ, ਮੈਂ ਇੱਕ ਪੰਡ ਹੋਰ ਖੁਰਚ ਲਿਆਉਣਾ ਤਾਂ ਕੀ ਹੋਇਆ, ਤੇ ਪੰਡ ਤੁਸੀਂ ਲੈ ਲਓ, ਮੇਰੇ ਘਰ ਦੀ ਗਰੀਬੀ ਵੀ ਧੋਤੀ ਜਾਏਗੀ, ਤੇ 2 4 6 ਘੰਟੇ ਬਾਅਦ ਵਿੱਚ ਗੁਰੂ ਨੂੰ ਮਿਲ ਲੈਣਾ। ਏਡੀ ਕਿੱਡੀ ਕੁ ਵੱਡੀ ਗੱਲ ਹੈ। ਘਾਹ ਕਿਹੜਾ ਕੋਈ ਏਡੀ ਮਹਿੰਗੀ ਚੀਜ਼ ਸੀ ਜਿਹਨੂੰ ਪ੍ਰਾਪਤ ਕਰਨ ਲੱਗਿਆ ਕਈ ਮਹੀਨੇ ਲੱਗ ਸਕਦੇ ਸਨ। ਫਿਰ ਦੁਬਾਰੇ ਪੱਲੀ ਚੁੱਕਦਾ, ਦੂਜੇ ਦਿਨ ਖੁਰਚ ਕੇ ਲਿਆ ਕੇ ਗੁਰੂ ਨੂੰ ਭੇਟ ਕਰ ਦਿੰਦਾ। ਉਹਨੇ ਇੱਕ ਗੱਲ ਆਖੀ, ਕਹਿਣ ਲੱਗੇ, ਸਜਣਾ ਤੇਰੇ ਵਰਗੇ ਵਪਾਰੀ ਮੈਨੂੰ ਰੋਜ਼ ਮਿਲਦੇ ਨੇ, ਆ ਜਿਹੜਾ ਪਿਆਰ ਕਰਨ ਵਾਲਾ ਹੈ ਨਾ, ਇਹਨੇ ਮੈਨੂੰ ਅੱਜ ਮਿਲਣਾ ਹੈ, ਮੁੜ ਪਤਾ ਨਹੀਂ ਜ਼ਿੰਦਗੀ 'ਚ ਕਦੋਂ ਮਿਲਣਾ। ਤੇ ਤੇਰੇ ਵਰਗਾ ਵਪਾਰੀ ਕੋਈ ਕੱਲ੍ਹ ਵੀ ਆ ਜਾਏਗਾ, ਪਰ ਅੱਜ ਪਿਆਰ ਕਰਨ ਵਾਲਾ ਅੱਜ ਹੀ ਆਉਣਾ, ਉਹਨੇ ਸ਼ਾਇਦ ਮੁੜ ਕੇ ਪਤਾ ਨਹੀਂ ਕਦੋਂ ਮਿਲਣਾ। ਅੱਜ ਮੈਨੂੰ ਉਹਦੇ ਨਾਲ ਪਿਆਰ ਕਰ ਲੈਣ ਦੇ, ਤੇਰੇ ਵਰਗੇ ਨਾਲ ਫਿਰ ਕਦੇ ਵਕਤ ਮਿਲਿਆ ਗੱਲ ਕਰ ਲਾਂਗੇ। ਜਹਾਂਗੀਰ ਬਾਦਸ਼ਾਹ ਅਗਰ ਆਪਣੀ ਦੌਲਤ ਦੇ ਨਾਲ ਕਿਤੇ ਬੇਕਾਰ ਖਲੋਤਾ ਹੈ ਤਾਂ ਇੱਕ ਸਿੱਖ ਦੇ ਸਾਹਮਣੇ ਖਲੋਤਾ, ਉਸ ਸਿੱਖ ਨੂੰ ਨਹੀਂ ਖਰੀਦ ਸਕਿਆ। ਸਿਰਫ ਇਤਨੀ ਬੇਨਤੀ ਕਰ ਰਿਹਾ ਸਾਂ, ਮਨੁੱਖ ਦੀ ਚਾਹਤ ਹੈ ਮੇਰੀਆਂ ਕੁਝ ਲੋੜਾਂ ਪੂਰੀਆਂ ਹੋਵਣ, ਤੇ ਉਹਨਾਂ ਲੋੜਾਂ ਦੀ ਪੂਰਤੀ ਵਾਸਤੇ ਸਾਹਿਬ ਕਹਿੰਦੇ ਜਿਹੜੇ ਪੁਰਖ ਨਾਲ ਮੈਂ ਤੈਨੂੰ ਜੋੜਨ ਲੱਗੇ ਆ ਨਾ ਬੰਦਿਆ, ਉਹਦੀਆਂ ਇਹ ਨਿਸ਼ਾਨੀਆਂ ਨੇ। ਜਿਹੜੇ ਉਹਦੀ ਇਬਾਦਤ ਕਰਦੇ ਨੇ ਉਹਨਾਂ ਦੀ ਝੋਲੀ ਸੁੱਖਾਂ ਨਾਲ ਭਰ ਜਾਂਦੀ ਹੈ। ਜਿਹੜੇ ਉਹਦੀ ਇਬਾਦਤ ਕਰਦੇ ਨੇ ਉਹ ਆਜ਼ਾਦ ਜੀਵਨ ਜਿਉਣ ਵਾਲੇ ਲੋਕ ਹੋ ਜਾਂਦੇ ਨੇ। ਜਿਹੜੇ ਉਹਦੀ ਇਬਾਦਤ ਕਰਦੇ ਨੇ ਉਹ ਕਦੇ ਕਿਸੇ ਦਾ ਡਰ ਨਹੀਂ ਮੰਨਦੇ, ਕਿਉਂਕਿ ਉਹਨਾਂ ਨੂੰ ਪਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ, ਤਾਂ ਭੁੱਖਿਆ ਕਾੜਾ ਜੀਓ। ਉਹਨਾਂ ਨੂੰ ਪਤਾ ਲੱਗ ਗਿਆ ਇੱਥੋਂ ਤੱਕ ਉਹਨਾਂ ਦੀਆਂ ਕੇਵਲ ਲੋੜਾਂ ਹੀ ਪੂਰੀਆਂ ਨਹੀਂ ਹੋਈਆਂ, ਇੱਥੋਂ ਤੱਕ ਰੱਬ ਨੇ ਕਿਰਪਾ ਕਰ ਦਿੱਤੀ। ਉਹਨਾਂ ਦੀ ਇਬਾਦਤ ਕਰਦਿਆਂ, ਉਹ ਸੋ ਪੁਰਖ ਦੀ ਇਬਾਦਤ ਕਰਦਿਆਂ ਇੱਕ ਵਕਤ ਐਸਾ ਆਇਆ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਆਰਾਮ ਕਬੀਰਾ ਏਕ ਭਏ ਹੈ, ਕਹੂ ਨਾ ਸਕੇ ਪਛਾਨੀ। ਉਹਦੇ ਵਿੱਚੋਂ ਕਦੇ ਕੋਈ ਪਛਾਣ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਕੱਲੀ ਇਹੋ ਗੱਲਾਂ ਸੱਚ ਕਰਕੇ ਜਾਣਿਓ, ਇਹਦੇ ਅੱਗੇ ਵੀ ਕੁਝ ਗੱਲ ਹੈ। ਕਹਿਣ ਲੱਗੇ ਉਹਨੂੰ ਰੱਬ ਦੇ ਘਰ ਧਨਤਾ ਦੇ ਜੋ ਕਿਹਾ ਜਾਂਦਾ ਹੈ, ਉਹਨੂੰ ਪਰਮੇਸ਼ਰ ਦੇ ਘਰ ਕਬੂਲਿਆ ਜਾਂਦਾ ਹੈ, ਸ਼ਾਬਾਸ਼ ਦਾ ਪਾਤਰ ਬਣ ਜਾਂਦਾ ਹੈ। ਜਿਹੜਾ ਮੇਰੇ ਇਹੋ ਜਿਹੇ ਰੱਬ ਦੀ ਪੂਜਾ ਕਰਦਾ ਹੈ, ਇਹੋ ਜਿਹੇ ਸੋ ਪੁਰਖ ਦਾ ਪੱਲੂ ਪਕੜ ਕੇ ਆਪਣੇ ਜੀਵਨ ਦੀ ਯਾਤਰਾ ਕਰਦਾ ਹੈ ਜੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰੇ ਹਰ ਪੂਜਾ ਜੀ, ਤਪ ਤਾਪੇ ਜਪੇ ਬੇਅੰਤਾ, ਤੇਰੇ ਅਨੇਕ ਪੜ੍ਹੇ ਬਹੁ ਸਿਮ੍ਰਿਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇਂ ਮੇਰੇ ਹਰ ਭਗਵੰਤਾ। ਹਜ਼ੂਰ ਸਮਝਾ ਰਹੇ ਹਨ ਸਾਨੂੰ ਤੇ ਗੱਲ ਕਰ ਰਹੇ ਹਨ ਰੱਬ ਦੇ ਨਾਲ। ਅਸੀਂ ਵੀ ਜਦੋਂ ਪਾਠ ਕਰਨ ਸਿਮਰਨ ਦੇ, ਬੰਦਾ ਕਹਿੰਦਾ ਸਿਮਰਨ ਕਿਵੇਂ ਕਰੀਏ? ਸਿਮਰਨ ਮੈਨੇ ਯਾਦ ਕਰਨਾ, ਰੱਬ ਦੇ ਗੁਣ ਗਾਇਨ ਕਰਨੇ, ਇਹਨੂੰ ਹੀ ਸਿਮਰਨ ਕਿਹਾ ਜਾਂਦਾ ਹੈ ਨਾ। ਇਹ ਰੱਬ ਦੀ ਸਿਫਤ ਸਲਾਹ ਤੇ ਹੈ, ਹੋਰ ਕੀ ਹੈ? ਰੱਬ ਨੂੰ ਹੀ ਕਿਹਾ ਜਾ ਰਿਹਾ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਸਿਮਰਨ ਦੀ ਗੱਲ ਆਈ, ਥੋੜਾ ਜਿਹਾ ਇਸ਼ਾਰਾ ਨਾਲ ਲੈ ਲਈਏ। ਨਾਮ ਸਿਮਰਨ। ਹੁਣ ਨਾਮ ਸਿਮਰਨ ਕੀ ਹੈ? ਕਿਸੇ ਨਾਮ ਨੂੰ ਯਾਦ ਕਰਨਾ। ਤੇ ਨਾਮ ਕੀ ਹੈ? ਸਾਡੇ ਤੁਹਾਡੇ ਵਿੱਚ ਕੋਈ ਦਾਵਾ ਕਰੇ ਕਿ ਰੱਬ ਦਾ ਇਹ ਨਾਮ ਹੈ, ਮੇਰੇ ਮਾਲਕ ਨੂੰ ਕੰਨ ਤੋਂ ਫੜ ਲੈਂਦੇ ਨੇ, ਨਹੀਂ ਤੂੰ ਗਲਤ ਹੈ। ਪਿਤਾ ਦਾ ਜਨਮ ਕੋਈ ਪੁੱਤਰ ਜਾਣ ਸਕਦਾ ਹੈ? ਉਹ ਤੇ ਬਹੁਤ ਦੇਰ ਪਹਿਲਾਂ ਤੋਂ ਹੈ। ਪਿਤਾ ਨੇ ਬੱਚੇ ਦਾ ਨਾਮ ਰੱਖਣਾ ਹੈ,
ਬੱਚੇ ਨੇ ਪਿਤਾ ਦਾ ਨਾਮ ਕੀ ਰੱਖਣਾ? ਤੈਨੂੰ ਕੀ ਪਤਾ ਉਹਦਾ ਨਾਮ ਕੀ ਹੈ? ਫਿਰ ਨਾਮ ਸਿਮਰਨ ਦਾ ਮਤਲਬ ਕੀ ਹੋਇਆ? ਜਿਹਦਾ ਨਾਮ ਨਾ ਪਤਾ ਹੋਵੇ ਕਿ ਅਸੀਂ ਉਹਨੂੰ ਬੁਲਾਉਂਦੇ ਨਹੀਂ, ਬੁਲਾਉਂਦੇ ਹਾਂ। ਕਿਵੇਂ? ਇੱਕ ਭਲਵਾਨ ਜਾ ਰਿਹਾ, ਉਹਦਾ ਕੰਮ ਹੈ ਭਲਵਾਨੀ, ਅਸੀਂ ਉਹਦਾ ਨਾਮ ਨਹੀਂ ਜਾਣਦੇ, ਉਹਨੂੰ ਆਵਾਜ਼ ਮਾਰਦੇ ਨੇ ਭਲਵਾਨ ਜੀ, ਉਹਦਾ ਕਰਮ ਹੀ ਉਹਦਾ ਨਾਮ ਹੋ ਜਾਂਦਾ ਹੈ। ਇਸੇ ਤਰੀਕੇ ਨਾਲ ਇੱਕ ਮਠਿਆਈ ਤਿਆਰ ਕਰਨ ਵਾਲਾ ਹੈ, ਸਾਨੂੰ ਉਹਦਾ ਨਾਮ ਨਹੀਂ ਪਤਾ, ਉਹਦਾ ਕਰਮ ਪਤਾ ਹੈ, ਅਸੀਂ ਉਹਦੇ ਕਰਮ ਦੇ ਆਧਾਰ ਤੇ ਉਹਨੂੰ ਆਵਾਜ਼ ਮਾਰਦੇ ਨੇ ਹਲਵਾਈ ਜੀ। ਇੱਕ ਆਪਰੇਸ਼ਨ ਆਦਿਕ ਕਰਕੇ ਰੋਗ ਨੂੰ ਦੂਰ ਕਰਨ ਵਾਲਾ, ਸਾਨੂੰ ਉਹਦਾ ਨਾਮ ਨਹੀਂ ਪਤਾ, ਉਹਦਾ ਕਰਮ ਪਤਾ ਹੈ, ਅਸੀਂ ਆਵਾਜ਼ ਮਾਰਦੇ ਹਾਂ ਡਾਕਟਰ ਸਾਹਿਬ। ਬਿਲਕੁਲ ਇਸੇ ਤਰੀਕੇ ਨਾਲ ਰੱਬ ਦੇ ਕਰਮ ਅਸੀਂ ਦੇਖਦੇ ਹਾਂ। ਜਿਹੜੇ ਸਿਆਣੇ ਪੁਰਸ਼ ਨੇ ਨਾ, ਉਹ ਰੱਬ ਦੇ ਕਰਮਾਂ ਨੂੰ ਮਹਿਸੂਸ ਕਰਦੇ ਨੇ ਤੇ ਉਹ ਕਰਮਾਂ ਦੇ ਆਧਾਰ ਉੱਤੇ ਨਾਮ ਰੱਖ ਦਿੰਦੇ ਨੇ। ਅਸੀਂ ਰੋਜ਼ ਪੜ੍ਹਦੇ ਹਾਂ ਜਾਪ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਸੋਹਣੀ ਮੱਤ ਵਾਲਿਆਂ ਨੇ ਤੇਰੇ ਕਰਮ ਦੇ ਆਧਾਰ ਉੱਤੇ ਤੇਰੇ ਨਾਮ ਰੱਖੇ, ਤੈਨੂੰ ਬੁਲਾਇਆ ਹੈ। ਰੱਬ ਦੇ ਕਰਮ ਭਾਵ ਰੱਬ ਦੇ ਗੁਣ, ਕਰਮ ਨਾਮ ਪਾਵਰਤ ਗੁਣ ਵਾਲੇ ਨਾਮ। ਸੋ ਨਾਮ ਦਾ ਅਰਥ ਕੀ ਹੋ ਗਿਆ? ਰੱਬ ਦੇ ਗੁਣ। ਫਿਰ ਨਾਮ ਸਿਮਰਨ ਦਾ ਕੀ ਮਤਲਬ ਹੋ ਗਿਆ? ਰੱਬ ਦੇ ਗੁਣਾਂ ਦਾ ਸਿਮਰਨ। ਤੇ ਰੱਬ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਮਤਲਬ ਕੀ ਹੋ ਗਿਆ? ਰੱਬ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ। ਜਦ ਤੱਕ ਇਸ ਤਰੀਕੇ ਨਾਲ ਅਸੀਂ ਨਾਮ ਸਿਮਰਨ ਨੂੰ ਨਹੀਂ ਸਮਝਦੇ ਨਾ, ਸਾਡਾ ਜੀਵਨ ਨਹੀਂ ਜੇ ਬਦਲਦਾ। ਮੈਂ ਅੱਧਾ ਘੰਟਾ ਰਾਮ ਰਾਮ, ਅੱਧਾ ਘੰਟਾ ਅੱਲਾ ਅੱਲਾ, ਅੱਧਾ ਘੰਟਾ ਹਰੀ ਹਰੀ, ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਕਰਦਾ ਰਵਾਂ ਤੇ ਮੱਥੇ ਤੇ ਤਿਉੜੀਆਂ ਪਈਆਂ ਰਹੀਆਂ, ਜੀਵਨ ਉਹੋ ਜਿਹਾ ਹੀ ਰਹੇ। ਇਹਦਾ ਮਤਲਬ ਤੂੰ ਬੋਲਿਆ ਤੇ ਜ਼ਰੂਰ ਹੈ, ਪਰ ਉਸ ਸ਼ਬਦ ਵਿੱਚ ਜੋ ਭਾਵ ਸੀ, ਜੋ ਰੱਬ ਦਾ ਗੁਣ ਸੀ, ਉਹ ਤਾਂ ਤੇਰੇ ਅੰਦਰ ਗਿਆ ਹੀ ਨਹੀਂ। ਸੋ ਨਾਮ ਸਿਮਰਨ ਦਾ ਮਤਲਬ ਔਰ ਨਾਮ ਨੂੰ ਆਪਣੇ ਅੰਦਰ ਧਾਰਨ ਕਰਨ ਦਾ ਮਤਲਬ ਰੱਬ ਦੇ ਗੁਣਾਂ ਨੂੰ ਯਾਦ ਕਰਨਾ ਤੇ ਰੱਬ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ। ਇਹਦਾ ਨਾਂ ਹੀ ਭਗਤੀ ਹੈ। ਸਰੂਪ ਵੇਖੋ, ਤੇਰੀ ਭਗਤ, ਭਗਤ ਦੇ ਤੱਤੇ ਨੂੰ ਇਹ ਸਿਹਾਰੀ। ਜਿੱਥੇ ਭਗਤ ਦੇ ਤੱਤੇ ਨੂੰ ਹੋਵੇਗੀ ਸਿਹਾਰੀ, ਉੱਥੇ ਆਮ ਤੌਰ ਤੇ ਅਰਥ ਹੋਏਗਾ ਭਗਤੀ। ਤੁਸੀਂ ਉੱਥੇ ਅਗਲੀ ਪੰਕਤੀ ਵੇਖੋਗੇ, ਤੇਰੇ ਭਗਤ ਤੇਰੇ ਭਗਤ, ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਨਹੀਂ ਹੈ। ਉਹਦਾ ਅਰਥ ਹੈ ਭਗਤੀ ਕਰਨ ਵਾਲੇ। ਸੋ ਸਰੂਪ ਨੂੰ ਵੇਖ ਕੇ ਅਸੀਂ ਅਰਥ ਸਮਝਣਾ ਹੈ। ਭਗਤ ਦੇ ਤੱਤੇ ਨੂੰ ਸਿਹਾਰੀ, ਅਰਥ ਬਣ ਗਿਆ ਭਗਤੀ। ਜਿੱਥੇ ਸਿਹਾਰੀ ਨਹੀਂ ਹੈ, ਥੱਲੇ ਮੁਕਤਾ ਹੈ, ਕੋਈ ਮਾਤਰਾ ਨਹੀਂ ਤੱਤੇ ਨੂੰ, ਉੱਥੇ ਭਗਤੀ ਕਰਨ ਵਾਲੇ। ਤੇ ਜੇ ਕਿਤੇ ਭਗਤ ਦੇ ਤੱਤੇ ਨੂੰ ਔਂਕੜ ਹੁੰਦੀ, ਫਿਰ ਅਰਥ ਹੋਣਾ ਸੀ ਭਗਤੀ ਕਰਨ ਵਾਲਾ, ਇੱਕ ਭਗਤ। ਇਹ ਤੇ ਬਹੁਤੇ ਭਗਤਾਂ ਦੀ ਗੱਲ ਹੈ। ਖੈਰ ਉਸ ਪਾਸੇ ਨਾ ਜਾਈਏ, ਕਿਉਂਕਿ ਘੜੀ ਬਹੁਤ ਤੇਜ਼ੀ ਨਾਲ ਅੱਗੇ ਜਾ ਰਹੀ ਹੈ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ, ਇੱਥੇ ਸਿਹਾਰੀ ਹੈ, ਅੱਗੇ ਬੇਅੰਤਾ, ਇੱਥੇ ਬੱਬੇ ਨੂੰ ਲਾਂ ਹੈ। ਦੋਨੋਂ ਵਾਰੀ ਬੱਬੇ ਦਾ ਉਚਾਰਨ ਇੱਕੋ ਤਰੀਕੇ ਨਾਲ ਨਹੀਂ ਹੋ ਸਕਦਾ, ਧਿਆਨ ਦੇਣਾ ਜੀ। ਹੇ ਪ੍ਰਭੂ, ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਭਰੇ ਪਏ ਹਨ, ਭਾਵ ਬੇਅੰਤ ਗੁਣ ਨੇ ਤੇਰੇ ਅੰਦਰ। ਹੇ ਹਰੀ, ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫਤ ਸਲਾਹ ਕਰ ਰਹੇ ਹਨ। ਤੇਰੇ ਭਗਤ ਸਲਾਹਨ ਤੁਧ ਜੀ, ਤੇਰੀ ਸਿਫਤ ਸਲਾਹ ਕਰ ਰਹੇ ਹਨ। ਹਰ ਅਨਿਕ ਅਨੇਕ ਅਨੰਤਾ, ਇੱਕ ਥਾਂ ਤੇ ਅਨਿਕ, ਇੱਕ ਥਾਂ ਤੇ ਅਨੇਕ। ਇਹਨਾਂ ਦੋਹਾਂ ਵਿੱਚ ਉਚਾਰਨ ਵਿੱਚ ਫਰਕ ਰੱਖਣਾ ਹੈ। ਇਹਦਾ ਮਤਲਬ ਹੈ ਬੇਅੰਤ। ਤੇਰੀ ਅਨਿਕ ਕਰੇ ਹਰ ਪੂਜਾ ਜੀ, ਤਪ ਤਾਪਹਿ ਜਪਹਿ ਬੇਅੰਤਾ। ਕਹਿੰਦੇ ਅਨੇਕਾਂ ਜੀਵ ਤੇਰੀ ਪੂਜਾ ਕਰਦੇ ਨੇ, ਤੈਨੂੰ ਮਿਲਣ ਲਈ ਅਨੇਕਾਂ ਤਪ ਸਾਧਦੇ ਨੇ। ਤੇਰੇ ਅਨੇਕਾਂ ਸੇਵਕ, ਤੇਰੇ ਅਨੇਕ ਪੜ੍ਹਦੇ ਹਨ। ਕੀ? ਬਹੁਤ ਸਿਮਰਿਤ। ਇੱਥੇ ਸਿਮਰਤ ਨਹੀਂ ਬੋਲਣਾ। ਸਿਮਰਤ ਦਾ ਅਰਥ ਸਿਮਰਨ ਦੇ ਨਾਲ ਜਾਂਦਾ ਹੈ। ਸਿਮਰਿਤ ਦਾ ਅਰਥ ਸਿਮਰਤੀਆਂ। ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥਾਂ ਦਾ ਨਾਮ ਹੈ ਸਿਮਰਤੀਆਂ। ਜੋ ਮਾਂ ਦੇ ਨਾਲ ਸਿਹਾਰੀ ਪਈ, ਉਹ ਰਾਰੇ ਨੂੰ ਲੱਗੇਗੀ ਜਾ ਕੇ ਪੈਰ ਵਿੱਚ ਪਿਆ ਰਾਰਾ। ਸਿਮਰਿਤ, ਇਹਨੂੰ ਸਿਮਰਤ ਨਹੀਂ ਬੋਲਣਾ। ਹਜ਼ੂਰ ਕਹਿੰਦੇ ਹਨ ਸੱਚੇ ਪਾਤਸ਼ਾਹ, ਤੇਰੇ ਅਨੇਕਾਂ ਸੇਵਕ ਕਈ ਸਿਮਰਤੀਆਂ ਅਤੇ ਸ਼ਾਸਤਰ ਪੜ੍ਹਦੇ ਨੇ। ਸ਼ਾਸਤ ਦਾ ਮਤਲਬ ਸ਼ਾਸਤਰ ਪੜ੍ਹਦੇ ਹਨ। ਕਰ ਕਿਰਿਆ ਖਟ ਕਰਮ ਕਰੰਤਾ। ਖਟ ਮੈਨੇ 6 ਧਾਰਮਿਕ ਕਰਮ।
ਦਾਨ ਦੇਣਾ, ਬ੍ਰਾਹਮਣ ਦੇ ਮੰਨੇ ਹੋਏ 6 ਕਰਮ ਨੇ। ਦਾਨ ਦੇਣਾ, ਦਾਨ ਲੈਣਾ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਯੱਗ ਕਰਨੇ, ਯੱਗ ਕਰਾਉਣੇ। ਆਪਣੇ ਵੱਲੋਂ ਮੰਨੇ ਹੋਏ ਨੇ ਵੀ ਇਹ ਪੂਜਾ ਦੇ ਸਾਧਨ ਨੇ, ਕਈ ਇਹ ਕਰਦੇ ਨੇ ਕਹਿੰਦੇ। ਉਹਨਾਂ ਦੇ ਦੱਸੇ ਹੋਏ 6 ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ, ਪਰ ਚੰਗੇ ਕਿਹੜੇ ਨੇ? ਆਪਣੇ ਆਪ ਨੂੰ ਦਾਵਾ ਤੇ ਕਰਨ ਵਾਲੇ ਬਹੁਤ ਨੇ। ਅਸੀਂ ਇਸ ਤਰੀਕੇ ਨਾਲ ਭਗਤੀ ਕਰਦੇ ਹਾਂ, ਅਸੀਂ ਇਸ ਤਰੀਕੇ ਨਾਲ ਭਗਤੀ ਕਰਦੇ ਹਾਂ। ਵੀਰ ਜੀ ਨੇ ਇਸ਼ਾਰਾ ਦਿੱਤਾ, ਉਹ ਸਮਝਣ ਵਾਲਾ ਹੈ, ਬੜਾ ਜ਼ਰੂਰੀ। ਜਦੋਂ ਭਗਤੀ ਵਿੱਚ ਪਿਆਰ ਦੀ ਥਾਂ ਤੇ ਲੋੜ ਆ ਜਾਏ ਨਾ, ਉਦੋਂ ਭਗਤੀ ਨਹੀਂ ਰਹਿੰਦੀ। ਕਦੇ ਬਾਣੀ ਪੜ੍ਹ ਕੇ ਵੇਖੋ, ਹਜ਼ੂਰ ਕਹਿੰਦੇ ਹਰੀ ਦੀ ਭਗਤੀ ਹੈ, ਹਰੀ ਦਾ ਪਿਆਰ। ਜੇ ਲੋੜ ਆ ਜਾਏ, ਪਿਆਰ ਚਲਾ ਜਾਏ, ਉਹ ਭਗਤੀ ਨਹੀਂ ਰਹਿੰਦੀ। ਸਾਡੇ ਜੀਵਨ ਵਿੱਚ ਲੋੜ ਹੈ, ਜਿਸ ਕਾਰਨ ਕਰਕੇ ਸਾਡੇ ਅੰਦਰ ਭਟਕਣਾ ਵੀ ਹੈ। ਹੁਣ ਮੈਂ ਕੁਝ ਉਦਾਹਰਨਾਂ ਦੇਣਾ। ਇਹ ਸਵਾਲ ਪੈਦਾ ਕਰੀਏ ਅਸੀਂ ਆਪਣੇ ਅੰਦਰ, ਬਾਣੀਆਂ ਤੇ ਬਹੁਤ ਨੇ, ਪਰ ਸੁਖਮਨੀ ਸਾਹਿਬ ਦਾ ਪਾਠ ਬੀਬੀਆਂ ਜ਼ਿਆਦਾ ਕਿਉਂ ਕਰਦੀਆਂ ਨੇ? ਸਵਾਲ ਪੈਦਾ ਕਰੋ ਆਪਣੇ ਅੰਦਰ ਕਿ ਬਾਣੀ ਵਿੱਚ ਵੰਡੀ ਹੈ? ਬਾਣੀ ਤੇ ਸਮੁੱਚੀ ਇੱਕੋ ਹੈ ਨਾ, ਇੱਕਾ ਬਾਣੀ। ਫਿਰ ਕੇਵਲ ਇੱਕ ਬਾਣੀ ਦਾ ਪਾਠ ਜ਼ਿਆਦਾ ਕਿਉਂ? ਕਿਉਂਕਿ ਸਾਡੇ ਅੰਦਰ ਇਹ ਵਿਸ਼ਵਾਸ ਹੈ ਕਿ ਸੁਖਮਨੀ ਬਾਣੀ ਪੜ੍ਹਨ ਨਾਲ ਸੁੱਖ ਮਿਲਦੇ ਨੇ, ਸਾਡੀ ਲੋੜ ਹੈ। ਅਸੀਂ ਉਹ ਬਾਣੀ ਪਕੜ ਲਈ। ਜਿਸ ਗੁਰਦੁਆਰਾ ਸਾਹਿਬ ਦਾ ਨਾਮ ਹੋ ਜਾਏ ਦੁੱਖ ਭੰਜਨ ਜਾਂ ਦੁੱਖ ਨਿਵਾਰਣ, ਉੱਥੇ ਸੰਗਤਾਂ ਦਾ ਇਕੱਠ ਜ਼ਿਆਦਾ ਹੈ, ਬਾਕੀ ਗੁਰਦੁਆਰਿਆਂ ਵਿੱਚ ਨਹੀਂ। ਕਿਉਂ? ਦਿੱਲੀ ਦੀ ਉਦਾਹਰਨ ਲੈ ਲਈਏ, ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ 2 ਸਥਾਨ ਨੇ, ਇੱਕ ਸੀਸਗੰਜ ਸਾਹਿਬ, ਇੱਕ ਰਕਾਬਗੰਜ ਸਾਹਿਬ। ਤੀਸਰਾ ਗੁਰਦੁਆਰਾ ਵੀ ਨਾਲ ਹੈ ਕਿ ਬੰਗਲਾ ਸਾਹਿਬ ਗੁਰਦੁਆਰਾ। ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਹੀ ਬਹੁਤ ਸੰਗਤਾਂ ਦਾ ਇਕੱਠ ਹੋਏਗਾ। ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਵੀ ਬਹੁਤ ਇਕੱਠ ਹੋਏਗਾ। ਪਰ ਰਕਾਬਗੰਜ ਸਾਹਿਬ ਗੁਰਦੁਆਰਾ ਵਿੱਚ ਲੋਕੀ ਫੰਕਸ਼ਨ ਤੇ ਸਾਰੇ ਉੱਥੇ ਹੀ ਕਰਦੇ ਨੇ, ਕਿਉਂਕਿ ਥਾਂ ਬਹੁਤ ਵੱਡੀ ਹੈ, ਵਿਆਹ ਸ਼ਾਦੀਆਂ, ਪਰ ਉੱਥੇ ਦੀਵਾਨ ਹਾਲ ਵਿੱਚ ਸੰਗਤਾਂ ਦਾ ਇਕੱਠ ਨਹੀਂ ਹੁੰਦਾ। ਕਿਉਂ? ਕਿਉਂਕਿ ਬੰਗਲਾ ਸਾਹਿਬ ਨਾਲ ਜੁੜਿਆ ਜਿਸ ਡਿਠੈ ਸਭ ਦੁੱਖ ਜਾਏ, ਸਾਡੀ ਲੋੜ ਹੈ, ਅਸੀਂ ਉੱਧਰ ਚਲੇ ਗਏ। ਸੀਸਗੰਜ ਸਾਹਿਬ ਜੀ ਨਾਲ ਜੁੜ ਗਿਆ ਇਹ ਗੱਲ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ, ਧਾਏ ਤੋਂ ਖਜ਼ਾਨੇ ਮਿਲਦੇ ਨੇ, ਅਸੀਂ ਫਟਾਫਟ ਚਲੇ ਗਏ ਉੱਥੇ। ਰਕਾਬਗੰਜ ਸਾਹਿਬ ਨਾਲ ਜੁੜਿਆ ਨਹੀਂ, ਅਸੀਂ ਉੱਤੇ ਗਏ ਹੀ ਨਹੀਂ। ਈਵਨ ਉਹਦੇ ਆਲੇ ਦੁਆਲੇ ਰਹਿਣ ਵਾਲੇ ਸਿੱਖ ਵੀ ਉੱਧਰ ਜਾਂਦੇ ਨੇ ਜ਼ਿਆਦਾ। ਜਿਸ ਪਾਣੀ ਨਾਲ ਜੁੜ ਜਾਏ, ਇਹਦੇ ਨਾਲ ਪੀਣਾ ਰੋਗ ਦੂਰ, ਅਸੀਂ ਫਟਾਫਟ ਪੀਪੀਆਂ ਚੁੱਕ ਕੇ ਉੱਧਰ ਦੌੜ ਪੈਂਦੇ ਨੇ। ਜਿਸ ਦੇਵਤੇ ਨਾਲ ਇਹ ਗੱਲ ਜੁੜ ਜਾਏ ਵੀ ਇਹਦੇ ਕੰਨ ਵਿੱਚ ਕੁਝ ਕਹਿ ਦਈਏ, ਅਗਲੇ ਸਾਲ ਪੂਰੀ ਹੋ ਜਾਂਦੀ ਹੈ, ਅਸੀਂ ਸਾਰੇ ਸਿਧਾਂਤ ਛਿੱਕੇ ਤੇ ਟਾਂਕੇ ਦੀ ਮੂਰਤੀ ਚੁੱਕ ਕੇ ਆਪਣੇ ਘਰ ਵਿੱਚ ਰੱਖ ਲੈਂਦੇ, ਜੋ ਕਈਆਂ ਨੇ ਰੱਖਣੀ ਆਉਣ ਵਾਲੇ ਸਮੇਂ ਵਿੱਚ। ਕਾਰਨ ਇੱਕੋ ਹੀ ਹੈ, ਹੋਰ ਕੋਈ ਕਾਰਨ ਨਹੀਂ ਹੈ। ਪਿਆਰ ਦੀ ਗੱਲ ਨਹੀਂ ਹੈ, ਲੋੜ ਦੀ ਗੱਲ ਹੋ ਜਾਂਦੀ। ਜਦੋਂ ਲੋੜ ਸਾਹਮਣੇ ਰੱਖਦੀ ਹੈ, ਅਸੀਂ ਫਿਰ ਇਹ ਪ੍ਰਵਾਹ ਨਹੀਂ ਕਰਦੇ ਕਿ ਧਰਮ ਕੀ ਕਹਿੰਦਾ ਹੈ। ਅਸੀਂ ਇਹ ਕਹਿੰਦੇ ਕਿ ਸਾਡਾ ਲੋੜ ਕਿੱਥੋਂ ਪੂਰੀ ਹੁੰਦੀ, ਗਲਤ ਤਰੀਕੇ ਸਾਡਾ ਉੱਧਰ ਹੀ ਸ਼ਰਧਾ ਬਣ ਜਾਂਦੀ, ਭਾਵੇਂ ਹੋਵੇ ਭਾਵੇਂ ਨਾ ਹੋਵੇ। ਸਿੱਖਾ, ਜੇ ਕਿਤੇ ਤੈਨੂੰ ਸਮਝ ਆ ਜਾਏ ਨਾ ਇਹ ਕਿ ਤੇਰੀ ਅਸਲੀ ਲੋੜ ਗੁਰੂ ਨੇ ਪੂਰੀ ਕਰਨੀ ਹੈ, ਬਾਣੀ ਨੇ ਪੂਰੀ ਕਰਨੀ ਹੈ, ਤੇਰੀ ਭਟਕਣਾ ਖਤਮ ਹੋ ਜਾਏ। ਅੱਜ ਮਨੁੱਖ ਕਿਸ ਤਰੀਕੇ ਨਾਲ ਭਟਕਿਆ ਫਿਰਦਾ ਹੈ, ਔਰ ਭਟਕਾਉਣ ਵਾਲੇ ਤੇ ਬਹੁਤ ਨੇ, ਐਸੇ ਤਰੀਕੇ ਨਾਲ ਭਟਕਾ ਰਹੇ ਨੇ। ਇੱਥੇ ਆਓ ਇਹ ਮਿਲ ਜਾਏਗਾ, ਇੱਥੇ ਆਓ ਮਿਲ ਜਾਏਗਾ। ਜਿਵੇਂ ਚੂਹੇ ਨੂੰ ਫਸਾਉਣ ਵਾਸਤੇ ਕੜਿੱਕੀਆਂ ਲੱਗੀਆਂ ਹੁੰਦੀਆਂ ਨੇ, ਅੰਦਰ ਇੱਕ ਬੂਟੀ ਲਾਈ ਹੁੰਦੀ ਹੈ, ਜਿਸ ਕੜਿੱਕੀ 'ਚ ਬੂਟੀ ਨਾ ਹੋਵੇ ਚੂਹਾ ਫਸਦਾ ਹੀ ਨਹੀਂ। ਹਰ ਇੱਕ ਨੇ ਆਪਣਾ ਡੇਰਾ ਆਦਿਕ ਬਣਾ ਕੇ ਉੱਥੇ ਆਹ ਤੁਹਾਡੀ ਲੋੜ ਦੀ ਇੱਕ ਬੋਟੀ ਟੰਗ ਦਿੱਤੀ ਵੀ ਤੁਹਾਡੀ ਆਹ ਲੋੜ ਪੂਰੀ ਹੋਏਗੀ ਜੇ ਇੱਥੇ ਆਓਗੇ। ਅਸੀਂ ਚੂਹੇ ਦੀ ਨਿਆਈ ਜਾਂਦੇ ਹਾਂ, ਉੱਥੇ ਜਾ ਕੇ ਫਸ ਜਾਂਦੇ ਹਾਂ। ਅਸੀਂ ਫਸਣਾ ਨਹੀਂ ਹੈ। ਅੱਜ ਅਸੀਂ ਬਾਣੀ ਵਿਚਾਰ ਰਹੇ ਹਾਂ, ਹਜ਼ੂਰ ਕਹਿੰਦੇ ਕੇਵਲ ਸੰਬੰਧ ਜਿਹੜਾ ਨਾ ਰੱਬ ਨਾਲ ਹੋਣਾ ਚਾਹੀਦਾ ਹੈ। ਰੱਬ ਤੋਂ ਛੁੱਟ, ਰੱਬ ਦੀ ਕਿਰਤ ਦੇ ਨਾਲ ਕਦੇ ਵੀ ਸਾਨੂੰ ਜੁੜਨਾ ਨਹੀਂ ਚਾਹੀਦਾ। ਗੁਰੂ ਸਾਹਿਬ ਨੇ ਆਪਣੇ ਨਾਲ ਵੀ ਨਹੀਂ ਜੋੜਿਆ, ਰੱਬ ਦੇ ਨਾਲ ਜੋੜਿਆ। ਹਜ਼ੂਰ ਇੱਥੇ ਸਾਨੂੰ ਸਮਝਾਉਂਦੇ ਨੇ ਭਗਤੀ ਕਰਨ ਵਾਲੇ ਤੇ ਬਹੁਤ ਨੇ, ਕਈ ਤਪ ਸਾਧਦੇ ਨੇ, ਕਈ ਇਹ ਕਰਦੇ ਨੇ, ਕਈ ਉਹ ਕਰਮ ਕਾਂਡ ਕਰਦੇ ਨੇ,
ਪਰ ਰੱਬ ਜੀ ਤੁਹਾਨੂੰ ਕਿਹੜੇ ਚੰਗੇ ਲੱਗਦੇ ਨੇ, ਕਿਹੜੇ ਚੰਗੇ ਨੇ? ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਹੇ ਦਾਸ ਨਾਨਕ, ਉਹੀ ਭਗਤ ਭਲੇ ਹਨ, ਉਹਨਾਂ ਦੀ ਹੀ ਘਾਲ ਕਮਾਈ ਕਬੂਲ ਹੋਈ ਜਾਣੋ, ਜੋ ਪਿਆਰੇ ਹਰ ਭਗਵੰਤ ਨੂੰ ਪਿਆਰੇ ਲੱਗਦੇ ਹਨ ਜੀ। ਦਵਾਈ ਦਾ ਇੱਕ ਕੰਮ ਹੈ ਮਨੁੱਖ ਦੀ ਜ਼ਿੰਦਗੀ ਦਾ ਰੋਗ ਕੱਟਣਾ, ਪਰ ਕਈ ਵਾਰੀ ਐਸਾ ਕਾਰਨ ਬਣਦਾ ਹੈ ਜਿਹੜੀ ਦਵਾਈ ਹੈ ਨਾ ਉਹ ਵੀ ਕਈ ਵਾਰੀ ਰਿਐਕਸ਼ਨ ਬਣ ਜਾਂਦੀ ਹੈ। ਦਵਾਈ ਦਾ ਕੰਮ ਤੇ ਰੋਗ ਕੱਟਣਾ ਹੈ, ਪਰ ਕਈ ਵਾਰੀ ਦਵਾਈ ਵੀ ਰਿਐਕਸ਼ਨ ਬਣ ਜਾਂਦੀ ਹੈ। ਉਹ ਬਦਕਿਸਮਤ ਲੋਕ ਨੇ ਜਿਨ੍ਹਾਂ ਨੂੰ ਦਵਾਈ ਵੀ ਰਿਐਕਸ਼ਨ ਕਰ ਜਾਏ। ਦਵਾਈ ਨੇ ਤੇ ਰੋਗ ਕੱਟਣਾ ਸੀ, ਦਵਾਈ ਇੱਕ ਆਪਣੇ ਆਪ 'ਚ ਰੋਗ ਬਣ ਗਈ। ਤੇ ਮੈਨੂੰ ਮਾਫ ਕਰਨਾ, ਬੰਦਗੀ ਤੇ ਇਸ ਲਈ ਕਰਨੀ ਸੀ ਵੀ ਸਾਡੀ ਜ਼ਿੰਦਗੀ ਦੇ ਜਿਤਨੇ ਵੀ ਰੋਗ ਨੇ ਉਹ ਸਾਰੇ ਖਤਮ ਹੋ ਜਾਣ। ਤੇ ਕਈ ਵਾਰੀ ਬੰਦਾ ਰੱਬ ਦੀ ਇਬਾਦਤ ਕਰਦਿਆਂ ਵੀ ਰੋਗੀ ਹੋ ਜਾਂਦਾ ਹੈ। ਕਿਉਂਕਿ ਤੁਸੀਂ ਕਦੇ ਦੇਖਿਓ, ਇੱਕ ਮੈਂ ਬੇਨਤੀ ਹੋਰ ਕਰਾਂ, ਅਸਲ ਵਿੱਚ ਸਾਡੇ ਉੱਤੇ ਕੁੰਡਾ ਘੜੀ ਦਾ ਹੈ। ਜੇ ਘੜੀ ਦਾ ਕੁੰਡਾ ਨਾ ਹੋਵੇ ਤੇ ਅਸੀਂ ਜ਼ਿਆਦਾ ਆਨੰਦ ਲੈ ਕੇ ਇਸ ਬਾਣੀ ਨੂੰ ਵਿਚਾਰੀਏ। ਖੈਰ, ਜੋ ਨਿਸ਼ਚਿਤ ਹੈ ਉਹਦੇ ਵਿੱਚ ਹੀ ਰਹੀਏ। ਤੁਸੀਂ ਕੱਲ ਚੇਤਾ ਰੱਖਿਓ, ਕਦੇ ਆਪਣੇ ਜੀਵਨ ਵਿੱਚ ਵਿਚਾਰ ਕੇ ਦੇਖਿਓ, ਜਿਹੜੀ ਹਉਮੈ ਹੈ ਨਾ ਉਹ ਹਮੇਸ਼ਾ ਚੰਗੇ ਕੰਮਾਂ 'ਚੋਂ ਪੈਦਾ ਹੁੰਦੀ ਹੈ, ਮਾੜੇ ਕੰਮਾਂ 'ਚੋਂ ਹਉਮੈ ਪੈਦਾ ਨਹੀਂ ਹੁੰਦੀ। ਦਾਸ ਕਈ ਵਾਰੀ ਅਰਜ਼ ਕਰਦਾ ਹੈ, ਤੁਸੀਂ ਕਦੇ ਇਸ ਗੱਲ ਨੂੰ ਵਿਚਾਰ ਕੇ ਦੇਖਿਓ ਆਪਣੇ ਜੀਵਨ ਕਾਲ ਅੰਦਰ, ਜੇ ਕਿਤੇ ਕੋਈ ਬੰਦਾ ਸਾਰੀ ਜ਼ਿੰਦਗੀ ਭਾਂਡੇ ਮਾਂਜਦਾ ਹੋਵੇ, ਕਦੇ ਮਾਣ ਨਾਲ ਨਹੀਂ ਕਹਿੰਦੇ ਵੀ ਮੈਂ ਸਾਰੀ ਜ਼ਿੰਦਗੀ ਰੈਸਟੋਰੈਂਟ 'ਚ ਭਾਂਡੇ ਮਾਂਜੇ ਨੇ, ਪਰ 2 ਦਿਨ ਗੁਰੂ ਘਰ ਦੇ ਭਾਂਡੇ ਮਾਂਜੇ ਤੇ ਪ੍ਰਗਟ ਕਰਦਾ। ਸਾਰੀ ਜ਼ਿੰਦਗੀ ਜਿੰਨਾ ਮਰਜ਼ੀ ਪੈਸਾ ਉਜਾੜ ਦੇਵੇ, ਪਰ ਗੁਰੂ ਘਰ ਵਿੱਚ ਥੋੜੇ ਜਿਹੇ ਖਰਚ ਕੇ ਵੀ ਮਾਣ ਮਹਿਸੂਸ ਕਰਦਾ, ਮੈਂ ਇੱਥੇ ਪੈਸਾ ਖਰਚੇ। ਸਾਰੀ ਜ਼ਿੰਦਗੀ ਭਾਵੇਂ ਲੋਕਾਂ ਦੇ ਬੂਟ ਜੋੜੇ ਪਾਲਿਸ਼ ਕਰਦਾ ਰਹੇ, ਪਰ ਕਦੇ ਕੋਈ ਮਾਣ ਨਾਲ ਨਹੀਂ ਕਹਿੰਦਾ। 2-3 ਗੁਰੂ ਘਰ ਦੇ ਜੋੜੇ ਪਾਲਿਸ਼ ਕਰ ਰਹੇ, ਸੰਗਤਾਂ ਦੇ ਬੜੇ ਮਾਣ ਨਾਲ ਪ੍ਰਗਟ ਕਰਦੇ, ਮੈਂ ਜੋੜੇ ਪਾਲਿਸ਼ ਕਰਨੇ, ਸੰਗਤਾਂ ਦੀ ਸੇਵਾ ਕਰਨਾ। ਕਿਉਂਕਿ ਜਿੰਨਾ ਵੀ ਹਉਮੈ ਦਾ ਕਰਮ ਹੈ ਨਾ, ਇਹ ਚੰਗੇ ਕੰਮਾਂ 'ਚੋਂ ਪੈਦਾ ਹੁੰਦਾ ਹੈ। ਜਿਹੜੀ ਬੇਨਤੀ ਕਰਨ ਲੱਗਾ ਸੋ ਉਹਦੇ ਵੱਲ ਖਿਆਲ ਕਰਿਓ। ਬੇਨਤੀ ਕਰਨ ਲੱਗਾ ਸਭ ਇੱਕ ਦਵਾਈ ਹੈ, ਰੱਬ ਦਾ ਨਾਮ, ਪਰ ਕਈ ਵਾਰੀ ਐਸੀ ਇਬਾਦਤ ਵੀ ਇੱਕ ਐਸਾ ਰਿਐਕਸ਼ਨ ਕਰ ਜਾਂਦੀ ਹੈ, ਉਹ ਬੰਦਾ ਉਸ ਤੋਂ ਵੀ ਵਧੇਕ ਜਿਹੜਾ ਹੰਕਾਰੀ ਹੋ ਜਾਂਦਾ ਹੈ। ਸ਼ੇਖ ਫਰੀਦ ਦਾ ਇੱਕ ਬਚਨ ਕਹਿਣ ਲੱਗਾ ਹੈ, ਉਹ ਕਹਿੰਦੇ ਜਿਹੜੀ ਖੇਤੀ ਧੁੱਪ ਨਾਲ ਸੁੱਕੀ ਉਹਨੂੰ ਪਾਣੀ ਦੇ ਦਿਓ, ਉਹਦਾ ਤੇ ਕੋਈ ਹੱਲ ਹੋ ਜਾਏਗਾ, ਪਰ ਜਿਹੜੀ ਖੇਤੀ ਪਾਣੀ ਵਿੱਚ ਹੀ ਸੜ ਗਈ ਉਹਨੂੰ ਕਿਵੇਂ ਹਰੀ ਕਰੋਗੇ? ਫਰੀਦਾ ਤੱਤੀ ਟੋਏ ਨਾ ਪੱਲਵੇ, ਜੇ ਜਲ ਟੁੱਬੀ ਦੇ, ਉਹਦਾ ਤੇ ਕੋਈ ਹੱਲ ਹੀ ਨਹੀਂ ਹੈ। ਇਸੇ ਤਰ੍ਹਾਂ ਤੋਂ ਜਿਹੜੀ ਬੇਨਤੀ ਮੈਂ ਕਰਨ ਲੱਗਾ ਸਾਂ, ਹਜ਼ੂਰ ਕਹਿਣ ਲੱਗੇ ਵੀ ਸੱਜਣਾ ਇੱਕ ਗੱਲ ਚੇਤਾ ਰੱਖੀ, ਜਿਹੜਾ ਗੁਰੂ ਦਾ ਕੰਮ ਹੈ ਨਾ ਉਹ ਡਬਲ ਹੈ, ਗੁਰੂ ਦਾ ਇਕੱਲਾ ਕੰਮ ਨਹੀਂ ਹੈ। ਤਦ ਹੀ ਆਪਾਂ ਕਈ ਵਾਰੀ ਕਹਿੰਦੇ ਵੀ ਜਿਹੜੇ ਲੋਕ ਬੰਦਗੀ ਕਰਦੇ ਸਨ, ਇਕੱਲੇ ਬੈਠ ਕੇ ਭਗਤੀ ਕਰਦੇ ਸਨ, ਜੰਗਲਾਂ ਵਿੱਚ ਚਲੇ ਗਏ, ਪਹਾੜਾਂ ਵਿੱਚ ਚਲੇ ਗਏ, ਜੋਗੀ ਸਨ, ਸਿੱਧ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਕਿਉਂ ਕਿਹਾ ਵੀ ਤੁਸੀਂ ਕਬੂਲ ਨਹੀਂ ਪੈਣਾ? ਉਹ ਇਸੇ ਲਈ ਕਿਹਾ ਕਿਉਂਕਿ ਤੁਸੀਂ ਗੁਰੂ ਨਾਲ ਮਿਲ ਕੇ ਬੰਦਗੀ ਨਹੀਂ ਕਰਦੇ। ਗੁਰੂ ਨਾਲ ਮਿਲ ਕੇ ਬੰਦਗੀ ਕਰਨ 'ਚ ਕੀ ਅੰਤਰ ਹੈ? ਉਹਦੇ ਵਿੱਚ ਅੰਤਰ ਇਹ ਹੈ, ਸਾਹਿਬ ਦੀ ਬਾਣੀ ਦਾ ਇੱਕ ਨਿਰਮਲ ਬਚਨ ਹੈ, ਹਰ ਨਾਮੋ ਮੰਤਰ ਦ੍ਰਿੜਾਇਂਦਾ। ਪੰਕਤੀ ਬੜੀ ਸੌਖੀ ਹੈ, ਅਗਲਾ ਪੱਖ ਹਰ ਨਾਮੋ ਮੰਤਰ ਦ੍ਰਿੜਾਇਂਦਾ। ਅਗਲੀ ਪੰਕਤੀ ਕੀ ਹੈ? ਕੱਟੇ ਹਉਮੈ ਰੋਗ। ਜਿਉਂ-ਜਿਉਂ ਬੰਦਗੀ ਕਰਦਾ ਜੀਵ, ਰੱਬੀ ਗੁਣਾਂ ਨੂੰ ਧਾਰਨ ਕਰਦਾ, ਉਹਦੇ ਅੰਦਰਲੇ ਪੈਦਾ ਹੁੰਦੇ ਹੰਕਾਰ ਨੂੰ ਗੁਰੂ ਉਹਦੇ ਵਿੱਚੋਂ ਕੱਢਦਾ ਰਹਿੰਦਾ। ਹੁਣ ਜਿਹੜੀ ਅੱਜ ਗੱਲ ਆਪਾਂ ਕਰਨੀ, ਮੈਂ ਬਿਲਕੁਲ ਸੰਖੇਪ ਰੂਪ 'ਚ ਕਰਦੇ ਹਾਂ। ਸਾਹਿਬ ਕਹਿੰਦੇ ਵੀ ਦੇਖ, ਇਬਾਦਤ ਤੇ ਬੜੇ ਲੋਕ ਕਰਦੇ ਨੇ ਔਰ ਉਹਦੀ ਭਗਤੀ ਦੇ ਭੰਡਾਰੇ ਭਰੇ ਪਏ ਨੇ, ਕੋਈ ਅੰਤਰ ਨਹੀਂ ਹੈ। ਉਹਦੀ ਭਗਤੀ ਕਰਨ ਵਾਲੇ ਉਹ ਲੋਕ ਨੇ ਜਿਹੜੇ ਉਹਦੀ ਸਲਾਹਨਾ ਕਰਦੇ ਨੇ, ਜਿਹੜੇ ਉਹਦੀ ਉਪਮਾ ਕਰਦੇ ਨੇ। ਕੋਈ ਸਮਾਧੀਆਂ ਲਾ ਕੇ ਬੈਠਦਾ, ਕੋਈ ਧਾਰਮਿਕ ਗ੍ਰੰਥਾਂ ਦੇ ਬੋਲਾਂ ਨੂੰ ਕਮਾਉਂਦਾ ਹੈ, ਕੋਈ ਅਨੇਕਾਂ ਤਰ੍ਹਾਂ ਦੀ ਪੂਜਾ ਕਰਦਾ, ਕੋਈ ਕੁਝ ਕਰਦਾ, ਕੋਈ ਕੁਝ ਕਰਦਾ। ਪਰ ਇੱਕ ਗੱਲ ਚੇਤਾ ਰੱਖੀਓ ਸੱਜਣਾ, ਜਿਹਨੂੰ ਵੀ ਪੁੱਛੇਗਾ ਨਾ, ਹਰ ਬੰਦਾ ਇੱਕੋ ਹੀ ਗੱਲ ਕਹੇਗਾ, ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਘੱਟ ਤੇ ਕੋਈ ਵੀ ਨਹੀਂ ਕਹਾਉਂਦਾ, ਹਰੇਕ ਹੀ ਕਹਿੰਦਾ ਮੈਂ ਰੱਬ ਦਾ ਠੇਕੇਦਾਰ, ਤੇ ਅਸਲ ਵਿੱਚ ਮੈਂ ਹਾਂ। ਤੁਸੀਂ ਤੇ ਐਵੇਂ ਤੁਰੇ ਫਿਰਦੇ ਹੋ, ਅਸਲ ਵਿੱਚ ਤੇ ਰੱਬ ਮੈਂ ਬੋਝੇ ਪਾਈ ਫਿਰਨਾ। ਹਰੇਕ ਹੀ ਬੰਦਾ ਕਹਿੰਦਾ ਮੈਂ ਤੁਹਾਨੂੰ ਰੱਬ ਮਿਲਾਉਣਾ। ਪਰ ਸਾਹਿਬ ਕਹਿੰਦੇ ਨੇ, ਭਲਿਆ ਇੱਕ ਗੱਲ ਚੇਤਾ ਰੱਖੀ, ਉਹਦੇ ਕਹਿਣ ਤੇ ਇਤਬਾਰ ਨਾ ਕਰੀ। ਭਗਤ ਉਹੀਓ ਚੰਗੇ ਨੇ, ਭਗਤੀ ਉਸੇ ਦੀ ਕਬੂਲ ਹੁੰਦੀ ਹੈ, ਜਾਂ ਜੀਵਨ ਦੀਆਂ ਕਣੀਆਂ ਉਸੇ ਦੀਆਂ ਕਬੂਲ ਹੁੰਦੀਆਂ ਨੇ, ਜੋ ਭਾਵੇਂ ਮੇਰੇ ਹਰ ਭਗਵੰਤਾ
ਆਪਣੇ ਕਹਿਣ ਉੱਤੇ ਕਿਸੇ ਨੂੰ ਭਗਤ ਨਾ ਮੰਨ ਲਵੀਂ। ਅਜੋਕਾ ਸਮਾਂ ਕੀ ਹੈ? ਤੁਸੀਂ ਸਾਡਾ ਨਾਮ ਅਨਾਉਂਸ ਕਰ ਦਿਓ, ਭਈ ਜਦੋਂ ਚੋਰ ਤੇ ਠੱਗ ਆਏ ਨੇ ਅਸੀਂ ਤੜਫ ਜਾਵਾਂਗੇ ਅਸੀਂ, ਪਰ ਤੁਸੀਂ ਮੇਰੇ ਨਾਲ ਚੋਰ ਜਾਂ ਠੱਗ ਕਿਉਂ ਲਾਤਾ? ਜੇ ਮੇਰੇ ਗੁਣ ਨੂੰ ਤੁਸੀਂ ਘਟਾ ਕੇ ਕਹਿੰਦੇ ਹੋ ਮੈਨੂੰ ਤੜਫਣਾ ਲੱਗਦੀ ਹੈ। ਜੇ ਤੁਸੀਂ ਮੇਰੇ ਗੁਣ ਨੂੰ ਮੇਰੇ ਤੋਂ ਵਧਾ ਕੇ ਕਹਿੰਦੇ ਹੋ ਫਿਰ ਵੀ ਮੈਨੂੰ ਤੜਫਣਾ ਲੱਗਣੀ ਚਾਹੀਦੀ ਹੈ, ਕਿਉਂਕਿ ਮੇਰਾ ਗੁਰੂ ਕਹਿੰਦਾ ਉਸਤਤ ਨਿੰਦਾ ਦੋ ਤਿਆਗੈ। ਜਿਹੜੇ ਹੁਣ ਆਪਣੇ ਹੀ ਨਾਮ ਨਾਲ ਆਪ, ਮੈਨੂੰ ਤੇ ਪਤਾ ਨਾ ਵੀ ਮੇਰਾ ਇਸ਼ਤਿਹਾਰ ਛਪਿਆ, ਜੇ ਮੇਰੇ ਇਸ਼ਤਿਹਾਰ ਦੇ ਉੱਤੇ ਛਪਿਆ ਇੰਨੇ ਵੱਡੇ ਸਾਰੇ ਅੱਖਰ ਲਾ ਕੇ ਕਈ ਕੁਝ ਨਾਲ ਲਾ ਕੇ, ਤੇ ਫਿਰ ਮੈਨੂੰ ਤੜਫਣਾ ਚਾਹੀਦਾ ਵੀ ਮੇਰੇ ਵਿੱਚ ਤਾਂ ਗੁਣ ਹੈ ਨਹੀਂ ਜਿਹੜੇ ਮੇਰੇ ਬਾਰੇ ਵਿੱਚ ਛਪ ਗਏ ਨੇ, ਤੇ ਮੈਨੂੰ ਤੜਫਣਾ ਚਾਹੀਦਾ ਮੇਰੇ ਬਾਰੇ 'ਚ ਕਿਉਂ ਛਪੇ। ਪ੍ਰਬੰਧਕਾਂ ਨੂੰ ਸਾਫ਼ ਜਵਾਬ ਦੇ ਦਿਆਂ ਵੀ ਮੈਂ ਤੁਹਾਡੇ ਪ੍ਰੋਗਰਾਮ ਤੇ ਨਹੀਂ ਜੇ ਆਉਣਾ, ਕਿਉਂਕਿ ਤੁਸੀਂ ਮੇਰੇ ਤੋਂ ਮੇਰੇ ਗੁਣ ਵਧੀਕ ਛਾਪੇ ਨੇ ਤੇ ਮੈਨੂੰ ਇਸ ਹਉਮੈ ਦੀ ਲੋੜ ਨਹੀਂ। ਉਹ ਭਗਤ ਚੰਗੇ ਨੇ ਜਿਹੜੇ ਰੱਬ ਨੂੰ ਕਬੂਲ ਨੇ। ਅਸੀਂ ਆਪਣੇ ਆਪ ਨੂੰ ਹੀ ਬ੍ਰਹਮ ਗਿਆਨੀ ਬਣੀ ਜਾਈਏ, ਇਹ ਮੇਰਾ ਮਾਲਕ ਨਹੀਂ ਕਬੂਲ ਕਰਦਾ। ਸਾਹਿਬ ਕਹਿੰਦੇ ਉਹ ਭਗਤ ਚੰਗੇ ਨੇ, ਉਹਨਾਂ ਦੇ ਤਰੀਕੇ ਚੰਗੇ ਨੇ, ਉਹਨਾਂ ਦੀ ਜਾਚ ਚੰਗੀ ਹੈ, ਜਿਹੜੇ ਮੇਰੇ ਮਾਲਕ ਪਰਮੇਸ਼ਰ ਦੇ ਘਰ ਕਬੂਲ ਹੋ ਗਏ ਜੀ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੈ ਵਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਗੱਲ ਫਿਰ ਰੱਬ ਜੀ ਨਾਲ ਚੱਲ ਰਹੀ ਹੈ। ਹੁਣ ਦੇਖੋ ਇਹ ਸ਼ਬਦ ਪੜ੍ਹਨ ਲੱਗਿਆਂ ਕਿਵੇਂ ਰੱਬ ਜੀ ਦੀ ਹੋਂਦ ਸਾਡੇ ਸਾਹਮਣੇ ਇੱਕਦਮ, ਜਿਵੇਂ ਇੰਨੀ ਦੇਰ ਅਸੀਂ ਗੱਲ ਕਰਨੀ, ਇਹ ਤਾਂ ਸ਼ਬਦ ਪੜ੍ਹਨ ਲੱਗੇ ਅਸੀਂ ਮਿੰਟ ਲਾਉਂਦੇ। ਇੱਕ ਕਿਸੇ ਬਹੁਤ ਸਤਿਕਾਰਯੋਗ ਹਸਤੀ ਨਾਲ ਮਿਲਣਾ ਹੋਵੇ, ਜਿਹਨੂੰ ਅਸੀਂ ਸਤਿਕਾਰਯੋਗ ਸਮਝਦੇ ਹਾਂ, ਚਲੋ ਮੈਂ ਦੁਨਿਆਵੀ ਪੱਧਰ ਤੇ ਆ ਜਾਣਾ, ਛੇਤੀ ਸਮਝ ਆ ਜਾਏਗੀ। ਜੇ ਕੋਈ ਫਿਲਮੀ ਐਕਟਰ ਤੁਹਾਨੂੰ ਉਹਦੇ ਨਾਲ ਗੱਲ ਕਰਨ ਦਾ ਸੁਭਾਗ ਮਿਲ ਜਾਏ, ਅਸੀਂ ਕਿਵੇਂ ਗੱਲ ਕਰਾਂਗੇ? ਅਸੀਂ 1 ਮਿੰਟ 'ਚ ਕਰਕੇ ਉਹ ਜਾਵਾਂਗੇ ਪਰਾਂ। ਸਾਡੀ ਇਹੀ ਚਾਹਨਾ ਹੋਏਗੀ ਕਿ ਬੜੇ ਆਰਾਮ ਦੇ ਨਾਲ, ਠਰਮੇ ਦੇ ਨਾਲ ਇਹਦੇ ਗੱਲ ਕਰਾਂ, ਇਹਦੀ ਗੱਲ ਸੁਣਾ, ਜਿਹਨੂੰ ਅਸੀਂ ਚੰਗਾ ਸਮਝਦੇ ਹਾਂ। ਹੁਣ ਇੱਥੇ ਰੱਬ ਜੀ ਨਾਲ ਗੱਲਾਂ ਹੋ ਰਹੀਆਂ ਨੇ, ਫਿਰ ਇੱਥੇ ਕਾਹਲ ਕਿਉਂ? ਇੱਥੇ ਤੇਜ਼ੀ ਕਿਉਂ? ਇੱਥੇ ਉਹਦੀ ਕਹੀ ਹੋਈ ਗੱਲ ਨੂੰ ਅਣਸੁਣਿਆ ਕਿਉਂ? ਇੱਥੇ ਸਾਡਾ ਧਿਆਨ ਭਟਕਿਆ ਕਿਉਂ? ਇਹ ਕਈ ਸਵਾਲ ਨੇ ਜੋ ਅਸੀਂ ਆਪਣੇ ਅੰਦਰ ਪੈਦਾ ਕਰਕੇ ਉਹਦਾ ਜਵਾਬ ਖੁਦ ਹੀ ਲੱਭਣਾ ਹੈ ਤੇ ਆਪਣੇ ਆਪ ਨੂੰ ਸੁਧਾਰਨਾ ਹੈ। ਹਜ਼ੂਰ ਕਹਿੰਦੇ ਨੇ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਐ ਮੇਰੇ ਮਾਲਕਾ, ਤੂੰ ਸਾਰੇ ਜਗਤ ਦਾ ਮੂਲ ਹੈ। ਆਦਿ ਮੈਨੇ ਮੁੱਢ, ਸਭ ਦਾ ਮੁੱਢ ਤੂੰ ਹੈ। ਫਿਰ ਪੁਰਖ, ਪੁਰਖ ਮੈਨੇ ਸਭ ਵਿੱਚ ਵਿਆਪਕ ਹੈ। ਅਪਰੰਪਰ, ਤੂੰ ਬੇਅੰਤ ਹੈ। ਕਰਤਾ, ਸਭ ਨੂੰ ਪੈਦਾ ਕਰਨ ਵਾਲਾ ਹੈ। ਤੁਧ ਜੇਵੜ ਅਵਰ ਨਾ ਕੋਈ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ। ਕਿੰਨੇ ਗੁਣ ਰੱਬ ਦੇ ਕਹੇ, ਕਿਤੇ ਅੰਦਰੋਂ ਕਹਿ ਦਈਏ ਰੱਬ ਨੂੰ ਇਹ ਸਭ ਕੁਝ ਮਹਿਸੂਸ ਕਰਕੇ, ਇੱਕ ਇੱਕ ਗੁਣ ਨੂੰ ਮਹਿਸੂਸ ਕਰਕੇ, ਹਾਂ ਇਹ ਸਭ ਕੁਝ ਮੇਰੇ ਨਾਲ ਹੋਇਆ ਹੈ। ਫਿਰ ਹਜ਼ੂਰ ਕਹਿੰਦੇ ਨੇ ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ, ਇਹਨੂੰ ਨਹਿਚਲ ਨਹੀਂ ਬੋਲਣਾ, ਤੂੰ ਨਿਹਚਲ ਕਰਤਾ ਸੋਈ। ਹਜ਼ੂਰ ਕਹਿੰਦੇ ਨੇ ਸੱਚੇ ਪਾਤਸ਼ਾਹ, ਤੂੰ ਹਰੇਕ ਯੁੱਗ ਵਿੱਚ ਇੱਕ ਆਪ ਹੀ ਹੈ, ਤੂੰ ਸਦਾ ਆਪ ਹੀ ਹੈ, ਤੂੰ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਸਭ ਦਾ ਪੈਦਾ ਕਰਨ ਵਾਲਾ ਹੈ, ਸਭ ਦੀ ਸਾਰ ਲੈਣ ਵਾਲਾ ਹੈ। ਜੇ ਕਿਤੇ ਰੱਬ ਤੇ ਇੰਨਾ ਭਰੋਸਾ ਆ ਜਾਏ, ਭਟਕਣਾ ਤੇ ਆਪੇ ਖਤਮ ਹੋ ਜਾਂਦੀ ਹੈ। ਅਸੀਂ ਰੱਬ ਨੂੰ ਇਦਾਂ ਸਮਝਿਆ ਹੀ ਨਹੀਂ, ਗੁਰੂ ਨੂੰ ਇਦਾਂ ਸਮਝਿਆ ਹੀ ਨਹੀਂ। ਜੇ ਕਿਤੇ ਸਮਝਿਆ ਹੁੰਦਾ, ਮੈਂ ਕਹਿੰਦਾ ਦੁਨੀਆ ਜ਼ੋਰ ਲਾ ਦਿੰਦੀ, ਅਸੀਂ ਆਪਣੇ ਗੁਰੂ ਘਰ ਦਾ ਦਰ ਛੱਡ ਕੇ ਕਦੇ ਨਾ ਜਾਂਦੇ। ਗੁੱਸਾ ਨਾ ਕਰਨਾ, ਪਰ ਸਾਨੂੰ ਜਾਨਵਰਾਂ ਤੋਂ ਵੀ ਸਿੱਖਣਾ ਚਾਹੀਦਾ ਹੈ। ਕੁੱਤਾ ਹੁੰਦਾ ਹੈ ਨਾ, ਕਹਿੰਦੇ ਇਹਨੂੰ ਬੋਰੀ ਵਿੱਚ ਪਾ ਕੇ ਵੀ ਨਾ ਕਈ ਵਾਰ ਦੂਰ ਛੱਡਿਆ ਹੁੰਦਾ ਕਿ ਮੁੜ ਕੇ ਨਾ ਆਵੇ।
ਪਰ ਅਕਸਰ ਕੁੱਤਾ ਕਾਮਯਾਬ ਹੋ ਜਾਂਦਾ, ਮੁੜ ਕੇ ਫਿਰ ਮਾਲਕ ਦੇ ਘਰ ਪਹੁੰਚ ਜਾਂਦਾ ਹੈ। ਹਾਲਾਂਕਿ ਕੁੱਤੇ ਨੂੰ ਕਿਤਨਾ ਕੁਝ ਦਿੱਤਾ ਮਾਲਕ ਨੇ, ਕੀ ਕੁਝ ਦਿੱਤਾ ਹੋਵੇਗਾ, ਸੰਗਲੀ ਨਾਲ ਬੰਨ੍ਹ ਕੇ ਰੱਖਿਆ ਹੈ, ਪਰ ਫਿਰ ਵੀ ਉਹ ਵੇਖੋ ਆਪਣੇ ਮਾਲਕ ਤੇ ਇੰਨਾ ਇਤਬਾਰ ਕਰਦਾ ਹੈ। ਉਹਨੂੰ ਦੂਰ ਛੱਡ ਕੇ ਆਏ ਬੋਰੀ ਵਿੱਚ ਲਪੇਟ ਕੇ ਤਾਂ ਕਿ ਰਸਤਾ ਪਤਾ ਨਾ ਲੱਗੇ। ਉਹ ਸੁੰਘਦਾ ਲੱਭਦਾ ਲਭਾਉਂਦਾ ਫਿਰ ਮਾਲਕ ਦੇ ਘਰ ਪਹੁੰਚ ਗਿਆ। ਅਸੀਂ ਉਂ ਖੁੱਲੀਆਂ ਅੱਖਾਂ ਦੇ ਨਾਲ ਹੀ ਆਪਣੇ ਮਾਲਕ ਦਾ ਦਰ ਛੱਡ ਕੇ ਤੇ ਦੁੱਧ ਭਟਕੀ ਜਾਂਦੇ ਆ। ਕੁੱਤੇ ਬਾਜੀ ਮਾਰ ਗਏ। ਮਾਲਕ ਕਹਿੰਦੇ ਸਨ ਜੇ ਰੱਬ ਨੂੰ ਸਿਮਰਨ ਕਰਨਾ ਨਾ, ਕੁੱਤੇ ਕੋਲੋਂ ਸਿੱਖ, ਕੁੱਤੇ ਕੋਲੋਂ ਸਿੱਖ। ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ। ਨਾਨਕ ਇਹ ਵਿਧੀ ਹੈ। ਅਸੀਂ ਕਿ ਤਰੀਕਾ ਦੱਸੋ ਜੀ ਨਾਮ ਸਿਮਰਨ ਦਾ। ਲਓ ਦੱਸ, ਪੁੱਛ ਲਓ ਵਿਧੀ, ਤਰੀਕਾ ਹੀ ਹੈ। ਵਿਧ ਅਰਥ ਵਿਧੀ, ਤਰੀਕਾ। ਇਹ ਵਿਧ ਕੁੱਤੇ ਕੋ ਨਾ ਮਾਲਾ ਹੈ, ਨਾ ਕੁੱਤਾ ਆਪਣੇ ਮਾਲਕ ਦਾ ਨਾਮ ਲੈਂਦਾ ਹੈ। ਸਤਿਗੁਰ ਕਹਿੰਦੇ ਇਹ ਵਿਧ, ਇਸ ਵਿਧੀ ਦੇ ਰਾਹੀਂ ਨਾਨਕ ਇਹ ਵਿਧ ਹਰ ਭਜੋ। ਇਸ ਤਰੀਕੇ ਦੇ ਨਾਲ, ਇਸ ਵਿਧੀ ਨਾਲ ਹਰੀ ਦਾ ਭਜਨ ਕਰਨਾ ਚਾਹੀਦਾ ਹੈ। ਖੈਰ ਹਜ਼ੂਰ ਸਾਨੂੰ ਇੱਥੇ ਸਮਝਾ ਰਹੇ ਹਨ, ਸਾਨੂੰ ਭਰੋਸਾ ਆ ਜਾਏ, ਅਸੀਂ ਵੀ ਕਹੀਏ ਸੱਚੇ ਪਾਤਸ਼ਾਹ ਨਿਹਚਲ ਕਰਤਾ ਸੋਈ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਕਰਤਾ ਹੈ, ਸਭ ਦੀ ਸਾਰ ਲੈਣ ਵਾਲਾ ਹੈ। ਨਿਹਚਲ ਮੈਨੇ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਤੂੰ ਜੁਗ ਜੁਗ ਏਕੋ ਦੇ ਅਸੀਂ ਅਰਥ ਕਰ ਲਏ। ਆਓ ਅੱਗੇ ਵਧੀਏ। ਤੁਧ ਆਪੇ ਭਾਵੈ, ਜਦੋਂ ਅਸੀਂ ਸਮਝ ਆਵਾਂਗੇ ਨਾ, ਹੇ ਪ੍ਰਭੂ ਜਗਤ ਵਿੱਚ ਉਹੀ ਹੁੰਦਾ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ। ਅਸੀਂ ਕਦੇ ਵੀ ਫਿਰ ਇਹ ਨਹੀਂ ਚਾਹਾਂਗੇ ਜੋ ਮੈਨੂੰ ਚਾਹੀਦਾ ਉਹ ਹੋ ਜਾਏ। ਅਸੀਂ ਕਹਾਂਗੇ ਰੱਬਾ ਹੋਣਾ ਤਾਂ ਉਹੀ ਹੈ ਜੋ ਤੂੰ ਕਰਨਾ, ਤੇ ਅਸੀਂ ਹੁਣ ਕਹਿ ਵੀ ਇਹਦੀ ਜੋ ਤੈਨੂੰ ਚੰਗਾ ਲੱਗਦਾ ਤੂੰ ਉਹ ਕਰ। ਮੈਂ ਹੈਰਾਨ ਰਹਿ ਗਿਆ, ਮੱਥਾ ਟੇਕ ਰਿਹਾ ਸਾਂ, ਚਾਹਲ ਸਾਹਿਬ ਕਰਕੇ ਅਸੀਂ ਜਾਣਦੇ ਹਾਂ ਚੰਡੀਗੜ੍ਹ ਦੇ ਵਿੱਚ ਨੇ, ਉਹ ਵੀ ਮੇਰੇ ਨਾਲ ਮੱਥਾ ਟੇਕਣ ਲੱਗ ਗਏ। ਉਹ ਉੱਚੀ ਸਾਰੀ ਬੋਲੇ, ਮੈਂ ਸੁਣ ਲਿਆ। ਕਹਿੰਦੇ ਸੱਚੇ ਪਾਤਸ਼ਾਹ ਮੈਂ ਚੱਲਿਆ ਰਾਹ ਦੇ ਵਿੱਚ, ਜੇ ਤੂੰ ਐਕਸੀਡੈਂਟ ਕਰਵਾਉਣਾ ਹੋਏ ਤੇ ਪਿਆ ਕਰਾ ਦੀ, ਕੋਈ ਗੱਲ ਨਹੀਂ, ਕਹਿ ਕੇ ਮੱਥਾ ਟੇਕ ਦਿੱਤਾ। ਮੈਨੂੰ ਬੜੀ ਅਜੀਬ ਜਿਹੀ ਲੱਗੀ, ਤੇ ਮੈਂ ਬਾਅਦ 'ਚ ਮਿਲਿਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਹੈ। ਤੇ ਗੱਲਾਂ ਗੱਲਾਂ ਵਿੱਚ ਮੈਂ ਪੁੱਛ ਵੀ ਲਿਆ ਤੇ ਹੱਸ ਪਏ। ਕਹਿੰਦੇ ਹੋਣਾ ਤੇ ਉਹੀ ਹੈ ਜੋ ਰੱਬ ਨੇ ਕਰਾਉਣਾ ਹੈ। ਮੈਂ ਤੇ ਆਪਣੇ ਰੱਬ ਤੇ ਭਰੋਸਾ ਹੈ, ਜੇ ਐਕਸੀਡੈਂਟ ਕਰਾਏਗਾ ਨਾ ਉਹਦੇ ਵਿੱਚ ਮੇਰਾ ਭਲਾ ਹੀ ਹੋਏਗਾ। ਕਹਿੰਦੇ ਹੁਣ ਐਸਾ ਭਰੋਸਾ ਸਾਡਾ ਨਹੀਂ ਹੈ। ਹਜ਼ੂਰ ਕਹਿੰਦੇ ਨੇ ਅਸਲੀਅਤ ਇਹ ਹੈ ਕਿ ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਹੇ ਮੇਰਿਆ ਮਾਲਕਾ, ਜਗਤ ਵਿੱਚ ਉਹੀ ਹੁੰਦਾ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਜੋ ਤੂੰ ਆਪ ਹੀ ਕਰਦਾ ਹੈ। ਹੇ ਪ੍ਰਭੂ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ, ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ਼ ਕਰਦਾ ਹੈ। ਉਪਾਈ ਮੈਨੇ ਪੈਦਾ ਕਰਨੀ, ਗੋਈ ਮੈਨੇ ਸਿਰਜ ਕੇ ਸਾਰੀ ਸ੍ਰਿਸ਼ਟੀ, ਤੇ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਨਾਸ਼ ਵੀ ਕੌਣ ਕਰਦਾ ਹੈ? ਰੱਬ ਕਰਦਾ ਹੈ। ਹੁਣ ਫਿਰ ਮਾਰਨ ਵਾਲਾ ਕੋਈ ਹੋਰ, ਪੈਦਾ ਕਰਨ ਵਾਲਾ ਕੋਈ ਹੋਰ, ਰੋਟੀ ਦੇਣ ਵਾਲਾ ਕੋਈ ਹੋਰ, ਕਿਸੇ ਹੋਰ ਦੀ ਫਿਲਾਸਫੀ ਹੋਏਗੀ। ਸਿੱਖੀ ਦੀ ਫਿਲਾਸਫੀ ਨਹੀਂ ਹੈ। ਮਾਰਨ ਵਾਲਾ ਵੀ ਇੱਕੋ ਹੀ ਹੈ, ਪੈਦਾ ਕਰਨ ਵਾਲਾ ਵੀ ਇੱਕੋ ਹੀ ਹੈ। ਹਜ਼ੂਰ ਕਹਿੰਦੇ ਹਨ, ਤੇ ਅਖੀਰ ਵਿੱਚ ਮੇਰੇ ਮਾਲਕ ਸਾਨੂੰ ਸਮਝਾ ਰਹੇ ਹਨ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਉਂਦਾ ਹੈ, ਉਸ ਕਰਤਾਰ ਦੇ। ਕਿਉਂਕਿ ਕਈ ਆਪੂ ਬਣ ਕੇ ਬੈਠੇ ਨੇ ਕਰਤਾਰ, ਉਹ ਸਮਝ ਲਿਆ ਵੀ ਇਹ ਕਰਤਾਰ ਨੇ। ਹਜ਼ੂਰ ਕਹਿੰਦੇ ਨਹੀਂ, ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਉਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਜੀ। ਸਿੱਖ ਜਗਤ ਵਿੱਚ ਇੱਕ ਪੰਕਤੀ ਅਸੀਂ ਖੜੇ ਹੋ ਕੇ ਗੁਰੂ ਦੇ ਹਜ਼ੂਰ ਤੇ ਬਹੁਤ ਵਾਰੀ ਪੜ੍ਹਦੇ ਹਾਂ, ਬਹੁਤ ਵਾਰੀ ਪੜ੍ਹਨੇ ਆ। ਦੂਜੀ ਪੰਕਤੀ ਹਰੇਕ ਸਿੱਖ ਸੁਭਾਗਾ ਹੈ ਜਿਹੜਾ ਆਪਣੀ ਰਸਨਾ ਦੀ ਨੋਕ ਨਾਲ ਜਪਜੀ ਸਾਹਿਬ ਦੀ ਪੰਕਤੀ ਪੜ੍ਹਦਾ ਹੈ। ਮੈਂ ਦੋਵੇਂ ਪੰਕਤੀਆਂ ਤੁਹਾਡੇ ਸਨਮੁਖ ਰੱਖਾਂ। ਪਹਿਲੀ ਪੰਕਤੀ, ਜਦੋਂ ਅਸੀਂ ਖਲੋ ਕੇ ਅਰਦਾਸ ਕਰਨੇ ਆ ਤੇ ਉਦੋਂ ਸੁਖਮਨੀ ਸਾਹਿਬ ਦਾ ਬਚਨ ਪੜ੍ਹਨੇ ਆ। ਸਗਲ ਸਮੱਗਰੀ
तुमरे सूत्र धारी, तुम ते होए सो आज्ञाकारी। जितनी भी कायनात में वेखना है, ये तेरे हुक्म की डोरी विच बन्नी हुई है, तेरे तो बाहर कुछ भी नहीं है। फिर मेरा की फर्ज बनता है, ये मैं जपजी साहिब च सवेरे पढ़ना है, हुक्म रजाई चलना नानक लिखिया नाल। मैंने हुक्म की रजा में चलना चाहिए सी। हुण होया कि साडियां कुछ कमजोरियां ने, उन्हां कमजोरियां नूं नोट करके लोगों ने पा लिया दुकानदारियां। तुसीं टीवी का कोई खबरों का चैनल लाओ, मैं मानता है भी कोई फिल्मी की गल छड्डो, किसी होर की गल छड्डो, कोई मैं दूजे चैनल नहीं लाउंदा, मैं खबरों का चैनल लाउना है। जिथे खबर आउंदियां ने ना, उत्थे मैनू राशि दस्सण वाले, उत्थे मैनू हरेक टीवी चैनल के उत्ते तुसीं देखो, वो धर्म दीयां गल्लां करन वाले वो खलोते ने, वो दस रहे हैं। शायद तुहानूं पता होवेगा, जिहड़ा थोड़ा जिहा भी लोगों नाल अटैचमेंट रखदा उन्होंने पता होना चाहिए। अब पिछले समय च इन्ना रिसैशन आया, इकोनॉमी करके बड़े देश, बड़े बड़े देश टोल गए, दुआला निकल गया बहुत लोगों का, बड़े पछताए। मैं हैरान होना, किसी भी चैनल के उत्ते किसी भी बंदे ने जिहड़ा मेरा भविख दस्सण वाला है, उन्हें किसी ने भी नहीं कहा भी कल तेरी 10-9 की कमाई जिहड़ी वो मिट्टी बन जानी, सजना तू अज कढ़ा लै अपने पैसे। असीं उन्हां दे गल ते अंगूठा रखते ही नहीं। जापान दे विच कितना बड़ा हड़ आया, तुसीं अपने टीवियां दे उत्ते देखिया होएगा, लोगों दीयां गड्डियां, लोगों के घर इवें रुड़ते जा रहे सन जिमें असल विच बच्चियां दे खिडौणे रुड़ते ने। इतनी मनुखता रुड़ी, सुनामी लहरां आईयां, कितने दंगे हुंदे ने। जे ये लोग मेरे भविष्य बारे जानते ने ते ये मैनू क्यों नहीं दसदे भी सजना कल फलानी थां ते होना बंब ब्लास्ट ते उत्थे तू ना जाई। अज हुण ये ठेकेदार बने ने भी सजना अज तू आ करी तेनू आ लाभ होवेगा, अज तू आ करी तेनू आ लाभ होवेगा। हुण जिहड़ा सिख है ना, जिहड़ा सिख है ना, वो इन्हां दे चक्करां च क्यों नहीं पैंदा। मैं वो सिख की गल नहीं करता जिहड़ा गल च भी तवीत पाई फिरदा, रखड़ी भी बन्नी फिरदा, डोले ते भी सारी कुछ बन्नी फिरदा, सारा कुछ कुराई फिरदा। मैं उस सिख की गल नहीं करता, मैं वो सिख की गल करदा जिन्हों गल विच पाई हुई किरपान दे उत्ते पूरा मान है, जिन्हों हाथ विच पाए हुए कड़े दे उत्ते पूरा मान है। मैं वो सिख की गल करना, मैं वो सिख की गल करदा। वो सिख है ना जिहड़ा वो कदे लॉटरी नहीं पाएगा। रब्बा मैं लॉटरी क्यों पाउणी है, तेनू मैं तेरे रिज़्क दाते दा मैनू इतबार नहीं। सिख लॉटरी नहीं पाउंदा, याद रखे जे। जिहड़ा सिख है, सिख कदे भी अपना हथ नहीं किसी नूं दिखाउंदा। वो कहना मैं ते अपनी बांह गुरु गोबिंद सिंह नूं पकड़ाई हुई है, मैं तेनू हथ किवें दिखावां भलिया, मैं तेनू हथ काहदे नहीं दिखावां। जितने मर्जी लोग मेरी हथ ते सरों जमा के जेड़े मैनू कुछ गल्लां भी दस देण सच्चियां मेरे जीवन दियां, सिख वो है जिहड़ा उन्हां ते भी इतबार ना करे। आ शब्द है ना जिहड़ा साडा आ सानू सिखाउंदा, बंदिया अपने गुरु दा लड़ तो किन्ना घुट के पकड़ी। आ शब्द सानू वो सिखाउंदा है, जिहड़ा इस शब्द नूं मन लवे ओहदे भाणे कोई राशि नहीं, जिहड़ा शब्द नूं मन लवे ओहदे भाणे कोई नक्षत्र ग्रह नहीं, जिहड़ा शब्द नूं मन लवे ओनू पता है तुम करो भला हम भलो ना जाने। ओनू पता है तू तो मेरा साडा ही भला करना है। मां कदों चाहुंदी मेरे पुੱਤ दी बर्बादी होवे, पिता कदों चाहुंदा मेरे पुੱਤ दी बर्बादी होवे। तू जो कुछ भी करदा है ना, जे तू दुख भी दिंदा है ना तो मेरे लिए आशीर्वाद होवेगा। मैनू नहीं समझ गल वखरी है। हुण आ जिहड़ा शब्द है ना, ਇਹਦੇ ਵਿੱਚ ਇੱਕ ਵਾਰੀ फिर ख्याल करियो। ਕਹਿੰਦੇ मैं तेरी ਉਹ ਸੋ ਪੁਰਖ ਨਾਲ ਸਾਂਝ ਪਾਉਣ ਲੱਗਿਆ। ਉਹ ਪੁੱਤਰਾ ਇੱਕ ਗੱਲ ਚੇਤਾ ਰੱਖੀ, ਉਹ ਆਦ ਤੂੰ ਹੈ, ਉਹਦਾ ਮੁੱਢ ਆਰੰਭਤਾ ਤੂੰ ਹੈ। ਇਹ ਤੇ ਅੱਜ ਕੱਲ ਭਲਕੇ ਜੰਮੇ ਨੇ ਜਿਨ੍ਹਾਂ ਦੀ ਗੱਲ ਤੂੰ ਕਰਨਾ, ਉਹ ਤਾਂ ਕੱਲ ਪਰਸੋਂ ਦੀ ਗੱਲ ਹੈ। ਉਹਨਾਂ ਨੂੰ ਖੁਦ ਨੂੰ ਆਪਣੇ, ਮੈਂ ਨਾਂ ਨਹੀਂ ਲੈ ਸਕਦਾ, ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਜੋਤਸ਼ੀ ਹੋਇਆ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀਆਂ ਤੱਕ ਨੂੰ ਦੱਸਦਾ ਸੀ। जिस दिन वो खुद फसिया है ना, उन्होंने पत्रकार एक सवाल पूछता है,
ਜਿਸ ਦਿਨ ਉਹ ਖੁਦ ਫਸਿਆ ਹੈ ਨਾ, ਉਹਨੇ ਇੱਕ ਉਹਦੇ ਲਾਸਟ ਨੇਮ ਸਵਾਮੀ ਹੈ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਤੇ ਉਹਨੂੰ ਖੁਦ ਨੂੰ ਪੱਤਰਕਾਰ ਪੁੱਛਦਾ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਵੀ ਬਾਬਾ ਜੀ ਅੱਜ ਤੁਸੀਂ ਤੇ ਲੋਕਾਂ ਨੂੰ ਭਵਿੱਖ ਦੱਸਦੇ ਹੋ ਤੇ ਤੁਹਾਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਅੱਜ ਮੈਂ ਫਸ ਜਾਣਾ ਤੇ ਮੇਰਾ ਪਰਦਾ ਉੱਗੜ ਜਾਣਾ, ਤੁਹਾਨੂੰ ਖੁਦ ਨੂੰ ਨਹੀਂ ਸੀ ਅੱਜ ਪਤਾ। ਔਰ ਉਹਨੂੰ ਪੱਤਰਕਾਰ ਦੇ ਉੱਤੇ ਕਲਪਣਾ ਹੀ ਪਿਆ, ਕਿਉਂਕਿ ਹਕੀਕਤ ਤਾਂ ਕੁਛ ਹੋਰ ਸੀ। ਸਾਹਿਬ ਕਹਿੰਦੇ ਵੀ ਇਹਨਾਂ ਨੂੰ ਤਾਂ ਆਪਣੇ ਆਪ ਦਾ ਨਹੀਂ ਪਤਾ, ਤੂੰ ਇਹਨਾਂ ਦੇ ਕੋਲ ਭਟਕਦਾ ਫਿਰਨਾ ਮਨਾ। ਆਹ ਸ਼ਬਦ ਨੂੰ ਪੜ੍ਹਨ ਵਾਲਾ ਸਿੱਖ ਹੈ ਨਾ ਜਿਹੜਾ ਅੱਜ ਰਹਿਰਾਸ ਸਾਹਿਬ ਦੀ ਬਾਣੀ ਨੂੰ ਆਪਣੇ ਈਮਾਨ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ, ਉਹਦੇ ਲਈ ਜ਼ਰੂਰੀ ਹੈ ਅੱਜ ਤੋਂ ਬਾਅਦ ਪਿਆਰਿਓ ਆਪਣਾ ਹੱਥ ਨਾ ਕਿਸੇ ਨੂੰ ਦਿਖਾਈਏ, ਕਿਸੇ ਵੀ ਰਾਸ਼ੀ ਤੇ ਇਤਬਾਰ ਨਾ ਕਰੀਏ, ਕਿਉਂਕਿ ਰਾਸ਼ੀਆਂ ਪੜ੍ਹਨ ਵਾਲਾ ਤੇ ਅੱਖਾਂ ਦਾ ਅੰਨਾ ਬੰਦਾ ਹੈ ਜਿਹੜਾ ਮੈਨੂੰ ਨਿੱਕੀਆਂ ਗੱਲਾਂ ਦੱਸਦਾ ਹੈ। ਜਿਹੜੇ ਰੱਬ ਨੇ ਮੈਨੂੰ ਮਾਤਾ ਦੇ ਉਦਰ ਵਿੱਚ ਪਾਲਿਆ, ਜਿਹੜੇ ਰੱਬ ਨੇ ਮੈਨੂੰ ਬਚਪਨ ਵਿੱਚ ਪਾਲਿਆ, ਜਿਹੜੇ ਰੱਬ ਨੇ ਮੇਰੀ ਹਰ ਇੱਕ ਅੱਜ ਜਿਹੜੀ ਹੈ ਉਹ ਕੱਢ ਤੋਂ ਸੁਹਾਵਣੀ ਬਣਾਈ ਹੈ, ਤੇ ਫਿਰ ਮੈਂ ਉਸ ਰੱਬ ਨੂੰ ਕਿਉਂ ਲਾਮਾ ਦਿਆਂ? ਉਹ ਸਿਰਜਣਹਾਰ ਹੈ, ਉਹ ਮੇਰੇ ਦਿਲ ਦੀਆਂ ਜਾਣਨ ਵਾਲਾ ਹੈ, ਉਹ ਨਿਹਚਲ ਹੈ, ਉਹ ਸਮੁੱਚੀ ਕਾਇਨਾਤ ਨੂੰ ਪੈਦਾ ਕਰਦਾ ਹੈ, ਤੇ ਜੇ ਮੌਤ ਦਿੰਦਾ ਹੈ ਤੇ ਉਹੀਓ ਦਿੰਦਾ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਆਖਰੀ ਪੰਕਤੀਆਂ ਪੜ੍ਹਦੇ ਹਾਂ, ਤੁਧ ਆਪੇ ਸਿਰਜਤ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ। ਮੈਂ ਕਿਰਤ ਦੇ ਨਹੀਂ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾ ਜਨੋਈ, ਜਿਹੜਾ ਸਾਰਿਆਂ ਨੂੰ ਜਾਣਦਾ। ਉਹ ਤੁਸੀਂ ਤਾਂ ਆਪਣੇ ਬਾਰੇ ਵੀ ਨਹੀਂ ਜਾਣਦੇ, ਲੋਕਾਂ ਨੂੰ ਦੱਸਣ ਵਾਲੇ ਹੋ। ਮੇਰੇ ਰੱਬ ਤੇ ਸਭ ਕੁਝ ਨੂੰ ਜਾਣਦਾ, ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ। ਤੇਰਾ ਸਭ ਕੁਝ ਤੇਰੇ ਚਿੱਤ ਵਿੱਚ ਹੈ, ਤੇਰੀ ਨਜ਼ਰ ਤੋਂ ਕੋਈ ਬਾਹਰ ਨਹੀਂ। ਸਿੱਖ ਨੂੰ ਇੱਕ ਭਰੋਸਾ ਬਣ ਜਾਏ, ਸਿੱਖ ਨੂੰ ਇੱਕ ਵਿਸ਼ਵਾਸ ਬਣ ਜਾਏ। ਸਿੱਖੀ ਇੱਕ ਪਰਪੱਕ ਵਿਸ਼ਵਾਸ ਦਾ ਨਾਂ ਹੈ। ਸਿੱਖ ਬਣ ਜਾਏ, ਪੂਰਨ ਵਿਸ਼ਵਾਸ ਬਣ ਜਾਏ, ਰੱਬਾ ਮੈਂ ਤੈਨੂੰ ਛੱਡ ਕੇ ਕਦੇ ਨਹੀਂ ਜਾਵਾਂਗਾ, ਤੂੰ ਮੈਨੂੰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਮੈਨੂੰ ਕੋਈ ਕੁਛ ਵੀ ਹੋਵੇ। ਜੇ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਮੈਂ ਤੇਰੇ ਦਰ ਨੂੰ ਛੱਡ ਕੇ ਕਿਵੇਂ ਚਲਾ ਜਾਵਾਂ? ਇੱਕ ਯਕੀਨ ਅੱਜ ਪੱਕਾ ਕਰੀਏ ਗੁਰੂ ਚਰਨਾਂ ਦੇ ਵਿੱਚ। ਸਤਿਗੁਰੂ ਜੀ, ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਹਦਾ ਮਾਲਕ ਬਹੁਤ ਉੱਚਾ ਹੋਵੇ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸੰਸਰ। ਤੋਂ ਮੈਂ ਆਸ ਰੱਖਾਂ ਤੁਹਾਡੇ ਕੋਲੋਂ, ਮੈਂ ਵੀ ਵਿੱਚ ਸ਼ਾਮਲ ਹੈ, ਤੇ ਆਸ ਰੱਖਾਂ ਮੈਂ ਇਹ ਗੱਲ ਦੀ ਵੀ ਜਦੋਂ ਹੁਣ ਤੁਸੀਂ ਕੱਲ੍ਹ ਨੂੰ ਰਹਿਰਾਸ ਸਾਹਿਬ ਕਰੋ ਤੇ ਕੱਲ੍ਹ ਨੂੰ ਆਪਣੇ ਗੁਰੂ ਨਾਲ, ਗੁਰੂ ਰਾਮਦਾਸ ਜੀ ਨਾਲ ਇੱਕ ਪਰਨ ਕਰਿਓ। ਉਹ ਆਪ ਯਤੀਮ ਕਹਾਉਣ ਵਾਲੇ ਆ, ਪਰ ਮੈਨੂੰ ਭਰੋਸਾ ਵੀ ਮੈਂ ਕਦੇ ਯਤੀਮ ਨਹੀਂ ਹੋਵਾਂਗਾ, ਕਿਉਂਕਿ ਤੂੰ ਯਤੀਮਾਂ ਦਾ ਵੀ ਗੁਰੂ ਹੈ, ਕਿਉਂਕਿ ਤੂੰ ਰਹਿਮਤਾਂ ਕਰਨ ਵਾਲਾ ਹੈ, ਤੂੰ ਬਖਸ਼ਾਂ ਕਰਨ ਵਾਲਾ ਹੈ। ਮੈਂ ਤੈਨੂੰ ਅੱਜ ਤੋਂ ਬਾਅਦ ਛੱਡ ਕੇ ਕਿਸੇ ਦੇਹਧਾਰੀ ਕੋਲ ਨਹੀਂ ਜਾਵਾਂਗਾ। ਪਰਨ ਕਰੀਏ ਆਪਣੇ ਜੀਵਨ ਵਿੱਚ, ਵਿਸ਼ਵਾਸ ਬਣਾਈਏ ਆਪਣੇ ਜੀਵਨ ਵਿੱਚ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਇਹ ਅੰਮ੍ਰਿਤ ਬਾਣੀ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਜਾਏ, ਅਸੀਂ ਉਵੇਂ ਦਾ ਜੀਵਨ ਗੁਜ਼ਾਰ ਸਕੀਏ ਜਿਵੇਂ ਮੇਰੇ ਮਾਲਕ ਨੂੰ ਪਾਉਂਦਾ।